KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। ਮੰਗਲਵਾਰ ਦਾ ਦਿਨ ਹੈ ਤੇ 20 ਅਕਤੂਬਰ ਹੈ ਵਰਾ 2020 ਦਾ। 6 ਕੱਤਕ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਭਾਈਚਾਰੇ ਦੀਆਂ ਖਬਰਾਂ, ਕੁਝ ਖਬਰਾਂ ਦੇ ਨਾਲ ਨਾਲ ਅਗਲੇ ਹਿੱਸੇ 'ਚ ਮੈਂ ਹੁਣ ਬੇਨਤੀ ਕਰਾਂ, 1 ਘੰਟਾ ਰਹਿੰਦਾ 1 ਵਜੇ ਸਾਰੇ ਫਾਰਮਰਸ ਨਾਲ ਗੱਲ ਕਰਨੀ ਹੈ ਕਿ ਫਾਰਮਰਸ ਦੇ ਕੀ ਇਸ਼ੂ ਨੇ। ਆਲੇ ਦੁਆਲੇ ਦੱਸ ਦਿਓ, ਸਾਰਿਆਂ ਨੂੰ ਪਤਾ ਲੱਗੇ। ਵੋਟਾਂ ਪੈ ਰਹੀਆਂ ਨੇ, ਤੁਹਾਡੀ ਗੱਲ ਸੁਣੀ ਜਾਂਦੀ ਹੈ ਜਾਂ ਮੇਰੇ ਤੱਕ ਪਹੁੰਚੇ ਤਾਂ ਆਉਣ ਵਾਲੇ ਦਿਨਾਂ ਤੱਕ ਜਿਹੜਾ ਵੀ ਕੋਈ ਮਤਲਬ ਪਾਰਟੀ ਉਮੀਦਵਾਰ ਆਉਂਦਾ ਉਹਦੇ ਤੱਕ ਗੱਲ ਪਹੁੰਚੇ, ਦੋਨੇ ਤਿੰਨੇ ਪਾਰਟੀਆਂ ਤੱਕ। ਪਰ ਪਹਿਲਾਂ ਦੱਸੋ ਕਿ ਕਿਹੜੇ ਕਿਹੜੇ ਇਸ਼ੂ ਨੇ। ਕੋਈ ਵੀ ਫਾਰਮਿੰਗ ਕਰਦੇ ਹੋ ਤੁਸੀਂ, ਰਾਸਬੇਰੀ ਆ, ਸਟ੍ਰਾਬੇਰੀ ਆ ਤੇ ਬਲੂਬੇਰੀ ਆ, ਸਬਜ਼ੀਆਂ ਨੇ, ਕੁਝ ਵੀ ਬੀਜਦੇ ਹੋ ਤੇ ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ, ਕੀ ਹੋਵੇ, ਕੋਈ ਚੇਂਜਸ ਹੋਣ। ਇਹ ਸਮਾਂ ਹੁੰਦਾ ਬੋਲਣ ਦਾ। ਤਾਂ ਤੁਹਾਡੀ ਸਾਰਿਆਂ ਦੀ ਮੈਂ ਗੱਲਬਾਤ ਸੁਣਨੀ ਚਾਹੁੰਦਾ 1 ਵਜੇ ਤੋਂ ਬਾਅਦ। ਸਾਰੇ ਫਾਰਮਰਸ ਦੀ ਜਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਤੁਹਾਡੀਆਂ। ਜਿਵੇਂ ਕੱਲ੍ਹ ਸਰ ਲక్ష్మణ ਸਿੰਘ ਉਹਨਾਂ ਨੇ ਕਿਹਾ ਵੀ ਹੁਣ ਸਮਾਂ ਹੈ ਕਿ ਪਤਾ ਲੱਗੇ, ਤੇ ਨਾਲ ਹੀ ਫੋਨ ਨੰਬਰ 1844 247 1550 184424715550 ਫਾਰਮਰਸ ਲਈ ਅੱਜ ਲਾਈਨਾਂ ਤਾਂ ਸਦਾ ਹੀ ਖੁੱਲੀਆਂ ਹੁੰਦੀਆਂ। 1 ਵਜੇ ਤੋਂ ਬਾਅਦ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ, ਖਾਸ ਤੌਰ ਤੇ ਜਿੰਨੇ ਵੀ ਫਾਰਮਰ ਜਿੱਥੇ ਵੀ ਸੁਣਦੇ ਨੇ, ਔਰਚਰਡ ਵਾਲੇ ਵੀ, ਕਲੋਨਾ ਦੇ ਵਿੱਚ, ਕੈਮਲੂਪਸ ਦੇ ਵਿੱਚ ਜਾਂ ਕਰਮੀਐਸ ਦੇ ਵਿੱਚ, ਓਲੀਵਰ ਸੋਏ ਸੁਣਦੇ ਹੋ ਤੁਸੀਂ। ਕੋਈ ਵੀ ਫਾਰਮਰ ਔਰਚਰਡ ਆ ਤੁਹਾਡੀ, ਉਹ ਵੀ ਦੱਸੋ ਵੀ ਤੁਹਾਡੇ ਕੀ ਇਸ਼ੂ ਨੇ। ਆਪਾਂ ਵਕਤ ਦਰ ਵਕਤ ਗੱਲ ਕਰਦੇ ਰਹਿੰਦੇ ਆ। ਇਸ ਵਾਰ ਤੁਹਾਡੇ ਵਰਕਰਾਂ ਦੀ ਤੇ ਕਮਾਈ ਦੀ, ਮੌਸਮ ਖਰਾਬ ਹੋ ਗਿਆ, ਉੱਠ ਨਹੀਂ ਸੀ ਰਹੇ, ਕੋਵਿਡ ਕਰਕੇ ਵਰਕਰ ਨਹੀਂ ਸੀ ਆਏ। ਤੋ ਇਹ ਗੱਲਬਾਤ ਆਪਾਂ ਜੇ ਤੁਹਾਡੀ ਕਰਨੀ ਹੈ 1 ਤੋਂ 2 ਵਜੇ ਤੱਕ। ਪਹਿਲੇ ਹਿੱਸੇ 'ਚ ਰਾਜਨੀਤੀ ਦੀਆਂ ਕੁਝ ਖਬਰਾਂ, ਭਾਈਚਾਰੇ 'ਚ ਕੀ ਹੋ ਰਿਹਾ, ਫੈਡਰਲ ਉੱਪਰ ਕੀ ਹੋ ਰਿਹਾ, ਓਟਵਾ ਦੇ ਵਿੱਚ ਇਲੈਕਸ਼ਨ ਦੀ ਗੱਲਬਾਤ ਚੱਲ ਰਹੀ ਹੈ ਵਿੱਚ ਹੀ, ਕਿਉਂਕਿ ਟਰੂਡੋ ਮੁੱਕਰ ਗਿਆ, ਕਹਿੰਦਾ ਵੀ ਮੈਂ ਨਹੀਂ ਇਹ ਨਵੀਂ ਕਮੇਟੀ ਬਣਾਉਣੀ। ਜੇ ਸੱਚੀ ਹੈ ਗੱਲ, ਫਿਰ ਕਮੇਟੀ ਬਣ ਜਾਣੀ ਚਾਹੀਦੀ ਹੈ। ਵੀ ਚੈਰਿਟੀ ਦਾ ਜਿਹੜਾ ਸਕੈਂਡਲ ਆ ਉਹਦਾ ਪਤਾ ਲੱਗ ਜਾਣਾ ਚਾਹੀਦਾ। ਤੇ ਕਦੇ ਜਿਹੜੀ ਪਾਰਲੀਮੈਂਟ ਬੰਦ ਕਰ ਦਿੱਤੀ, ਕਦੇ ਪਾਰਲੀਮੈਂਟ ਖੋਲ ਦਿੱਤੀ, ਤੇ ਹੁਣ ਮੈਂ ਇਹਦੇ ਤੇ ਕਮੇਟੀ ਨਹੀਂ ਨਵੀਂ ਬਣਾਉਣ ਦੇਣੀ। ਕੰਜ਼ਰਵੇਟਿਵ ਐਰੋਨੋ ਟੂਲ ਹੋਣੀ ਜਿਹੜੇ ਟੀਮ ਹੁਣ ਲੀਡਰ ਨੇ, ਅੱਜ ਉਹ ਕਰੜਾ ਬੋਲਿਆ, ਉਹ ਕਹਿੰਦੇ ਇਹ ਗੱਲ ਠੀਕ ਨਹੀਂ। NDP ਵਾਲੇ ਚੁੱਪ ਨੇ ਇਹਦੇ ਤੇ। ਹਲੇ ਜਗਮੀਤ ਸਿੰਘ ਉਹਨਾਂ ਦਾ ਬਿਆਨ ਨਹੀਂ ਆਇਆ, ਤਾਂ ਹੀ ਰੈਕਸ ਮਰਫੀ ਨੇ ਨੈਸ਼ਨਲ ਦੇ ਵਿੱਚ ਛਾਪਿਆ। ਉਹ ਕਹਿੰਦਾ ਵੀ ਮਿਸਟਰ ਡਿਪਟੀ ਪ੍ਰਾਈਮ ਮਿਨਿਸਟਰ ਹੈ ਮਿਸਟਰ ਸਿੰਘ। ਜੇ ਕਈ ਵਾਰ ਇਸ ਤਰੀਕੇ ਨਾਲ ਸੋਚਿਆ ਜਾਵੇ ਅਸੀਂ ਵੀ ਵਿਰੋਧ 'ਚ ਬੈਠ ਕੇ ਕੰਮ ਕਰਾ ਕੇ ਇਹਦੇ ਤੋਂ, ਸਰਕਾਰ ਤੋਂ ਲੋਕਾਂ ਦਾ ਫਾਇਦਾ ਕਰਨ ਮੈਂ, ਕਈ ਵਾਰ ਪਾਰਟੀ ਦੀ ਸਾਖ ਖੁਰ ਜਾਂਦੀ ਹੈ ਜਾਂ ਤੁਸੀਂ ਹਰ ਜਗ੍ਹਾ ਹਾਂ ਦੇ ਵਿੱਚ ਹਾਂ ਮਿਲਾਉਂਦੇ ਹੋ। ਇਹ ਵੀ ਖਿਆਲ ਰੱਖਣ ਦੀ ਲੋੜ ਹੈ। ਕੰਮ ਤਾਂ ਜਿਹੜਾ ਕਰਨਾ ਹੁੰਦਾ ਹੈ ਰੂਲਿੰਗ ਪਾਰਟੀ ਨੇ ਕਰਨਾ ਹੁੰਦਾ, ਉਹਨਾਂ ਦਾ ਮੇਨ ਜ਼ਿੰਮੇਵਾਰੀ ਉਹਨਾਂ ਦੀ, ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਸੋ ਇਹ ਅੱਜ ਇਸ਼ੂ ਤੁਹਾਡੇ ਨਾਲ ਵਿਚਾਰਿਆ ਜਾਵੇਗਾ। ਪਹਿਲੇ ਹਿੱਸੇ 'ਚ ਲੋਕਲ ਰਾਜਨੀਤੀ ਦੀ ਗੱਲ, ਸਕੂਲ ਦੀ, ਸਿੱਖ ਅਕੈਡਮੀ ਦੇ ਵਿੱਚ ਅੱਜ ਫੇਰ ਬੰਦ ਪਈ ਹੈ। ਬੱਚੇ ਮਾਪਿਆਂ ਨੇ ਭੇਜੇ ਨਹੀਂ। ਉਹ ਮਾਪੇ ਇਸ ਗੱਲੋਂ ਦੁਖੀ ਨੇ ਕਿ ਬਲਦੀਪ ਸਿੰਘ ਹੇਰ ਉਹਨਾਂ ਨੂੰ ਫਾਇਰ ਕਿਉਂ ਕੀਤਾ। ਫਾਇਰ ਦਾ ਸ਼ਬਦ ਉਹਨਾਂ ਨੂੰ ਚੁੱਭ ਰਿਹਾ, ਰਿਗਰੈਟ ਤੇ ਫਾਇਰ। ਉਹ ਕਹਿੰਦੇ ਵੀ ਇਸ ਤਰ੍ਹਾਂ ਤਾਂ ਕੋਈ ਤੁਹਾਡਾ ਘਰ ਦੇ ਵਿੱਚ ਕੋਈ ਸਰਵੈਂਟ ਹੋਵੇ, ਉਹਨੂੰ ਤੁਸੀਂ ਫਾਇਰ ਨਹੀਂ ਕਰਦੇ। ਇੱਕ ਬੰਦਾ, ਇੱਕ ਇੰਸਟੀਚਿਊਟ ਦਾ ਹੈਡ ਹੈ ਜਿਹਨੇ ਹੱਥੀਂ ਉਸ ਨੂੰ ਬਣਾਇਆ ਤੇ ਮਿਹਨਤ ਕੀਤੀ, ਉਹਨੂੰ ਤੁਸੀਂ ਫਾਇਰ ਕਿਹੜੀ ਗੱਲੋਂ ਕੀਤਾ। ਲੋਕ ਸਵਾਲਾਂ ਦੇ ਜਵਾਬ ਮੰਗਦੇ ਨੇ। 6 ਤੋਂ 8 ਵਜੇ ਤੱਕ ਅੱਜ ਮੈਨੇਜਮੈਂਟ ਨੇ ਉਹਨਾਂ ਨੂੰ ਕਿਹਾ ਨਿਊਟਨ ਵਾਲੇ ਕੈਂਪਸ ਦੇ ਵਿੱਚ ਆਉਣ ਨੂੰ, ਜਿਹੜਾ ਮੇਨ ਹੀ ਜਿਹੜਾ ਕੈਂਪਸ ਹੈ ਇੱਕ ਫਰੀਦਕੋਟ ਦੇ ਵਿੱਚ ਵੀ ਹੈ। ਚੰਗੀ ਭਲਾ ਇੰਸਟੀਚਿਊਟ ਚੱਲਦਾ, ਚੰਗਾ ਭਲਾ ਚੱਲਦਾ ਇਹ ਕਿਸੇ ਦੀ ਚੱਕ 'ਚ ਆ ਕੇ ਨਾ ਕੰਮ ਖਰਾਬ ਕਰਨਾ ਹੈ। ਇਵੈਂਚੁਅਲੀ ਫਰੈਂਚਾਈਜ਼ਰਾਂ ਨੇ, ਜਿਨ੍ਹਾਂ ਨੂੰ ਇਹ ਬੜਾ ਔਖਾ ਲੱਗਦਾ ਸੀ, ਉਹਨਾਂ ਨੇ ਬੰਦ ਕਰਾਉਣੀ ਹੈ ਇਹ ਅਕੈਡਮੀ। ਇਹ ਹੋਣਾ ਇਵੈਂਚੁਅਲੀ, ਇੱਥੇ ਇਹ ਹੋਣਾ। 1844 247 1550 ਆਉਣੇ ਨੰਬਰ ਹੈ। 184424715550। ਬਿਜ਼ਨਸ ਦੀ ਗੱਲ ਹੈ, ਬਿਜ਼ਨਸ ਦੇ ਨਾਲ ਫਿਰ ਖਿਆਲ ਰੱਖਣਾ ਪੈਂਦਾ ਹੈ।
1844 247 1550 मैं अपने बिजनेस की गल कर KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਥ ਤੇ ਪਾਇਆ ਹੁੰਦਾ LOKSATTH ਪਵਨ ਜਵੰਦੇ ਦੀ ਮਿਹਨਤ ਹੈ ਇਹ ਤੇ ਸਾਰੇ ਤੁਸੀਂ ਬਾਅਦ ਜਿਹੜੇ ਉੱਠ ਕੇ ਪੰਜਾਬ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਪ੍ਰੋਗਰਾਮ ਸੁਣਦੇ ਨੇ ਸਾਰੇ ਇਸ ਗੱਲ ਤੋਂ ਖੁਸ਼ ਨੇ ਤੇ ਇਹ ਗੱਲ ਚੱਲਦੀ ਰਹੀ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਰਿਹਾ ਨਹੀਂ ਤਾਂ ਕੋਈ ਹੀਲਾ ਨਹੀਂ ਸੀ ਜਿਹੜੇ ਲੇਟਰ ਸੁਣਨਾ ਚਾਹੁੰਦੇ ਨੇ ਕਿਉਂਕਿ ਹੁਣ ਤਾਂ ਖੈਰ ਉਹਦੀ ਗੱਲ ਕੀ ਕਹਿਣੀ ਆ ਦੁਬਾਰਾ ਸਟੂਡੀਓ 'ਚ ਵੜ ਗਏ ਪਰ ਇੱਕ ਵਾਰ ਤਾਂ ਜਿਹੜਾ ਸਭ ਕੁਝ ਬੰਦ ਜਿਹੜਾ ਕਰਵਾਤਾ ਸਡਨ ਤੇ 6 ਵਰੇ ਲੱਗੇ ਨੇ 6 ਵਰੇ ਹੋ ਗਏ ਦਸੰਬਰ 'ਚ ਹੋ ਜਾਣ ਤੇ ਹੁਣ ਬਰਾਬਰ ਦੀ ਸੱਟ ਹੈ ਹੁਣ ਗੱਲ ਬਣਦੀ ਹੈ ਵੀ ਪ੍ਰੋਗਰਾਮ ਚੱਲਣੇ ਚਾਹੀਦੇ ਨੇ ਮੇਨ ਫ੍ਰੀਕੁਐਂਸੀ ਤੇ ਹੁਣ ਪਤਾ ਲੱਗੂ ਕੀ ਕਹਾਣੀ ਬਣਦੀ ਹੈ ਕਿਹਦੇ ਕਹੇ ਤੇ ਕੀ ਹੁੰਦਾ ਤੇ ਕਿਹਦੇ ਕਹੇ ਤੇ ਕੀ ਹੁੰਦਾ ਕਿਹਦਾ ਕੀ ਆਧਾਰ ਹੈ ਮੀਡੀਆ ਦਾ ਰੋਲ ਕੀ ਹੋਣਾ ਚਾਹੀਦਾ ਇਸ ਤੇ ਜਿਹੜਾ ਹੁਣ ਕੰਮ ਹੋ ਰਿਹਾ ਨਾਲ ਹੀ 604 440 6462 ਨੰਬਰ ਨਿਮਡੌਲਾ ਜੀ ਦਾ ਤੇ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ ਤੇ ਹਰਜੀਤ ਸਿੰਘ ਗਿੱਲ ਫੈਨ ਪੇਜ ਜਿੱਥੇ ਤੁਸੀਂ ਨਾਲ ਰਹਿੰਦੇ ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਫਿਰਦੀ ਹੈ ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਫਿਰਦੀ ਹੈ ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਤੂੰ ਹਰ ਮੌਸਮ ਦੀ ਆਦੀ ਹੈ ਤੂੰ ਅੱਜ ਨਹੀਂ ਤੂੰ ਚਿਰਦੀ ਹੈ ਤੂੰ ਦੁੱਗਣੇ ਬਲ ਸੰਗ ਉੱਠਦੀ ਹੈ ਜਦ ਵੀ ਪੁੰਜੇ ਗਿਰਦੀ ਤੂੰ ਪਿੱਪਲੀਆਂ ਦੀ ਰੌਣਕ ਹੈ ਤੂੰ ਗੱਧਿਆਂ ਅੰਦਰ ਛਿੜਦੀ ਹੈ ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਤੂੰ ਅੱਖ ਜੰਡੀਆਂ ਚੋਂ ਨਿਕਲੀ ਹੈ ਤੂੰ ਜੰਗਲੀ ਮਹਿਕਾਂ ਲੱਦੀ ਹੈ ਤੂੰ ਸ਼ਮਕਾਂ ਖਾ ਨਿਸਰੀ ਹੈ ਤੂੰ ਵਾਵਾਂ ਬਣ ਵੱਗੀ ਹੈ ਤੂੰ ਆਪਣਿਆਂ ਨੇ ਲੁੱਟੀ ਹੈ ਤੂੰ ਸਕਿਆਂ ਦੇ ਹੀ ਠੱਗੀ ਹੈ ਤੀ ਰਜਬ ਅਲੀ ਦੀ ਲਾਡਲੀਏ ਤੂੰ ਸਭ ਨੂੰ ਚੰਗੀ ਲੱਗੀ ਤੂੰ ਸਾਂਝਾ ਪੈ ਫੁੱਲੀ ਹੈ ਤੂੰ ਚੋਟਾਂ ਖਾ ਭੁੱਲੀ ਹੈ ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕਿ ਮਰਹਮ ਬਣ ਡੁੱਲੀ ਹੈ ਪੰਜਾਬੀ 'ਚ ਕਿਸੇ ਨੂੰ ਫੋਨ ਲਿਖਾਉਣ ਲੱਗ ਜਾਓ ਹੁਣ ਜਵਾਕ ਜਿਹੜੇ ਪੰਜਾਬ ਤੋਂ ਆਏ ਨੇ ਸਮਝਦੇ ਨਹੀਂ ਸਿਰ ਮਾਰਨ ਲੱਗ ਜਾਂਦੇ ਨੇ ਅੰਗਰੇਜ਼ੀ 'ਚ ਬੋਲਣਾ ਪੈਂਦਾ ਜੇ ਕਹੋ 604 200 ਉਹ ਕਹਿੰਦੇ ਅੰਗਰੇਜ਼ੀ ਦੱਸੋ ਤੂੰ ਤਰਵਰ ਬੈਠੀ ਹੈ ਤੂੰ ਸਰਵਰ ਤਰਦੀ ਹੈ ਤੂੰ ਕੋਇਲ ਕੂਕੂ ਕਰਦੀ ਹੈ ਤੂੰ ਹਰਨੀ ਚੁੰਗੀਆਂ ਭਰਦੀ ਹੈ ਤੂੰ ਧੁੱਪਾਂ ਅੰਦਰ ਘੁਲੀ ਹੋਈ ਤੂੰ ਚਾਨਣ ਦੇ ਸੰਗ ਧੁਲੀ ਹੋਈ ਤੂੰ ਤੋੜ ਹਸ਼ ਤੱਕ ਰਹਿਨੀ ਹੈ ਤੇਰੀ ਲੋੜ ਜਗਤ ਨੂੰ ਪੈਣੀ ਮਿੱਠ ਬੋਲੜੀ ਤੇ ਅਲਵੇਲੀ ਹੈ ਤੂੰ ਲੱਖਾਂ ਵਿੱਚੋਂ ਅਕੇਲੀ ਹੈ ਤੂੰ ਕਾਨੀ ਬਾਬੇ ਗੋਰਖ ਦੀ ਤੂੰ ਤੇ ਗੁਰੂ ਨਾਨਕ ਦੀ ਚੇਲੀ ਹੈ ਤੂੰ ਚਾਦਰਿਆਂ ਦੀ ਆਕੜ ਹੈ ਤੇ ਚੁੰਨੀ ਕੁੜੀ ਗੁਲਾਬੀ ਦੀ ਤੂੰ ਲਾਲੀ ਫੁੱਲ ਕਰੀਰਾਂ ਦੀ ਤੇ ਚਿੱਟਤ ਹੈ ਮਰਗਾਬੀ ਦੀ ਤੇ ਦਿਲ ਦੇ ਦੁਖੜੇ ਦਿਓਰਾਂ ਦੇ ਵੀ ਸੁਣਦੀ ਹੈ ਗੁੱਤ ਭਾਬੀ ਦੀ ਗੱਲ ਹੂਰ ਭਰੀ ਪੰਜਾਬੀ ਦੀ ਗੱਲ ਹੂਰ ਭਰੀ ਪੰਜਾਬੀ ਦੀ ਗੱਲ ਹੂਰ ਭਰੀ ਪੰਜਾਬੀ ਹਰਮਨਜੀਤ ਲਿਖਦਾ ਹੈ ਵੋਟਾਂ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਚੱਲ ਰਹੀ ਹੈ ਦੋਨੇ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਨੇ ਤੇ ਉੱਥੇ ਤੁਸੀਂ ਜਿੱਥੇ ਹਰ ਰੋਜ਼ ਕੁਝ ਨਾ ਕੁਝ ਟੈਕਸੀ ਇੰਡਸਟਰੀ ਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਹੁਣ ਵੀ ਟੈਕਸੀ ਇੰਡਸਟਰੀ ਨੂੰ ਕਿਵੇਂ ਸਾਂਭਿਆ ਜਾਵੇ ਟੈਕਸੀ ਇੰਡਸਟਰੀ ਦੇ ਵੱਲ ਨਿਗਾਹ ਲੱਗੀ ਹੋਈ ਹੈ ਵੀ ਟੈਕਸੀ ਪਹਿਲਾਂ ਜਦ ਉਬਰ ਆਈ ਤਾਂ ਲਿਬਰਲਸ ਨੇ ਸ਼ੁਰੂ ਦੇ ਵਿੱਚ ਇਹੀ ਕਿਹਾ ਸੀ ਵੀ ਕੋਈ ਲੈਵਲ ਪਲੇਇੰਗ ਫੀਲਡ ਨਹੀਂ ਕਲਾਸ 5 ਹੋਊਗਾ ਕੋਈ ਕੈਪ ਨਹੀਂ ਤੇ ਇੰਸ਼ੋਰੈਂਸ ਜਿਹੜਾ ਉਹ ਆਮ ਕਾਰਾਂ ਵਾਂਗੂ ਹੋਏਗਾ ਜਿਵੇਂ ਦੁਨੀਆ 'ਚ ਹੁੰਦਾ ਤੇ ਫਿਰ NDP ਨੇ ਉਸ ਤੇ ਕਲਾਸ 4 ਦਾ ਲਾਇਸੈਂਸ ਕਰਤਾ ਕ੍ਰਿਮੀਨਲ ਚੈੱਕ ਕਰ ਦਿੱਤਾ ਤੇ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਇੰਸ਼ੋਰੈਂਸ ਦੀ ਗੱਲ ਚੱਲ ਵੀ ਹੁਣ ਲਿਬਰਲਸ ਵਾਲੇ ਵੀ ਸੋਚ ਰਹੇ ਨੇ ਕਿ ਅਸੀਂ ਕੋਈ ਇਹਨਾਂ ਨੂੰ ਬੈਨੀਫਿਟ ਦੇਈਏ ਵੋਟਾਂ ਦੀ ਕਹਾਣੀ ਵੋਟਾਂ ਦੀ ਕੋਸ਼ਿਸ਼ ਸਾਰੀ ਚੱਲ ਰਹੀ ਹੈ ਕਿ ਕਿਵੇਂ ਨਾ ਕਿਵੇਂ ਇੱਕ ਦੂਜੇ ਨੂੰ ਜਿਹੜਾ ਲਭਾਇਆ ਜਾਵੇ ਤੇ ਕੌਣ ਨਾਲ ਆ ਜਾਵੇ ਕੱਲ ਮੈਂ ਰੇਸਿਜ਼ਮ ਦੀ ਗੱਲ ਕਰ ਰਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਸਮਝਾਊਂਗਾ ਪੂਰਾ ਵੀ 1907-8 ਦੇ ਵਿੱਚ ਕੀ ਹੁੰਦਾ ਰਿਹਾ ਤੇ ਬੈਕਗਰਾਉਂਡ ਇਸ ਦੀ ਕੀ ਸੀ
ਕਿਹੜੀ ਪਾਰਟੀ ਜਿਹੜੀ ਜ਼ੋਰ ਦੇ ਵਿੱਚ ਸੀ। ਜੇਮਸ ਅਲੈਗਜ਼ੈਂਡਰ ਮੈਕਡੋਨਲਡ ਕੌਣ ਸੀ ਤੇ ਜਿਸ ਨੇ ਪ੍ਰੋਵਿੰਸ਼ੀਅਲ ਲੈਜਿਸਲੇਚਰ ਲੈ ਕੇ ਆਂਦਾ ਸੀ ਤੇ ਸਾਊਥ ਏਸ਼ੀਅਨ ਇਮੀਗ੍ਰੇਸ਼ਨ ਦੇ ਖਿਲਾਫ 1908 ਇਹ ਪੂਰੇ ਵੇਰਵਿਆਂ ਦੇ ਨਾਲ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਦੱਸੂਗਾ ਮੈਂ, ਤੇ ਜਿਹਦੇ ਵਿੱਚ ਕਿਹੜੀ ਕਿਹੜੀ ਪਾਰਟੀ ਕੰਜ਼ਰਵੇਟਿਵ ਤੇ ਲਿਬਰਲਸ ਨੇ ਕੀ ਕੀ ਕਿਹਾ ਉਸ ਸਮੇਂ। ਹੁਣ BCNDP ਨੇ ਕਿਹਾ ਕਿ ਉਹ ਜੇ ਰੀਇਲੈਕਟ ਹੁੰਦੇ ਨੇ ਤਾਂ ਉਹ ਸਾਊਥ ਏਸ਼ੀਅਨ ਇੱਕ ਮਿਊਜ਼ੀਅਮ ਜਿਹੜਾ ਬਣਾਉਣਾ ਚਾਹੁੰਦੇ ਨੇ। ਸਾਊਥ ਏਸ਼ੀਅਨ ਜੇ ਮਿਊਜ਼ੀਅਮ ਬਣ ਗਿਆ ਤਾਂ ਉਹਦੇ ਵਿੱਚ ਪਹਿਲਾ ਇਹ ਮਿਊਜ਼ੀਅਮ ਹੋਏਗਾ ਜਿਸ 'ਚ ਸਾਡੇ ਨਾਲ ਕੀ ਕੀ ਹੋਇਆ ਪਿਛਲੇ 1897 ਤੋਂ 120-22 ਸਾਲਾਂ 'ਚ, ਤੇ ਉਹ ਉਸ ਦੇ ਵਿੱਚ ਕਿਹੋ ਜਿਹਾ ਸਮਾਂ ਸੀ ਉਹਦੀ ਗੱਲ ਹੋਏਗੀ। ਇਹ ਅੱਜ ਸਾਊਥ ਏਸ਼ੀਅਨ ਕਮਿਊਨਿਟੀ ਦੇ ਲਈ ਸਰੀ ਪੈਨੋਰਾਮਾ ਰਿਜ ਦੇ ਵਿੱਚ ਜਿਨੀ ਸਿਮਸ ਦੇ ਨਾਲ ਜਿਹੜਾ NDP ਲੀਡਰ ਨੇ ਅਨਾਉਂਸ ਕੀਤਾ, ਤੇ ਹੁਣ ਇਹ ਮਿਊਜ਼ੀਅਮ ਜਿਹੜਾ ਕਾਮਾਗਾਟਾ ਮਾਰੂ ਤੇ ਹੋਰ ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ ਦੀ ਲੌਂਗ ਹਿਸਟਰੀ ਦੀ ਗੱਲਬਾਤ ਇਹ ਤੇ ਚੱਲੇਗੀ। ਤੇ ਇਹਦੇ ਨਾਲ ਜਗਰੂਪ ਬਰਾੜ ਹੋਣੀ NDP ਦੇ ਕੈਂਡੀਡੇਟ ਸਰੀ ਫਲੀਟਵੁੱਡ ਤੋਂ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਬਹੁਤ ਜ਼ਰੂਰੀ ਹੈ, ਇਹਦੇ ਵਿੱਚ ਸਾਨੂੰ ਪਤਾ ਲੱਗੂ ਸਾਡੀ ਇਹ ਜਿਹੜੀ $1.25 ਮਿਲੀਅਨ 1.14 ਮਿਲੀਅਨ ਦੀ ਆਲਰੇਡੀ ਜਿਹੜਾ ਇੱਕ ਸਾਊਥ ਏਸ਼ੀਅਨ ਸਟੱਡੀਜ਼ ਲਈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਵਿੱਚ ਉਹਨਾਂ ਨੇ ਆਲਰੇਡੀ ਕੰਟਰੀਬਿਊਟ ਕੀਤਾ, ਜਿਹੜੇ ਕੱਢ ਕੇ ਲਿਆਉਣਗੇ ਸਾਡੀ ਹਿਸਟਰੀ ਤੇ ਕੀ ਕੀ ਹੋਇਆ। ਹੁਣ ਇਹ ਆਖਰੀ ਦਿਨਾਂ ਦੇ ਵਿੱਚ ਕਹਾਣੀ ਚੱਲ ਰਹੀ ਹੈ, ਕੱਲ ਨੂੰ ਲਾਸਟ ਦਿਨ ਹੈ ਇਸ ਦਾ ਆਪਣਾ ਜਿਹੜਾ ਐਡਵਾਂਸ ਵੋਟਿੰਗ ਦਾ। ਉਸ ਤੇ ਵਿੱਚ ਕਿੰਨੀਆਂ ਕੁ ਵੋਟਾਂ ਪੈ ਗਈਆਂ? 7 ਲੱਖ ਦੇ ਕਰੀਬ ਤਾਂ ਜਿਹੜੀ ਮੇਲ ਇਨ ਬੈਲਟ ਹੋ ਗਏ। ਇਹਦੇ ਚ ਜੇ 4-5 ਲੱਖ ਪੈ ਗਿਆ ਤਾਂ 12 ਲੱਖ ਹੋ ਗਿਆ, 35-36 ਲੱਖ ਟੋਟਲ ਨੇ। 60% ਪੈਣੀ ਹੈ 2 ਮਿਲੀਅਨ ਚੋਂ 11 ਲੱਖ ਜੇ ਪਹਿਲਾਂ ਹੀ ਹੋ ਗਈ ਤਾਂ 9 ਲੱਖ ਰਹਿ ਗਈ ਆਖਰੀ ਦਿਨ। ਉਹ ਜਿਹੜੀ ਕਿਸਮਤ ਹੈ ਬਕਸਿਆਂ ਦੇ ਵਿੱਚ ਬੰਦ ਪਹਿਲਾਂ ਹੀ ਹੋ ਜਾਣੀ। ਰਾਜਨੀਤੀ ਦੇ ਵਿੱਚ ਮੈਂ ਜਿਹੜੀ ਗੱਲ ਕਹਿੰਦਾ ਕਿ ਪਾਰਟੀਆਂ ਦੀ ਸਾਰਿਆਂ ਦੀ ਸੁਣੋ, ਪਰ ਆਪਣੇ ਦਿਮਾਗ ਦੇ ਨਾਲ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕਰੋ, ਤੇ ਇਹ ਸੋਚ ਕੇ ਬੇ ਅਕਾਊਂਟੇਬਿਲਟੀ ਐਕਸੈਸਿਬਿਲਟੀ ਤੁਹਾਡੇ ਲੋਕਲ MLA ਨੂੰ ਜਿਹੜੀ ਤੁਹਾਡੀ ਕੰਸਟੀਚੁਐਂਸੀ ਦੇ ਵਿੱਚ ਹੈ ਉਹ ਰਹੂਗੀ ਜਾਂ ਨਹੀਂ, ਇਹ ਖਾਸ ਖਿਆਲ ਰੱਖਣ ਦੀ ਲੋੜ। ਬਾਕੀ ਠੀਕ ਹੈ ਕਿਸੇ ਕਮਿਊਨਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ, ਪਰ ਉਹ ਕੋਈ ਤੁਹਾਡੀਆਂ ਮੈਰਿਟਸ ਨਹੀਂ ਹੈ। ਜੇ ਕੋਈ ਤੁਸੀਂ ਕਹਿੰਦੇ ਹੋ ਵੀ ਮੈਂ ਇੰਨਾ ਸਮਾਂ ਕਿਤੇ ਰਿਹਾ, ਮੈਂ ਇੰਨਾ ਰਿਹਾ, ਇਹ ਬਹੁਤ ਓਲਡ ਸਕੂਲ ਥਾਟਸ ਨੇ, ਪੁਰਾਣੇ ਸਮੇਂ 'ਚ ਗੱਲਾਂ ਹੁੰਦੀਆਂ ਸੀ, ਇਹ ਨਹੀਂ ਹੈ। ਲੋਕਲ ਦੂਜੀ ਏਰੀਆ 'ਚ ਰਹਿੰਦੇ ਨੇ, ਇੱਕ ਕੰਸਟੀਚੁਐਂਸੀ ਨੂੰ ਸਰਵ ਕਰਦੇ ਨੇ, ਇਹ ਕੋਈ ਮਾਪਦੰਡ ਨਹੀਂ ਹੈ ਵੀ ਤੁਸੀਂ ਵਿੱਚ ਉਹਦੇ ਕੰਸਟੀਚੁਐਂਸੀ ਰਹਿੰਦਾ ਕੰਸਟੀਚੁਐਂਸੀ ਦੇ ਵਿੱਚ ਕੋਈ ਉਮੀਦਵਾਰ ਹੋਵੇ ਕਿ ਉਹ ਸਾਰੀ ਕੰਸਟੀਚੁਐਂਸੀ ਦੇ ਵਿੱਚ ਲੋਕਾਂ ਨੂੰ ਮਿਲਦਾ ਫਿਰਦਾ। ਨੋ, ਇਹ ਵੋਟਾਂ ਤੋਂ ਬਾਅਦ ਦੀਆਂ ਗੱਲਾਂ ਜਿਹੜੀਆਂ ਹੋਰ ਹੋ ਜਾਂਦੀਆਂ ਨੇ, ਹੁਣ ਦੀਆਂ ਗੱਲਾਂ ਹੋਰ ਨੇ। ਕੰਮ ਜਿਹੜਾ ਹਲਕੇ ਦਾ ਹੋਣਾ ਚਾਹੀਦਾ, ਗੱਲ ਇੱਥੇ ਖੜਨੀ ਚਾਹੀਦੀ। ਤੇ ਦੂਜਾ ਫੈਡਰਲ ਦੀ ਮੈਂ ਗੱਲ ਕਰਨੀ ਹੈ, ਬ੍ਰੇਕ ਤੋਂ ਬਾਅਦ ਕਰਦਾ, ਪਰ ਇੱਕ ਦੱਸਾਂ ਕਿ ਨਿਊਟਨ ਦੇ ਵਿੱਚ ਜਿਹੜੀ ਕੱਲ ਮੈਂ ਆਪਾਂ ਨੇ ਗੱਲ ਦੱਸੀ ਸੀ ਕਿ ਕੌਂਸਲਰ ਨਾਗਰਾ ਤੇ ਕੌਂਸਲਰ ਐਲਫਰਡ ਨੇ ਜਿਹੜੀ ਅਗਵਾਈ ਮੇਅਰ ਡਗ ਮਕੱਲਮ ਦੀ, ਉਹਦੇ ਥੱਲੇ ਜ਼ਮੀਨ 7.5 ਏਕੜ ਰਾਖਵੀਂ ਕਰਾ ਲਈ ਹੈ, ਜਿਹਦੇ ਵਿੱਚ ਕੀ ਬਣੇਗਾ ਲੋਕ ਕੰਸਲਟ ਕਰਨ, ਤੇ ਅਗਲੇ 2.5 ਸਾਲਾਂ ਦੇ ਵਿੱਚ ਇਹ ਰੈਕ ਸੈਂਟਰ ਜਾਂ ਜਿਹੜਾ ਵੀ ਕੁਝ ਬਣਨਾ ਉਹ ਬਣ ਕੇ ਤਿਆਰ ਹੋਵੇ, ਜਿਹੜਾ ਘੱਟੋ ਘੱਟ 2021 ਦੇ ਲਾਸਟ ਮੰਥ ਤੱਕ ਜਾਂ 2022 ਦੇ ਅੱਧ ਤੱਕ, ਅਗਲੇ 1.5 ਸਾਲਾਂ 'ਚ ਇਹ ਚੀਜ਼ ਰੈਡੀ ਹੋਵੇ। ਸਾਡੇ ਜਵਾਕਾਂ ਲਈ ਬਹੁਤ ਲੋੜ ਆ ਨਿਊਟਨ 'ਚ। ਉਹ ਇਹਦੇ ਲਈ ਵਧਾਈ ਦੇ ਹੱਕਦਾਰ ਨੇ ਕੌਂਸਲਰ ਨਾਗਰਾ ਤੇ ਕੌਂਸਲਰ ਐਲਫਰਡ, ਜਿਨ੍ਹਾਂ ਨੇ ਮਿਹਨਤ ਕੀਤੀ ਆ ਤੇ ਕਮਿਊਨਿਟੀ ਨਾਲ। ਹੁਣ ਜਦ ਇਹ ਤੁਹਾਨੂੰ ਪੁੱਛਣ ਦਾ ਸਮਾਂ ਉਹ ਸਾਰਿਆਂ ਨੂੰ ਬੇਨਤੀ ਜਾਂ ਸੈਸ਼ਨ ਹੁਣ ਸਾਰੇ ਦੇ ਸਾਰੇ ਜਾਇਓ ਉੱਥੇ, ਬਾਅਦ ਚ ਆ ਨਹੀਂ ਹੋਇਆ ਉਹ ਨਹੀਂ ਹੋਇਆ, ਇਹ ਗੱਲਾਂ ਤੇ ਨਹੀਂ ਆਪਾਂ ਕਰਨੀਆਂ, ਉਸ ਸਮੇਂ ਜਾਣ ਦੀ ਜ਼ਰੂਰਤ। ਵਪਾਰਕ ਸੰਦੇਸ਼ਾਂ ਤੋਂ ਬਾਅਦ
ਕਿ ਫੈਡਰਲ ਇਲੈਕਸ਼ਨ ਨੇੜੇ ਆ ਰਹੀ ਹੈ, ਇਹਦੇ ਤੇ ਗੱਲ ਕਰ। ਜਿਹੜੀਆਂ ਖਬਰਾਂ ਨੇ ਕੰਜ਼ਰਵੇਟਿਵ ਦੇ ਲੀਡਰ ਐਲਨ ਓਟੂਲ ਨੇ ਅੱਜ ਗੱਲਬਾਤ ਕੀਤੀ ਹੈ ਕਿ ਐਂਟੀ ਕਰਪਸ਼ਨ ਕਮੇਟੀ ਜਿਹੜੀ ਬਣਾਉਣ ਦੀ ਗੱਲ ਉਹਨਾਂ ਨੇ ਕਹੀ ਤਾਂ ਲਿਬਰਲਸ ਨੇ ਉਸ ਤੇ ਕਹਿ ਦਿੱਤਾ ਕਿ ਨੋ, ਇਹ ਨਹੀਂ ਹੋਣੀ। ਹੁਣ ਇਹਦੇ ਤੇ ਕੰਫੀਡੈਂਸ ਦੀ ਗੱਲ ਆਉਂਦੀ ਹੈ ਜਾਂ ਕਿਉਂਕਿ ਇਕੱਲੇ ਕੰਜ਼ਰਵੇਟਿਵ ਤੋਂ ਜਿਹੜੀ ਸਰਕਾਰ ਸਿੱਟ ਨਹੀਂ ਹੋਣੀ, ਜੇ ਦੂਜੇ ਜਿਹੜੇ ਨੇ ਨਾਲ ਬਲੌਕ ਤੇ ਐਨਡੀਪੀ ਉਹਨਾਂ ਦੇ ਨਾਲ ਖੜੇ ਨੇ ਤਾਂ ਗੱਲ ਨਹੀਂ ਹੋਣੀ। ਐਲਨ ਓਟੂਲ ਨਵੇਂ ਬਣੇ ਨੇ ਤੇ ਹੁਣ ਉਹ ਕੋਸ਼ਿਸ਼ ਜਿਹੜੀ ਕਰਨੀ ਚਾਹੁੰਦੇ ਨੇ। ਅਸਲ ਪੀਟਰ ਮਕੇ ਦੀ ਗੱਲ ਬਹੁਤ ਜ਼ਿਆਦਾ ਚੱਲੀ ਹੋਈ ਸੀ। ਐਲਨ ਓਟੂਲ ਹੋਣੀ ਕਿਉਂਕਿ ਉਹਨਾਂ ਨੂੰ ਜਿਸਨ ਕੈਨੀ ਤੇ ਹਾਰਪਰ ਦਾ ਥਾਪੜਾ, ਸਿੱਖ ਕਮਿਊਨਿਟੀ ਨੂੰ ਇਸ ਗੱਲ ਦਾ ਬੜਾ, ਇਸ ਗੱਲ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਜਿਸਨ ਕੈਨੀ ਨੇ ਸਾਡਾ ਫੈਮਿਲੀ ਜਿਹੜੀ ਗ੍ਰੈਂਡ ਪੇਰੈਂਟਸ ਰੀਯੂਨੀਫਿਕੇਸ਼ਨ ਤੇ ਪੇਰੈਂਟਸ ਰੀਯੂਨੀਫਿਕੇਸ਼ਨ ਦਾ ਜਿਹੜਾ ਉਹ ਸਤਿਆਨਾਸ਼ ਕੀਤਾ ਤੇ ਮਾਪੇ ਰੁੱਦੇ ਫਿਰਦੇ ਆ। 6 ਸਾਲ ਹੋ ਗਏ, 7 ਸਾਲ ਹੋ ਗਏ। ਲਿਬਰਲਸ ਨੇ ਆ ਕੇ ਚਲੋ ਜੀ ਆ ਕੇ ਦੇ ਦਿੰਦੇ ਆ ਤੁਹਾਨੂੰ, ਲੋਟਰੀ ਸਿਸਟਮ ਕਰ ਦਿੰਦੇ, 10,000 ਕਰ ਦਿਓ, 15,000 ਕਰ ਦਿਓ, 20,000 ਕਰ ਦਿਓ, ਪਰ ਤੁਹਾਡਾ ਨਾਂ ਆ ਗਿਆ ਫਿਰ ਅਸੀਂ ਲੋਟਰੀ ਸਿਸਟਮ 'ਚ ਕੱਢਾਂਗੇ, ਦੇਈ ਚਲੋ ਟੈਕਸ 30-30, 40-40 ਹਜ਼ਾਰ, ਦੇਖਾਂਗੇ ਜਦ ਮਰਜ਼ੀ ਆਓ। ਮਾਪੇ ਤੁਹਾਡੇ ਆ ਗਏ, ਤੁਸੀਂ ਉਹਨਾਂ ਦਾ ਮੈਡੀਕਲ ਦੇਈ ਚਲੋ ਤੇ ਰਹੀ ਚਲੋ, ਨਾ ਕੋਈ ਉਹਨਾਂ ਦੀ ਇਮੀਗ੍ਰੇਸ਼ਨ, ਨਾ PR, ਨਾ ਇਮੀਗ੍ਰੇਸ਼ਨ, ਨਾ ਸਿਟੀਜ਼ਨ, ਨਾ ਵੋਟਾਂ ਚਾਉਣ, ਨਾ ਕਦੇ ਓਲਡ ਏਜ ਪੈਨਸ਼ਨ ਹੋ। ਐਲਨ ਓਟੂਲ ਜਿਹੜਾ ਉਹ ਜੇਸਨ ਕੈਨੀ ਦੇ ਨੇੜੇ ਆ। ਪੀਟਰ ਮਕੇ ਦੀ ਚੜ੍ਹਤ ਬਰਕਰਾਰ ਸੀ। ਪੀਟਰ ਮਕੇ ਉਹਨਾਂ ਨੇ ਸਰੀ ਦਾ ਜਦ ਰਾਉਂਡ ਲਾਇਆ ਤਾਂ ਸਰੀ ਦੇ ਵਿੱਚ ਉਹ ਜਿਹੜੇ ਪਾਰਟੀ ਦੇ ਨਾਲ ਕੰਮ ਕਰਨ ਵਾਲੇ ਬੰਦਿਆਂ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਵਿਚਰੇ। ਇੱਕ ਨਾ ਕਮਿਊਨਿਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਭੁਲੇਖਾ ਹੈ ਜਿਹੜਾ ਇਹ ਨੌਨ ਪੰਜਾਬੀ ਜਿਹੜੇ ਇਹ ਪੋਲੀਟੀਸ਼ੀਅਨਸ ਨੇ ਨਾ, ਇਹਨਾਂ ਨੂੰ ਇੱਕ ਸੁਨੇਹਾ ਮਿਲਿਆ ਹੋਇਆ ਕਿ ਆਹ ਬੰਦਾ ਪਤਾ ਨਹੀਂ ਕੌਣ ਪਾਸ ਆਊਟ ਕਰਦਾ। ਜਿਵੇਂ ਪੰਜਾਬ ਦੇ ਥਾਣਿਆਂ ਦੇ ਵਿੱਚ ਨਾ 400 BCਆਂ ਦੀ ਲਿਸਟ ਜਿਹੜੀ ਗਾਂਹ ਤੋਂ ਗਾਂਹ ਥਾਣਾ ਦੇ ਜਾਂਦਾ 10 ਨੰਬਰੀਆਂ ਦੀ, ਇਸ ਤਰ੍ਹਾਂ ਹੀ ਇਹ ਪਾਰਟੀਆਂ 'ਚ ਵੀ ਗੱਲ ਆਵੇ ਫਲਾਣਾ ਜਿਹੜਾ ਬੰਦਾ ਉਹ ਕਿੰਗ ਮੇਕਰ, ਉਹਨੂੰ ਪੁੱਛੋ, ਉਹ ਟਿਕਟਾਂ ਵੰਡੂ, ਉਹ ਟਿਕਟਾਂ ਦਊ। ਇਹ ਪਤਾ ਨਹੀਂ ਕਿਹਨੇ ਗਲਤ ਫਹਿਮੀ ਹੈ ਪਿਛਲੇ 20 ਵਰ੍ਹਿਆਂ ਤੋਂ। ਜਿਵੇਂ ਲਿਬਰਲ ਪਾਰਟੀ ਦੇ ਵਿੱਚ ਜੇ ਸਿੱਖਾਂ ਦੀ ਕੋਈ ਗੱਲਬਾਤ ਹੈ ਉਹ ਤਾਂ ਸਾਰਿਆਂ ਨੂੰ ਪਤਾ, WSO ਤੱਕ ਬਹੁਤ ਨੇੜੇ ਨੇ ਉੱਪਰਲੇ ਬੰਦੇ ਪਹਿਲਾਂ ਤੋਂ ਕ੍ਰੈਚਾਂ ਤੋਂ 84 ਤੋਂ ਬਾਅਦ ਅਸੀਂ ਜੀ ਗੱਲ ਤੇ ਪਾਰਲੀਮੈਂਟ ਆਫਿਸ ਦੇ ਵਿੱਚ ਦਫ਼ਤਰ, ਆਪਣੇ ਪਾਰਲੀਮੈਂਟ ਬਿਲਡਿੰਗ 'ਚ ਦਫ਼ਤਰ, ਤੇ ਹੌਲੀ ਹੌਲੀ ਤੇ ਹੁਣ ਜਿਹੜੇ ਕੈਂਡੀਡੇਟ ਨੇ ਉਹਨੂੰ ਵੀ ਦੇਖੋ ਕਿਸੇ ਨਾ ਕਿਸੇ ਡਾਇਰੈਕਟ ਔਰ ਰੀਡਾਇਰੈਕਟ ਤਰੀਕੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਉਹ ਕੈਂਡੀਡੇਟ ਜੁੜੇ ਹੋਏ ਆ। ਇਸ ਤਰ੍ਹਾਂ ਹੀ ਕੰਜ਼ਰਵੇਟਿਵ ਦੇ ਵਿੱਚ NDP ਦੇ ਦਾ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਜਿਹੜਾ ਇੱਥੇ ਲੱਗੇ ਵੀ ਇਹ ਕਿੰਗ ਮੇਕਰ ਆ ਇੱਥੇ, ਕਿਉਂਕਿ ਇਹਨਾਂ ਦਾ ਸਿਸਟਮ ਇੱਕ ਅਲੱਗ ਹੈ। ਕੰਜ਼ਰਵੇਟਿਵ ਦਾ ਦੋ ਧੜੇ ਪੀਟਰ ਮਕੇ ਦੀ ਮਰਜ਼ੀ ਤੋਂ ਬਾਅਦ ਜਾਂ ਪੀਟਰ ਮਕੇ ਤੋਂ ਬਾਅਦ ਹੁਣ ਗੱਲਾਂ ਐਲਨ ਓਟੂਲ ਦੀਆਂ। ਇਹ ਪ੍ਰੋਬਲਮ ਕੀ ਹੈ ਨਾ, ਕਈ ਵਾਰ ਬੰਦੇ ਐਡੇ ਸ਼ਰਾਰਤੀ, ਅੱਗੇ ਵੀ ਤੁਹਾਨੂੰ ਇੱਕ ਵਾਰ ਮੈਂ ਦੱਸਿਆ ਸੀ ਕਿ ਕ੍ਰਿਸਟੀ ਕਲਾਰਕ ਦੇ ਵੇਲੇ ਨਾ ਲੀਡਰਸ਼ਿਪ ਰੇਸ ਦੇ ਵੇਲੇ ਇੱਕ ਗਰੁੱਪ ਸਰੀ ਦੇ ਵਿੱਚ ਕ੍ਰਿਸਟੀ ਕਲਾਰਕ ਦੇ ਕੋਲ ਬੈਠਾ। ਕ੍ਰਿਸਟੀ ਕਲਾਰਕ ਨੂੰ ਕਹਿੰਦੇ ਵੀ ਦੂਜੀ ਤੈਨੂੰ ਵੋਟ ਪਾ ਦਿਆਂਗੇ, ਪਹਿਲੀ ਤਾਂ ਅਸੀਂ ਦੇਖ ਲਾ ਵੀ ਹੁਣ ਮਾਈਕ ਡਿਓਂਗ ਨੂੰ ਅਸੀਂ ਮਿਲਾਤਾ ਉੱਥੇ ਲੋਕਾਂ ਨੂੰ ਤੇ ਉਹਦੀਆਂ ਬਾਹਾਂ ਫੜ ਕੇ ਅਸੀਂ ਖੜੀਆਂ ਕਰਤੀਆਂ ਇੱਕ ਬੈਂਕਟ ਹਾਲ 'ਚ। ਉਹ ਕਹਿੰਦੇ ਦੂਜੀ ਦਾ ਤੁਸੀਂ ਮਾਈਕਲ ਲੀ ਨੂੰ ਕਿਹਾ ਹੋਇਆ, ਉਹ ਕਹਿੰਦੇ ਆ ਫਿਰ ਤੈਨੂੰ ਪਹਿਲੀ ਉਹ ਪਾ ਦਾਂਗੇ। ਕ੍ਰਿਸਟੀ ਕਲਾਰਕ ਕਹਿੰਦੀ ਬੱਲੇ 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 ਵੀ ਸਿਰੇ ਲੱਗੀ ਪਈ ਆ ਤੁਹਾਡੇ ਐਥਿਕਸ ਦੀ ਤੇ ਤੁਹਾਡੇ ਜਵਾਨ ਦੀ ਗੱਲ ਤੇ। ਉਹ ਤੁਸੀਂ ਕਿਸੇ ਨੂੰ ਸੱਦ ਕੇ ਬੈਂਕਟ ਹਾਲਾਂ ਦੇ ਵਿੱਚ ਇੰਟਰੋਡਿਊਸ ਕਰਾਉਂਦੇ ਹੋ, ਹੁਣ ਤੁਸੀਂ ਕਹਿੰਦੇ ਹੋ ਮੈਨੂੰ ਦੂਜੀ ਪਾ ਦੇਣਗੇ, ਦੂਜੀ ਮਾਈਕਲ ਲੀ ਨੂੰ ਕਹੀ ਬੈਠੋ, ਤੀਜੀ ਹੁਣ ਮੈਨੂੰ ਜਾਂ ਤਾਂ ਪੈ ਸਕਦੇ, ਹੁਣ ਤੁਸੀਂ ਕਹਿੰਦੇ ਨਹੀਂ ਪਹਿਲੀ ਉਹ ਪਾ ਦਾਂਗੇ। ਮੈਕ ਡਿਓਂਗ ਨੂੰ ਚਵਾਰੇ ਤੋਂ ਫਿਰ ਲੱਭੀ ਨਾ ਵੇ ਪੌੜੀ ਕਿੱਧਰ ਨੂੰ ਉਤਰਨੀ ਆ, ਕਿਉਂਕਿ ਧੱਕੇ ਜਾਂ ਚੜ ਜਾਂਦਾ ਬੰਦਾ ਨਾ ਫਿਰ ਉਹਨੂੰ ਪਤਾ ਲੱਗਦਾ। ਇਹੀ ਗੱਲ ਹੁਣ ਜਿਹੜੀ ਕੰਜ਼ਰਵੇਟਿਵ ਦੀ ਹਲੇ ਪਿੰਡ ਬੰਨਿਆ ਨਹੀਂ ਮੰਗਤੇ, ਪਹਿਲਾਂ ਨਹੀਂ ਐਲਨ ਓਟੂਲ ਨੇ ਹਲੇ ਲੱਤ ਨਹੀਂ ਲਾਈ, ਹੁਣ ਉਹ ਸੀਟਾਂ ਵੰਡਣ ਲੱਗ ਗਏ। ਐਲਨ ਓਟੂਲ ਦੀ 2018 ਦੀ ਜਿਹੜੀ ਨਾ
ਐਂਟੀ ਸਿੱਖ ਇੱਕ ਮਤਾ ਲਿਆਉਣ ਲੱਗਿਆ ਸੀ, ਜਦ ਉਹ ਰੌਲਾ ਪੈਣ ਤੇ ਦੱਬ ਤਾਂ ਗਿਆ, ਪਰ ਉਹ ਕਹਿੰਦਾ ਪੇਪਰ ਤੇ ਆ, ਮੇਰੇ ਕੋਲ ਆ, ਮੈਂ ਇਹ ਲੈ ਕੇ ਆਉਣਾ। ਕਹਿੰਦਾ ਐਰੋਨ ਟੂਲ ਨੇ ਕਿਹਾ ਸੀ ਜਿਹਦੇ ਚ ਟੈਰਰਿਸਟ ਸ਼ਬਦ ਦੀ ਸਿੱਖਾਂ ਦੀ ਗੱਲ, ਕਹਿੰਦਾ ਵੀ ਹੈਵਨਟ ਪੁਲਡ ਇਟ, ਵੀ ਆਰ ਲੁਕਿੰਗ ਐਟ ਦ ਰਾਈਟ ਟਾਈਮ ਟੂ ਡੂ ਇਟ। ਹੁਣ ਬਣਦੀ ਸਾਰ ਉਸਨੇ ਬਿੱਲ 21 ਤੇ ਜਿਹੜੀ ਗੱਲ ਉਹਨੇ ਗੱਲ ਕੀਤੀ ਕਿ ਮੈਂ ਬਿੱਲ 21 ਜਿਹੜਾ ਤੁਹਾਨੂੰ ਪਤਾ ਹੀ ਹੈ ਆਪਣੇ ਕੁਬੈਕ ਦੇ ਵਿੱਚ ਮਿਨੋਰਟੀਜ਼ ਦੇ ਖਿਲਾਫ ਆ, ਉਹ ਹੁਣ ਸੀਟਾਂ ਦੀ ਕਹਾਣੀ ਹੋ ਰਹੀ ਹੈ। ਕੀਤੀ ਕੀ ਸ਼ਰਾਰਤ ਕੀ ਕਰਦੇ ਨੇ ਬੰਦੇ ਵੀ ਆਪ ਮੰਨ ਲਓ ਵੀ ਖੜ ਲਓ, ਆਪ ਸੱਦ ਲਓ ਘਰੇ ਪੀਟਰ ਮਕੇ ਨੂੰ, ਆਪਣਾ ਕੋਈ ਖਾਸ ਬੰਦਾ ਜਿਹੜਾ ਕੋਈ ਮੈਨੇਜਰ ਟਾਈਪ ਉਹ ਐਰੋਨ ਟੂਲ ਨਾਲ ਲਾ। ਹੁਣ ਐਰੋਨ ਟੂਲ ਦੇ ਰਾਹੀਂ ਅਸੀਂ ਸੀਟਾਂ ਵੰਡਾਂਗੇ। ਗੱਲ ਇਹ ਚੱਲੀ ਆ, ਲਓ ਜੀ ਇੱਕ ਪੁਰਾਣੇ ਐਮਐਲਏ ਨੂੰ, ਸਾਬਕਾ ਐਮਐਲਏ ਨੂੰ ਬਣਾ ਦਿਓ, ਦੇ ਦਿਓ ਸੀਟ ਫਰੀਦਕੋਟ ਦੇ ਵਿੱਚੋਂ, ਜਿਹਦੇ ਤੇ ਸਿੱਖਾਂ ਦੇ ਖਿਲਾਫ ਸਦਾ ਖੰਡ ਦੇ ਦੋਸ਼ ਲੱਗਦੇ ਨੇ। ਉਹ ਸਿੱਖਾਂ ਦੇ ਖਿਲਾਫ ਗੱਲ ਕਰਦਾ ਵੀ ਪਹਿਲਾਂ ਚਲੋ ਦੋ ਤਿੰਨ ਵਾਰ ਟਰਮਾਂ ਹੱਥ ਤੇ ਹੱਥ ਰੱਖ ਕੇ ਗੋਲਡਨ ਕੈਂਪਲ ਦੇ ਚੇਲੇ ਬਣ ਕੇ ਬੈਠੇ ਰਹੇ। ਹੁਣ ਲਿਬਰਲ ਤੋਂ ਸਿੱਧੀ ਚੱਲ ਕੰਸਰਵੇਟਿਵ। ਹੁਣ ਮੈਨੂੰ ਐਮਪੀ ਦੀ ਸੀਟ ਦੇ ਦਿਓ, ਮੇਰੇ ਨਾਲ ਕਾਫੀ ਪੀ ਲਓ, ਮੇਰੇ ਨਾਲ ਚਾਹ ਪੀ ਲਓ। ਤੇ ਜਿਹੜੇ ਕਿੰਗ ਮੇਕਰ ਨੇ ਸਰੀ ਦੇ, ਇਹਨਾਂ ਨੂੰ ਪਤਾ ਹੋਣਾ ਜਿਹੜਾ ਵੀ ਪਹਿਲਾਂ ਤੁਸੀਂ ਆਪਣੇ ਆਪ ਵੇਖੋ ਵੀ ਤੁਹਾਡੇ ਕੋਲ ਕੋਈ ਕੁਆਲਿਟੀ ਹੈ, ਤੁਸੀਂ ਕੋਈ ਗੱਲ, ਜਿਹੜੇ ਮੈਨੇਜਰਾਂ ਨੂੰ ਤੁਸੀਂ ਲਈ ਫਿਰਦੇ ਹੋ, ਜਿਹੜੇ ਮੈਨੇਜਰਾਂ ਨਾਲ ਉਹ ਜਿਹਦੇ ਵੀ ਕੈਂਪੇਨ ਮੈਨੇਜਰ ਬਣੇ, ਉਹ ਸਾਰੇ ਫੇਲ, ਚਾਹੇ ਉਹ ਲਿਬਰਲ ਦੀ ਲੀਡਰਸ਼ਿਪ ਰੇਸ ਪਹਿਲੀ ਫਿਰ ਦੂਜੀ, ਮਤਲਬ ਖਤਮ ਕਹਾਣੀ। ਇਹ ਜਿਹੜੀ ਇਹਦਾ ਸੁਨੇਹਾ ਕੀ ਹੈ, ਬਾਹਰ ਜਾਂਦਾ ਕੀ ਹੈ ਸੁਨੇਹਾ ਇਹਦਾ? ਇਹ ਜਾਂਦਾ ਬਈ ਉਹ ਸਾਡੇ ਲਈ ਵੀ ਸੋਚਦੇ ਹੋਣਗੇ ਬਈ ਯਾਰ ਕੋਈ ਬੰਦਾ ਹੋਵੇ, ਕੋਈ ਗੱਲ ਕਰਨ ਜੋਗਾ ਹੋਵੇ, ਕੋਈ ਬੈਕਗ੍ਰਾਉਂਡ ਹੋਵੇ, ਬਸ $5 ਮਿਲੀਅਨ ਮੇਰੇ ਕੋਲ ਆ ਗਿਆ, ਮੈਂ ਹੁਣ ਥਿੰਕ ਟੈਂਕਾਂ ਤੇ ਮੈਂ ਹੁਣ ਕਿੰਗ ਮੇਕਰ। ਔਰ ਇੱਕ ਹੋਰ ਬਹੁਤ ਵੱਡੀ 2-3 ਬੰਦਿਆਂ ਨੇ ਰਲ ਕੇ ਨਾ ਆਪਣੀ ਕਮਿਊਨਿਟੀ ਦੇ ਨਹੀਂ, ਉਹਨਾਂ ਨੇ ਨਾ ਕੰਸਲਟਿੰਗ ਕੰਪਨੀਆਂ ਜਿਹੀਆਂ ਸੈੱਟ ਕੀਤੀਆਂ ਹੋਈਆਂ ਇੱਕ ਦੂਜੇ ਦੇ ਨਾਲ ਰਲ ਕੇ। ਉਹ ਆਉਂਦੇ ਜਾਂਦੇ ਸਾਡੀ ਕਮਿਊਨਿਟੀ ਚ ਨੇ ਤੇ ਸਿਟੀ ਆਫ ਸਰੀ ਚ ਵੀ ਕੰਟਰੈਕਟ ਜੈਕ ਲਈ ਫਿਰਦੇ ਨੇ, ਇੱਧਰ ਉੱਧਰ ਜਗਾੜ ਬੰਨੀ ਫਿਰਦੇ ਨੇ। ਮੈਨੂੰ ਪਿਛਲੇ ਦਿਨ ਹੀ ਕੁਝ ਪਤਾ ਲੱਗਿਆ, ਮੈਂ ਕਿਹਾ ਇਹ ਕਹਾਣੀ ਕੀ ਹੈ? ਘੰਟਿਆਂ ਦੇ ਉੱਪਰ ਬਿੱਲ ਤੇ ਉਹਦੇ ਬਾਅਦ ਅਵਾਰਡ ਕੋਈ ਵੱਡਾ ਜਿਹੜਾ ਕੰਟਰੈਕਟ ਹੋ ਸਕਦਾ, ਇਹ ਜੀ ਸਾਡੇ ਕਮਿਊਨੀਕੇਸ਼ਨ ਕਰਨਗੇ, ਸਾਡਾ ਇਹ ਸਟ੍ਰੈਟਜੀ ਨੂੰ ਬਾਹਰ ਲੈ ਕੇ ਜਾਣਗੇ। ਬਹੁਤ ਕੁਛ ਹੈ ਲੋਕੋ ਜਿਹੜੇ ਨਾ ਇਹ ਕੰਸਲਟਿੰਗ ਫਰਮਾਂ ਜੀਆਂ ਨੇ, ਇਹ ਕੋਈ ਨਹੀਂ ਬੰਦੇ, ਇਹ ਪੋਲੀਟੀਕਲ ਅਲਾਈਨਡ ਬੰਦੇ ਨੇ, ਜਿਨ੍ਹਾਂ ਨੂੰ ਪਾਰਟੀਆਂ ਜਦ ਐਸਟੈਬਲਿਸ਼ ਹੋ ਜਾਂਦੀਆਂ ਨੇ ਉਹਨਾਂ ਨੂੰ ਕੰਟਰੈਕਟ ਦੇ ਦਿੰਦੀਆਂ ਨੇ। ਫਿਰ ਲਓ ਜੀ 1.5 ਮਿਲੀਅਨ ਦਾ, ਲਓ ਜੀ 2 ਮਿਲੀਅਨ ਦਾ, ਸਾਨੂੰ ਤੁਸੀਂ ਡਿਜ਼ਾਈਨ ਕਰੋ, ਸਾਡੇ ਗ੍ਰਾਫਿਕ ਡਿਜ਼ਾਈਨ ਕਰੋ, ਤੁਸੀਂ ਆਹ ਕਰੋ, ਤੁਸੀਂ ਉਹ ਕਰੋ। ਇਹ ਜਿਹੜਾ ਨਾ ਇੱਕ ਸਾਡਾ ਮਤਲਬ ਇਹ ਚ ਦਿਵਾਲੀਆ ਪਾਣਾ ਕਮਿਊਨਿਟੀ ਦਾ, ਜਾਂ ਥੋੜਾ ਸੁਨੇਹਾ ਇਹ ਜਾਣ ਲੱਗ ਜਵੇ ਅੱਛਾ ਵੀ ਆਹ ਰਿਪਰੈਜ਼ੈਂਟੇਟਿਵ ਨੇ ਕਮਿਊਨਿਟੀ ਦੇ, ਇਹ ਟਿਕਟਾਂ ਵੰਡਣਗੇ। ਫਿਰ ਹੁਣ ਕਮਿਊਨਿਟੀ ਦੀ ਤਰਜ਼, ਪਹਿਲੀ ਤਾਂ ਗੱਲ ਜਿਹੜਾ ਐਰੋਨ ਟੂਲ ਦਾ ਜਿੱਤਣਾ, ਉਹਦੇ ਬਾਅਦ ਮੈਂ ਬਾਅਦ ਚ ਵੀ ਕਿਹਾ ਸੀ ਐਰੋਨ ਟੂਲ ਜਿੱਤਣ ਤੋਂ ਬਾਅਦ ਵੀ ਹੁਣ ਪੀਟਰ ਮਕੇ ਵਾਲੇ ਨੇ ਜਿਹੜੇ ਕੈਮਰੇ, ਹੁਣ ਬਸਤਾ ਲੈ ਕੇ ਐਰੋਨ ਟੂਲ ਦੀ ਬੱਸ ਚ ਨਾ ਭੱਜ ਕੇ ਖੜੇ ਹੋ। ਜੇ ਤੁਸੀਂ ਪਾਰਟੀ ਦੇ ਗੁੱਡ ਸਟੈਂਡਿੰਗ ਮੈਂਬਰ ਆ, ਪਾਰਟੀ ਲਈ ਤੁਸੀਂ ਕੰਮ ਕੀਤਾ, ਪਾਰਟੀ ਨੇ ਆਪੇ ਤੁਹਾਨੂੰ ਆ ਕੇ ਰੀਚ ਕਰਨਾ ਬਈ ਆ ਲਓ ਜੀ ਆਹ ਤੁਸੀਂ ਮੈਂਬਰ ਬਣਾਏ ਨੇ, ਦੱਸੋ ਤੁਹਾਡੀ ਕੀ ਸੇ ਹੈ। ਹਾਂ, ਜੇ ਡਬਲ ਕੀਤੀ ਹੋਈ ਹੈ ਗੱਲ ਬਈ ਇੱਕ ਬੰਨੇ ਆਪਣਾ ਕੋਈ ਭਾੜੇ ਦਾ ਮੈਨੇਜਰ ਲਾਤਾ, ਇੱਕ ਬੰਨੇ ਆਪ ਖੜ ਗਏ ਤੇ ਹੁਣ ਜਿਹੜਾ ਜਿੱਤ ਗਿਆ ਤੇ ਆਪਾਂ ਅੱਗੇ ਹੋ ਗਏ, ਇਹ ਗੱਲਾਂ ਜਿਹੜੀ ਆ ਇਹ ਨਾਲੇ ਬੰਦੇ ਦੀ ਕਮਿਊਨਿਟੀ ਦੇ ਵਿੱਚ ਕੋਈ ਕਿਸੇ ਦੇ ਕਹੇ ਤੇ ਇੱਥੇ ਵੋਟਾਂ ਨਹੀਂ ਪਾਉ, ਨਾ ਹੀ ਕਿਸੇ ਦੇ ਕਹੇ ਤੇ ਪਾਰਟੀਆਂ ਨੂੰ ਸੀਟਾਂ ਦੇਣੇ ਚਾਹੀਦੀਆਂ ਨੇ ਜਦ ਤੱਕ ਕਮਿਊਨਿਟੀ ਦੀ ਪਲਸ ਤੁਹਾਨੂੰ ਪਤਾ ਨਹੀਂ ਲੱਗਦੀ ਵੀ ਕਿਹੜਾ ਬੰਦਾ ਡਿਜ਼ਰਵਿੰਗ ਆ। ਇੱਕ ਕੋਈ ਜਿੱਤ ਜੇ ਕੋਈ ਹਰ ਜੇ, ਕਿਤੇ ਸਟੈਂਡ ਕਰਨਾ ਸਿੱਖੀਏ ਅਸੀਂ। ਐਨਡੀਪੀ ਵੇਲੇ ਜਗਮੀਤ ਸਿੰਘ ਵੇਲੇ ਉਹਦੀ ਲੀਡਰਸ਼ਿਪ, ਹਾ ਜੀ ਇਹ ਦਮਾਲਾ ਸਜਾਉਂਦਾ ਜੀ, ਇਹਦੇ ਦੇਖੋ ਜੀ ਗਾਤਰਾ ਪਾਇਆ ਜੀ, ਇਹ 3 ਪੀਸ ਸੂਟ ਪਾਉਂਦਾ ਜੀ, ਚੱਕ ਲੋਏ ਲਾ ਲੋਏ ਜਿਤਾ ਦੋਏ, ਜ਼ਿਆਦਾ ਹੀ ਵੋਟਾਂ। ਹੁਣ ਅਸੀਂ ਲਿਬਰਲ ਆ ਜੀ, ਹੁਣ ਅਸੀਂ ਲਿਬਰਲ ਆ। ਉਹ ਤਾਂ ਫਿਰ ਅਸੀਂ ਐਨਡੀਪੀ ਦੀਆਂ ਵੋਟਾਂ ਜਿਹੜੀਆਂ ਨੇ ਉਹ ਤਾਂ ਫਿਰ ਕੱਲੀਆਂ ਉਹ ਲੀਡਰਸ਼ਿਪ ਲਈ ਸਿੰਘ ਨੂੰ ਪਾਈਆਂ ਸੀ, ਤੇ ਜੇ ਕੰਸਰਵੇਟਿਵ ਪੀਟਰ ਮਕੇਓਣੀ ਆ ਗਏ ਤਾਂ ਉੱਥੇ ਵੀ ਅਸੀਂ ਖੜੇ ਹਾਂ।
ਕੋਈ ਨਾ ਕੋਈ ਬੰਦੇ ਦੇ ਅਕੀਦੇ ਹੁੰਦੇ ਨੇ ਜਿੱਥੇ ਤੁਸੀਂ ਖੜ ਕੇ ਲੋਕਾਂ 'ਚ ਵਿਚਰਦੇ ਹੋ। ਹੁਣ ਲੋਕ ਨਿਗਾਹ ਰੱਖਦੇ ਨੇ ਤੁਹਾਡੇ ਤੇ ਵੀ ਇਹ ਕੀ ਕਰਦੇ ਕੀ ਨੇ। ਔਰ ਇਹ ਕਮੇਟੀ ਨੂੰ ਚਾਹੀਦਾ ਵੀ ਕਿਸੇ ਵੀ ਗੈਦਰਿੰਗ ਤੇ ਕਿਸੇ ਦੇ ਸੱਦੇ ਤੇ, ਚਲੋ ਉਹਦੇ ਮਾਮੇ ਚਾਚੇ ਤਾਏ ਭੂਆ ਦੇ ਪੁੱਤਾਂ ਨੇ ਤਾਂ ਜਾਣਾ ਹੀ ਆ, 5-7 ਜਾਣਗੇ। ਇਨ ਜਨਰਲ ਕਮੇਟੀ ਇਕੱਠੀ ਨਾ ਹੋਵੇ ਕਿਤੇ ਵੀ ਨਹੀਂ, ਤੁਹਾਨੂੰ 1 ਮਿੰਟ 'ਚ ਵੇਚ ਕੇ ਲੋਕ ਆਉ ਜਾਂਦੇ ਨੇ ਵੀ ਆ ਦੇਖੋ ਕਿੰਨੇ ਇਕੱਠੇ। ਗੁਰਦੁਆਰਾ ਸਾਹਿਬ ਦੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੀ ਸਟੇਜ ਕਿਸੇ ਘੜਮ ਚੌਧਰੀ ਦੇ ਕਹੇ ਤੇ ਕਿਸੇ ਲੀਡਰ ਲਈ ਨਹੀਂ ਕੱਟ ਕਰਕੇ ਦੇਣਾ। ਪ੍ਰੋਪਰ ਦਿਓ ਸਮਾਂ। ਜੇ ਹੁਣ ਮੰਨ ਲਓ ਚੱਲ ਰਹੀ ਹੈ, ਸਾਰੀਆਂ ਪਾਰਟੀਆਂ ਆ ਰਹੀਆਂ ਨੇ, ਇੱਕੋ ਦਿਨ ਇੱਕ ਕੰਸਟੀਚੁਐਂਸੀ ਦੇ ਮੈਂਬਰਾਂ ਨੂੰ ਦੇ ਦਿਓ ਸਮਾਂ, ਆ ਜਾਓ ਬੋਲੋ। ਮੰਨ ਲਓ ਵੀ ਕੋਈ ਇੱਥੇ ਪੋਲੀਟੀਕਲ ਲੀਡਰ ਆਇਆ ਹੋਇਆ ਤੇ ਉਹਦੇ ਮੂਹਰੇ ਕੋਈ ਫਿਰਦਾ ਚੇਲਾ ਲਈ ਉਹਨੂੰ, ਤੇ ਉਹਦੇ ਤੁਹਾਡੇ ਇਕੱਠ 'ਚ 5000 ਬੰਦਾ ਬਿਠਾਇਆ ਦਿਖਾ ਦੇਣਾ ਵੀ ਆਹ ਦੇਖਾ ਮੇਰੇ ਨੇ 5000 ਬੰਦੇ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਜਿਹੜੇ ਸਾਡੀ ਕਮੇਟੀ 'ਚ ਨਹੀਂ ਰਹਿੰਦੇ ਵੀ ਸਿਸਟਮ ਕੀ ਆ। ਔਰ ਇਹ ਹੁੰਦਾ ਰਿਹਾ ਟੂਰਨਾਮੈਂਟ 'ਚ ਲੈ ਜਾਣਾ ਕਿਸੇ ਪੋਲੀਟੀਕਲ ਬੰਦੇ ਨੂੰ, ਆ ਦੇਖ ਟੂਰਨਾਮੈਂਟ ਦੇਖਿਆ 10,000 ਬੰਦਾ ਜਿਹੜਾ, ਇਹ ਮੇਰੀ ਇੱਥੇ ਧੰਨ ਹੈ, ਯੂ ਨੋ ਆਈ ਕੰਟਰੋਲ ਆਲ ਦੀਸ, ਇਹ ਗੱਲ ਚੱਲਦੀ ਹੈ। ਪਰ ਲੋਕੋ ਤੁਸੀਂ ਇਸ ਚੀਜ਼ ਤੋਂ ਉੱਠੋ। ਵੋਟ ਜਿਹੜੀ ਹੈ ਫੈਡਰਲ ਇਲੈਕਸ਼ਨ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਮਤਲਬ ਰੂਟੋ ਦੀਆਂ ਚੜ੍ਹ ਮੱਚੀਆਂ ਹੋਈਆਂ ਨੇ, ਪੈਸੇ ਵੰਡ ਕੇ ਕੈਨੇਡੀਅਨਸ ਦੇ ਸਰਵ ਦੇ ਰਾਹੀਂ ਉਹਦੀ ਰੇਟਿੰਗ ਜਿਹੜੀ ਹੈ ਉਹ ਆਪਣੀ ਉੱਪਰ ਕਰੀ ਬੈਠਾ, ਪੈਸੇ ਤੁਹਾਡੇ ਨੇ, ਤੁਸੀਂ ਉਹ ਮੋੜਨੇ ਨੇ। ਉਹਨੇ ਜ਼ੋਰ ਨਹੀਂ ਲਾਇਆ, ਨਾ ਹੀ ਕਿਸੇ ਨੇ ਹੋਰ ਜਿਹੜਾ ਪ੍ਰਧਾਨ ਮੰਤਰੀ ਉਹਨੇ ਜ਼ੋਰ ਲਾਉਣਾ, ਇਹ ਤਾਂ ਸਾਰੇ ਤੁਹਾਡੇ ਹੀ ਦਿੰਦੇ। ਉਹ ਰੇਟਿੰਗ ਦੇ ਵਿੱਚ ਹੋ ਸਕਦਾ ਮੈਜੋਰਿਟੀ ਦੇ ਲਈ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰ ਦੇਵੇ ਕਿ ਸਰਕਾਰ ਆਪੋਜੀਸ਼ਨ ਤੋੜੇ ਤੇ ਉਹਨਾਂ ਦੇ ਭਾਰੀ ਪੈ ਜਾਵੇ। ਕਿਉਂਕਿ ਜਦ ਤੁਸੀਂ ਗਵਰਨਮੈਂਟ ਦੇ ਪਾਵਰ ਦੇ ਵਿੱਚੋਂ ਨਾ, ਕਮਾਂਡ ਦੇ ਵਿੱਚੋਂ, ਤੁਹਾਡੇ ਕੋਲ ਬਹੁਤ ਟੂਲ ਹੈ ਮੈਨੂਵਰ ਕਰਨ ਦੇ, ਖੱਬੇ ਸੱਜੇ ਇੱਧਰ ਉੱਧਰ ਕਰ। ਪਰ ਸਵਾਦ ਦੀ ਗੱਲ ਤਾਂ ਹੈ ਕਿ 20 ਚੈਰਿਟੀ ਦੇ ਸਕੈਂਡਲ ਤੇ ਦੇਵੇ ਦਾ ਬਣਾ ਕੇ ਕੋਈ ਵੀ ਕਮੇਟੀ ਪਹਿਲਾਂ ਬਣਾਓ ਜਿਹੜੀ, ਫੇਰ ਪਤਾ ਲੱਗੂ ਕਿੱਥੇ ਗੱਲ ਖੜੀ ਆ। ਟਾਈਮਿੰਗ ਉਹਦਾ ਸਮਾਂ ਕਿਵੇਂ ਉਹ ਅਵਾਰਡ ਕੀਤੀ ਆ, ਹਲੇ ਤੁਸੀਂ ਲਿਖਿਆ ਨਹੀਂ, ਹਲੇ ਤੁਸੀਂ ਮੈਂ ਤਾਂ ਰੋਕਤੀ ਦਫ਼ਤਰ 'ਚ, ਜਾਂ ਮੈਨੂੰ ਇਹਦਾ ਪਤਾ ਲੱਗਿਆ ਉਹਦਾ ਪਹਿਲਾਂ ਗੱਲਾਂ ਕਰ ਰਹੇ ਨੇ ਪ੍ਰਦੀਪ ਚੱਗੜ ਉਹਨਾਂ ਦੇ ਨਾਲ ਵੀ ਓਕੇ ਅਵਾਰਡ ਹੋ ਗਿਆ, ਮਨੀ ਆ ਰਹੀ ਹੈ, ਬਣ ਰਹੇ ਆ ਸਟੂਡੈਂਟ ਗ੍ਰਾਂਟ ਜਿਹੜੀ ਸਮਰ ਦੀ, ਤਾਂ ਸਿਰੇ ਗੱਲ ਲੱਗੀ, ਰੌਲਾ ਪਿਆ, ਤੁਸੀਂ ਕੈਂਸਲ ਕਰਤੀ। ਆਪੋਜੀਸ਼ਨ ਨੇ ਆਪਣਾ ਕੰਮ ਕਰਨਾ, ਪਰ ਜੇ ਆਪੋਜੀਸ਼ਨ ਕੋਲ ਟੂਲ ਹੈ ਨਹੀਂ ਤਾਂ ਫਿਰ ਆਪੋਜੀਸ਼ਨ ਕੀ ਕਰੂ। ਲੋਕਲ ਰਾਜਨੀਤੀ ਦੇ ਵਿੱਚ ਜਿਹੜੀਆਂ ਪਾਰਟੀ ਦੇ ਥਿੰਕ ਟੈਂਕ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਕੰਸਟੀਚੁਐਂਸੀ ਦੇ ਵਿੱਚ ਕਿਹੜੇ ਬੰਦੇ ਦਾ ਆਧਾਰ ਹੈ ਤੇ ਕਮਿਊਨਿਟੀ 'ਚ ਕਿਹੜੇ ਬੰਦੇ ਦਾ ਆਧਾਰ। ਕੋਈ ਪਾਰਟੀ ਹੋਵੇ, ਜੇ ਗ੍ਰਾਸ ਰੂਟ ਤੇ ਕੀਤੇ ਕੰਮ ਬੰਦੇ ਨੂੰ ਟਿਕਟ ਨਹੀਂ ਮਿਲਦੀ, ਜਿਹੜਾ ਮਰਜ਼ੀ ਥਿੰਕ ਟੈਂਕ ਸੋ ਕਾਲਡ ਤੇ ਇਹ ਜਿਹੜੇ ਕਿੰਗ ਮੇਕਰ ਨੇ, ਇਹ ਆਪਣਾ ਬੰਦਾ ਜਿਹੜਾ ਮਰਜ਼ੀ ਖੜਾ ਦੇਣ, ਮਤਲਬ ਫੇਰ ਤਾਂ ਕਹਾਣੀ ਠੀਕ ਹੀ ਹੈ। ਇਹ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਤੇ ਸਟੈਂਡ ਕਰੋ ਜਿਹਦੇ ਨਾਲ ਖੜਦੇ। ਮੈਨੂੰ ਉਹ ਲਿਬਰਲ ਲੀਡਰਸ਼ਿਪ ਦੀ ਗੱਲ ਹੁਣ ਯਾਦ ਆ ਰਹੀ ਹੈ ਕ੍ਰਿਸਟੀ ਕਲਾਰਕ ਦੀ, ਕਿ ਇਸ ਤਰ੍ਹਾਂ ਦਾ ਲੋਕ ਜਿਹੜਾ ਮੁਜ਼ਾਹਰਾ ਕਰਦੇ ਨੇ। ਵਪਾਰਕ ਸੰਦੇਸ਼। ਸ਼ਾਹ ਕਸ਼ਮੀਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਨੰਬਰ 4। ਸਤਿ ਸ੍ਰੀ ਅਕਾਲ ਜੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਜਦੋਂ ਜਿਹੜੇ ਬੰਦੇ ਤੁਸੀਂ ਗੱਲ ਕਰਦੇ ਜੀ, ਹੁਣ ਸਟੋਰੀ ਜਾਣ ਨੂੰ ਫਿਰਦਾ, ਉਹ ਦੇਖ ਲਓ ਪਹਿਲਾਂ ਉਸ ਬੰਦੇ ਨੇ ਐਨਡੀਪੀ ਦਾ ਬੇੜਾ ਕਰ ਕੀਤਾ ਸੀਗਾ। ਪਹਿਲਾਂ ਐਨਡੀਪੀ ਦਾ ਕਰਕੇ ਫਿਰ ਐਨਡੀਪੀ ਜਿੱਤ ਕੇ ਗਿਆ ਸੀ ਖੂਹ ਦੇ ਵਿੱਚ ਬਹੁਤ ਬੁਰੇ ਤਰ੍ਹਾਂ। ਇਹ ਲੇਵਰ ਜਾ ਕੇ ਉੱਥੇ ਵੀ ਭੜਥੂ ਪਾਇਆ ਸੀ ਕੁਲਵੰਤ ਗਰੇਵਾਲ ਦੇ ਨਾਲ। ਇਹਦੇ ਕਰਕੇ ਉਹ ਟਾਈਮ ਤੇ ਆ ਕੇ ਨਾ ਇੱਕਦਮ ਕਈ ਬੰਦੇ ਦੇਖ ਲਓ, ਮੈਨੂੰ ਤਾਂ ਜਦੋਂ ਪਤਾ ਵੀ ਕੋਈ ਘੁੰਮਦੇ ਦੁਨੀਆ 'ਚ, ਇਹ ਦੇਖ ਲਓ ਸੁੱਖ ਦੀਆਂ ਸੱਜੀਆਂ ਬਾਹਾਂ ਦੇ, ਉਹ ਵੀ ਤੁਹਾਡੇ ਨਾਲ ਸੀਗੇ ਗਿੱਲ ਸਾਹਿਬ। ਇਹਦੇ ਕਰਕੇ ਉਹ ਆਪਣਾ ਕੰਮ ਕਢਾਉਣਾ ਹੁੰਦਾ, ਕੰਮ ਕਢਾ ਕੇ ਗਿੱਲ ਸਾਹਿਬ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਪਾਰਟੀ ਨਹੀਂ ਕੋਈ ਹੁੰਦੀ, ਉਹਨਾਂ ਨੂੰ ਕੰਮ ਆਉਂਦਾ ਵੀ ਕੰਮ ਕਿੱਦਾਂ ਲੈਣਾ ਆਪਾਂ, ਕੰਮ ਲੈ ਕੇ ਜਿੱਲੇ ਕੱਲ ਨੂੰ ਦੂਜੇ ਪਾਸੇ ਆ। ਇਹਦੇ ਨਾਲ ਜਿੱਦਾਂ ਤੁਸੀਂ ਗੱਲ ਕਰਦੇ, ਸਟਰੋਂਗ ਬੰਦੇ ਬਹੁਤ ਘੱਟ ਵਾ ਜਿਹੜੇ ਲੋਕ ਪਾਰਟੀ ਦੇ ਨਾਲ ਰਹਿੰਦੇ ਆ। ਗੋਲਡੀ ਦਿਓਲ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਬਿਲਕੁਲ ਵੀ ਮੈਨੂੰ ਵੀ ਸਹੀ ਲੱਗਦਾ ਮੇਰੇ ਖਿਆਲ ਨਾਲ ਵੀ ਆਹ ਇਲੈਕਸ਼ਨ ਤੋਂ ਬਾਅਦ ਦੀ ਚੀਜ਼ ਤੋਂ ਤੁਸੀਂ ਐਨੀ ਟਾਈਮ ਸੁਣ ਸਕਦੇ ਆ, ਫੈਡਰਲ ਇਲੈਕਸ਼ਨ ਦਾ ਐਲਾਨ ਹੋਣਾ ਹੀ ਆ ਮੇਰੇ ਖਿਆਲ ਦੇ ਨਾਲ ਤਾਂ, ਕਿਉਂਕਿ ਇਹਦੇ ਵਿੱਚ 2-3 ਕਾਰਨ ਤਾਂ ਸਪਸ਼ਟ ਆ ਹਨਾ। ਦੇਖੋ ਇਲੈਕਸ਼ਨ ਦਾ ਕਾਲ ਕਰਨਾ, ਚਲੋ ਹਰ ਇੱਕ ਨੇ ਆਪਣੀ ਕੁਰਸੀ ਪੱਕੀ ਕਰ ਸਕਦਾ ਕੋਈ ਵੀ, ਕਿਉਂਕਿ
ਉਹ ਵੀ ਮਿnority ਗਵਰਨਮੈਂਟ ਸੀ, ਇਹ ਵੀ ਮਿnority ਗਵਰਨਮੈਂਟ ਸੀਗੀ ਤੇ ਪਰ ਇਹਦੇ ਵਿੱਚ ਦੋਨਾਂ ਪਾਰਟੀਆਂ ਦੇ ਆਪਣੇ ਵੱਖਰੇ ਵੱਖਰੇ ਮੰਨ ਲਓ ਹਾਲਾਤ ਆ ਜਾਂ ਕਹ ਲਓ ਕਾਰਨ ਆ। ਹੁਣ ਬੀਸੀ ਜਿਹੜੀ ਐਨਡੀਪੀ ਦੇ ਹੈਗੇ ਇਹਨਾਂ ਦਾ ਮਤਲਬ ਇਹ ਸੀਗਾ ਵੀ ਹੁਣ ਸੋ ਫਾਰ ਇਹਨਾਂ ਦੇ ਕੋਈ ਚਲੋ ਇਹਨਾਂ ਦੇ ਕੰਮ ਪ੍ਰੋਮਿਸ ਕਿਤੇ ਘੱਟ ਵੱਧ ਪੂਰੇ ਹੋ ਸਕਦੇ ਆ, ਉੱਥੇ ਉਹ ਵੱਖਰਾ ਇਸ਼ੂ ਆ ਵੀ ਨਹੀਂ ਕਿੰਨੀ ਮੁਕਤੀ ਨਾਲ ਕੀਤਾ ਜਾਂ ਨਹੀਂ ਕੀਤਾ, ਪਰ ਇਹਨਾਂ ਕੋਲ ਕੋਈ ਕਰਪਸ਼ਨ ਦਾ ਇਦਾਂ ਦਾ ਕੋਈ ਐਲੀਗੇਸ਼ਨ ਨਹੀਂ ਹੈਗਾ। ਪਲੱਸ ਪੈਂਡੈਮਿਕ ਦੇ ਵਿੱਚ ਚਲੋ ਟੈਕਸਪੇਅਰ ਦੀ ਮਨੀ ਹੁੰਦੀ, ਫੈਡਰਲ ਵੀ ਉਹੀ ਟੈਕਸਪੇਅਰ ਦੀ ਬਣ ਰਿਹਾ, ਇਹ ਵੀ ਟੈਕਸਪੇਅਰ ਦੀ ਬਣ ਰਿਹਾ, ਪਰ ਇਹਨਾਂ ਨੇ ਉਹ ਸੇਫ ਗੇਮ ਆਪਣੀ ਖੇਲੀ ਆ ਵੀ ਮੁੜ ਕੇ ਜਦੋਂ ਪੈਂਡੈਮਿਕ ਤੇ ਖਤਮ ਹੋਣਾ ਕੋਵਿਡ ਤੇ ਉਸ ਤੋਂ ਬਾਅਦ ਬੜਾ ਹਾਲਾਤ ਔਖੇ ਹੋ ਜਾਣੇ। ਹਰੇਕ ਰਾਜਨੀਤਿਕ ਪਾਰਟੀ ਲਈ ਉਹ ਸਾਂਭਣਾ ਕਿੱਦਾਂ ਹੈ, ਕਿਉਂਕਿ ਆਸਟੋ ਲਗਾਤਾਰ ਤਾਂ ਕਿਸੇ ਨੂੰ ਤੁਸੀਂ ਐਮਰਜੈਂਸੀ ਫੰਡ ਦੇ ਨਹੀਂ ਸਕਦੇ। ਇਹਨਾਂ ਨੇ ਆਪਣੀ ਗੇਮ ਇਹਨਾਂ ਦੀ ਲਾਗੇ ਵੀ ਸੀਗੀ ਇਲੈਕਸ਼ਨ ਦੀ, ਨਹੀਂ ਗੇਮ ਸੇਫਲੀ ਖੇਲ ਲਈ ਆ ਤੇ ਇਹ ਨਹੀਂ ਮੈਨੂੰ ਲੱਗਦਾ ਉਹ 'ਚ ਕਾਮਯਾਬੀ ਹੋ ਜਾਣਾ। ਪਰ ਜਿਹੜੀ ਫੈਡਰਲ ਇਲੈਕਸ਼ਨ ਆ ਉਹ ਕੋਈ ਇਸ ਤਰੀਕੇ ਨਾਲ ਨਹੀਂ ਹੈ ਕਿ ਮਿnority ਗਵਰਨਮੈਂਟ ਤੋਂ ਲੈ ਕੇ ਅਸੀਂ ਮੈਜੋਰਟੀ ਲੈਣ ਦੇ ਲਈ ਇਹ ਕਰ ਰਹੇ ਆ। ਉਹ ਜ਼ਿਆਦਾਤਰ ਜਿਹੜੀ ਕਰਪਸ਼ਨ ਆ ਖਾਸ ਕਰਕੇ ਬੀ ਚੈਰਿਟੀ ਦੀ, ਉਹਨੂੰ ਜਿਸ ਤਰ੍ਹਾਂ ਤਰੀਕੇ ਦੇ ਨਾਲ ਉਹਨੂੰ ਮੰਨ ਲਓ ਹੁਣ ਤੱਕ ਚੁੱਪ ਕਰਾਇਆ ਗਿਆ ਜਾਂ ਕੋਈ ਕਮੇਟੀਆਂ ਤੋਂ ਬਣਾਉਣ ਤੋਂ ਵੀ ਨਾ ਕੀਤੀ ਗਈ ਹੈ ਜਾਂ ਉਹਨੂੰ ਪੋਸਟਪੋਨ ਕੀਤਾ ਗਿਆ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਚੀਜ਼ਾਂ ਨੂੰ, ਉਹ ਸਾਰਾ ਕੁਝ ਉਹ ਤੋਂ ਬਚਣ ਦੇ ਲਈ ਕੀਤੀ ਗਈ ਆ। ਮੰਨ ਲਓ ਹੋਣੀ ਹੈ ਇਲੈਕਸ਼ਨ, ਮੇਰਾ ਕਹਿਣ ਤੋਂ ਭਾਵ ਕਿਉਂਕਿ ਉਹਦਾ ਐਡਵਾਂਟੇਜ ਜਿਹੜਾ ਜੋ ਵੀ ਨਹੀਂ ਹੈ ਹੁਣ ਐਮਰਜੈਂਸੀ ਫੰਡ ਟੈਕਸਪੇਅਰ ਦੀ ਮਨੀ ਐਡਵਾਂਟੇਜ ਉਸ ਮਨੀ ਦੇ ਨਾਲ ਲੈਣਾ, ਉਹਦੇ ਥੱਲੇ ਹੀ ਸਾਰੀ ਕਰਪਸ਼ਨ ਦੱਬੀ ਜਾਣੀ ਆ। ਤੇ ਮੇਰੇ ਖਿਆਲ ਦੇ ਨਾਲ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਚਲੋ ਇਹ ਤਾਂ ਨਹੀਂ ਹੁਣ ਪਤਾ ਵੀ ਪਾਰਟੀਆਂ ਦੇ ਵਿੱਚ ਅੰਦਰ ਖਾਤੇ ਪਾਲਿਸੀਆਂ ਕਿਸੇ ਨੂੰ ਪਸੰਦ ਲੱਗਦੀਆਂ ਨਹੀਂ ਆ, ਪਰ ਜਿਹੜਾ ਫੈਡਰਲ ਦਾ ਜਿਹੜਾ ਇਹ ਕਾਰਨ ਹੈ ਵੱਡਾ ਇਹ ਕਰਪਸ਼ਨ ਨੂੰ ਆ, ਇਹਦੇ ਕੋਈ ਇਸ ਤਰੀਕੇ ਨਾਲ ਵੀ ਇਹਨਾਂ ਦੇ ਬਹੁਤ ਵਧੀਆ ਪ੍ਰਬੰਧ ਕਰ ਦਿੱਤੇ ਸੀਗੇ। ਦੂਜੀ ਗੱਲ ਇਹ ਵੀ ਹੈ ਵੀ ਇੱਕ ਆਪਣੇ ਹੁਣ ਇਹ ਵੀ ਦੇਖਣ ਦੀ ਲੋੜ ਪੈਣੀ ਹੈ ਵੀ ਜਿਹੜੇ ਆਪਣੇ ਉਹੀ ਕੈਂਡੀਡੇਟ ਹੁੰਦੇ ਆ ਫੈਡਰਲ ਵਾਲੇ, ਉਹ ਇੱਥੇ ਵੀ ਉਹੀ ਹੁੰਦੇ ਆ ਤੇ ਉੱਥੇ ਵੀ ਉਹੀ ਹੁੰਦੇ ਆ। ਹੁਣ ਖਾਸ ਕਰਕੇ ਜਿਹੜੀ ਡੀਸੀ ਲਿਬਰਲ ਆ ਇਹ ਜ਼ਿਆਦਾ ਕੰਜ਼ਰਵੇਟਿਵ ਆ, ਹੈ ਇਹਦੇ ਵਿੱਚ ਵੀ ਲਿਬਰਲ ਵਾਲੇ ਹੁੰਦੇ ਆ, ਜਿੱਦਾਂ ਹੁਣ ਡਾਕਟਰ ਚੀਮਾ ਆ ਉਹ ਇਧਰੋਂ ਡੀਸੀ ਲਿਬਰਲ ਵੀ ਰਨ ਕਰਦੇ ਤੇ ਨਹੀਂ ਡੀਸੀ ਫੈਡਰਲ ਲਿਬਰਲ ਨੇ ਵੀ ਕੰਮ ਕਰਨਾ ਬਾਅਦ ਵਿੱਚ ਤੇ ਪਹਿਲਾਂ ਵੀ ਕਰਦੇ ਰਹੇ ਆ। ਪਰ ਇੱਥੇ ਇਹਨਾਂ ਨੇ ਹੋਰ ਰੀਜਨ ਦੱਸਣਾ, ਉੱਥੇ ਜੇ ਨਾ ਕੋਈ ਕਾਮਯਾਬ ਨਾ ਹੋਏ ਤੁਸੀਂ ਦੇਖੋਗੇ ਇਹਨਾਂ ਨੇ ਹੀ ਫਿਰ ਉਸ ਪਾਰਟੀ ਦਾ ਉੱਥੇ ਪ੍ਰਚਾਰ ਕਰਨਾ, ਉੱਥੇ ਇਹ ਨਹੀਂ ਦੱਸਣਾ ਕਾਰਨ ਵੀ ਕਰਪਸ਼ਨ ਕਰਕੇ ਨਹੀਂ ਕਾਲ ਕੀਤੀ, ਉੱਥੇ ਉਹਨੇ ਸਿਫਤਾਂ ਕਰਨੀਆਂ। ਮੇਰੇ ਕਹਿਣ ਦਾ ਭਾਵ ਕੋਈ ਵਿਅਕਤੀਗਤ ਤੌਰ ਤੇ ਭਾਵੇਂ ਵਧੀਆ ਹੋ ਸਕਦਾ ਬੰਦਾ, ਕੋਈ ਨੋ ਡਾਊਟ, ਮੈਂ ਕੋਈ ਡਾਕਟਰ ਚੀਮਾ ਦਾ ਇਸ ਕਰਕੇ ਨਹੀਂ ਵਿਰੋਧ ਕਰਿਆ, ਪਰ ਇੱਕ ਜਿਹੜੀ ਰਾਜਨੀਤੀ ਆ ਇੱਕ ਕੁਰਸੀ ਹਾਸਲ ਕਰਨ ਦੇ ਲਈ ਤੁਸੀਂ ਕਿੱਦਾਂ ਖੜੇ ਪੈਰ ਸਟੈਂਡ ਬਦਲ ਜਾਂਦੇ ਆ, ਜਾਂ ਉਹ ਜਿਹੜੇ ਮੰਨ ਲਓ ਫੈਡਰਲ ਵਾਲੇ ਆ ਉਹ ਸ਼ਰੇਆਮ ਕਿੱਦਾਂ ਦਖਲ ਦਿੰਦੇ ਆ ਜਾਂ ਸਾਡੇ ਪਿੱਛੇ ਹਟ ਜਾਂਦੇ ਆ। ਜਿਹੜੇ ਇੱਥੇ ਦੇ ਪਿਛਲੀਆਂ ਫੈਡਰਲ ਇਲੈਕਸ਼ਨ 'ਚ ਦੇਖਿਆ ਵੀ ਐਮਐਲਏ ਉਹ ਆਪਣੇ ਮੰਨ ਲਓ ਫੈਡਰਲ ਵਾਲਿਆਂ ਦੀ ਮਦਦ ਕਰਦੇ, ਇਹ ਚੀਜ਼ਾਂ ਸਾਨੂੰ ਪਛਾਣਨ ਦੀ ਲੋੜ ਆ ਇਹ ਦੋਨੇ ਹਾਲਾਤਾਂ ਦੇ ਵਿੱਚ। ਤੇ ਕਿਉਂਕਿ ਜੇ ਆਪਾਂ ਇਹਨਾਂ ਚੀਜ਼ਾਂ ਦੀ ਪਛਾਣਾਂਗੇ ਉਹਨਾਂ ਚਿਰ ਉਹ ਜਿਹੜੀ ਬੰਦਿਆਂ ਦੀ ਦਖਲਅੰਦਾਜ਼ੀ ਆ ਉਹ ਮੰਨ ਲਓ ਜੇ ਕਾਰਪੋਰੇਟ ਦੀ ਆ ਸਿੱਧੀ ਤੌਰ ਤੇ ਆਪਾਂ ਕਹਿ ਸਕਦੇ ਆ, ਉਹ ਕਾਰਪੋਰੇਟ ਦੀ ਜਿਹੜੀ ਦਖਲਅੰਦਾਜ਼ੀ ਸਾਡੀ ਉਹ ਇੱਕ ਢਾਂਚੇ ਨੂੰ ਖਰਾਬ ਕਰ ਰਹੀ ਹੈ ਵੀ ਇੱਥੇ ਦਾ ਕੰਮ ਇੱਥੇ ਵਾਲਿਆਂ ਨੂੰ ਕਰਨ ਦੇਣਾ ਚਾਹੀਦਾ ਤੇ ਉੱਥੇ ਵਾਲਾ ਉੱਥੇ ਆ। ਐਨਡੀਪੀ ਤਾਂ ਚਲੋ ਹੈ ਹੀ ਇੱਕ ਪਾਰਟੀ, ਉਹਨਾਂ ਨੂੰ ਨਹੀਂ ਆਪਾਂ ਇਹਦਾ ਕਹਿ ਸਕਦੇ, ਪਰ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਬੰਦਿਆਂ ਦੀ ਜਿਹੜੀ ਇਦਾਂ ਗੇਮ ਖੇਲੀ ਜਾਂਦੀ ਹੈ ਉਹ ਦੋਨੇ ਪਾਸੇ ਤੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ, ਉਹ ਬੜੀ ਸਮਝਣ ਦੀ ਲੋੜ ਆ। ਤੇ ਇਹ ਇਲੈਕਸ਼ਨ ਮੈਨੂੰ ਲੱਗਦਾ ਵੀ ਹੋਣੀ ਆ, ਇਹਦੀ ਰਿਜ਼ਲਟ ਦੀ ਵੇਟ ਕਰਦੇ ਆ। ਇਹਨਾਂ ਨੇ ਦੇਖਣਾ ਵੀ ਇੱਧਰ ਲੋਕਾਂ ਦਾ ਪੋਜ਼ਿਟਿਵ ਰਿਸਪੌਂਸ ਆ ਗਿਆ ਤੇ ਨਾਲੇ ਉੱਧਰ ਕਾਲ ਹੋ ਜਾਣੀ ਆ, ਤੇ ਪਰ ਇਹਦੇ ਲੋਕਾਂ ਨੂੰ ਖਿਆਲ ਰੱਖਣਾ ਪੈਣਾ ਵੀ ਇਹ ਇਲੈਕਸ਼ਨ ਕਾਰਨ ਦੇ ਕਾਲ ਕਰਨ ਦੇ ਕਾਰਨ ਕਿਹੜੇ ਆ, ਕਰਪਸ਼ਨ ਆ ਜਾਂ ਕੋਈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ। ਥੈਂਕ ਯੂ ਵੀਰ ਜੀ। ਪ੍ਰਿਤਪਾਲ ਸਿੰਘ ਸਿੱਖੋਂ ਜੀ ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਹਾਂ ਸਤਿ ਸ਼੍ਰੀ ਅਕਾਲ ਜੀ। ਤੇ ਗਿੱਲ ਸਾਹਿਬ ਦੇਖੋ ਇਲੈਕਸ਼ਨ ਜਿਹੜੀ ਫੈਡਰਲ ਹੈਗੀ ਹੈ ਉਹ ਨਿਸ਼ਚਿਤ ਹੈ ਜੀ, ਇਸ ਵੇਲੇ ਹੋਣੀ ਹੈ, ਚਾਹੇ ਉਹ ਦਸੰਬਰ ਤੱਕ ਆ ਜਾਵੇ ਜਾਂ ਨਵੰਬਰ ਦੇ ਐਂਡ ਤੱਕ ਆ ਜਾਵੇ, ਚਾਹੇ ਉਹ ਜਨਵਰੀ ਫੈਬਰਵਰੀ ਤੱਕ ਆ ਜਾਵੇ। ਇੰਨਾ ਡਿਪੈਂਡ ਹੈਗਾ ਹਾਂਜੀ, ਕਿਉਂਕਿ ਐਕਚੁਅਲੀ ਕੀ ਹੈ ਕਿ ਸਾਰਾ ਡਿਪੈਂਡ ਹੈਗਾ ਜਗਮੀਤ ਸਿੰਘ ਤੇ। ਜਿੱਦਣ ਜਗਮੀਤ ਸਿੰਘ ਦੇ ਜਿਹੜੇ ਉਹਨਾਂ ਦੇ ਇਸ ਵੇਲੇ ਮੁੱਦੇ ਨੇ ਐਡਰੈਸ ਨਾ ਹੋਏ, ਉਹਨਾਂ ਨੇ ਉਸੇ ਵੇਲੇ ਵਿਡਰਾਅ ਕਰ ਲੈਣਾ। ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਆਪਣੇ ਲੌਬਸਟਰ ਇੰਸਟਾਲੇਸ਼ਨ ਨੇਟਿਵ ਦੀ ਜਿਹੜੀ ਬਰਨ ਆਊਟ ਕੀਤੀ ਗਈ ਹੈ ਕਮਰਸ਼ੀਅਲ, ਔਰ ਉਹਦੇ ਲਈ ਤੁਸੀਂ ਦੇਖੋ ਕਿ ਜਿੱਦਾਂ ਲਾਭਬੰਦ ਜਗਮੀਤ ਸਿੰਘ ਜੀ ਹੋਏ, ਉਹਦੇ ਪਿੱਛੇ 4 ਲਿਬਰਲ ਮਿਨਿਸਟਰ ਵੀ ਲਾਭਬੰਦ ਹੋ ਗਏ ਔਰ ਕੰਜ਼ਰਵੇਟਿਵ ਵੀ ਹੋ ਗਏ। ਔਰ ਇਸ ਵੇਲੇ ਨੈਕ ਟੂ ਨੈਕ ਫਾਈਟ ਚੱਲ ਰਹੀ ਹੈ। ਜਗਮੀਤ ਸਿੰਘ ਕਿਸੇ ਨਾ ਕਿਸੇ ਤਰੀਕੇ ਆਪਣੀਆਂ ਜਿਹੜੀਆਂ ਸ਼ਰਤਾਂ ਦੇ ਉੱਤੇ ਸਰਕਾਰ ਨੂੰ ਜਿੰਦਾ ਰੱਖਣਾ ਚਾਹੁੰਦੇ ਨੇ, ਔਰ ਇਦਾਂ ਦੇ ਹਾਲਾਤਾਂ ਦੇ ਵਿੱਚ ਸਰਕਾਰ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦੀ, ਕਿਉਂਕਿ ਸਰਕਾਰ ਵੀ ਚਾਹ ਰਹੀ ਹੈ ਜਿਹੜੀ ਸਪੈਸ਼ਲ ਟਰੂਡੋ ਦੀ ਕਿ ਇਲੈਕਸ਼ਨ ਹੋ ਜਾਵੇ। ਉਹਨਾਂ ਨੂੰ ਲੱਗਦਾ ਕਿ ਅਸੀਂ ਮੈਜੋਰਟੀ ਦੇ ਵਿੱਚ ਆ ਜਾਵਾਂਗੇ,
ਕੰਜ਼ਰਵੇਟਿਵ ਵੀ ਇਸ ਵੇਲੇ ਆਪਣੇ ਆਪ ਨੂੰ ਕਮਰਕਸ ਕਰ ਰਹੇ ਨੇ। ਤੁਸੀਂ ਦੇਖੋ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹੁਣ ਦਬਾਅ ਬਣਾਉਣਾ ਸ਼ੁਰੂ ਕਰਤਾ ਐਂਟੀ ਕਰਪਸ਼ਨ ਬਿੱਲ ਲਿਆਉਣ ਦਾ। ਔਰ ਉਹ ਬਿੱਲ ਤੇ ਜੇ ਵੋਟਿੰਗ ਹੁੰਦੀ ਹੈ ਕੋਈ ਵੀ ਪਾਰਟੀ ਨਾ ਨਹੀਂ ਕਰੇਗੀ। ਔਰ ਉਹਦੇ ਵਿੱਚ ਫਿਰ ਪ੍ਰਧਾਨ ਮੰਤਰੀ ਦੇ ਉੱਪਰ ਬਹੁਤ ਵੱਡੇ ਤਰੀਕੇ ਨਾਲ ਦਬਾਅ ਬਣਨਾ ਹੈ। ਤੁਸੀਂ ਦੇਖੋ ਕਿ ਕਰਪਸ਼ਨ ਦੇ ਖਿਲਾਫ ਲਿਬਰਲ ਖੜੇ ਹੈਗੇ ਵੀ ਕਰਪਸ਼ਨ ਦੇ ਖਿਲਾਫ ਜਿਹੜਾ ਬਿੱਲ ਜਾਂ ਕਾਨੂੰਨ ਬਣਾਏ ਜਾਣ, ਉਹ ਕਾਨੂੰਨ ਹੀ ਨਹੀਂ ਬਣਾਉਣ ਦਿੱਤਾ ਜਾ ਰਿਹਾ। ਕਿਉਂਕਿ ਇਹਨਾਂ ਦੇ ਨੂੰ ਲੱਗ ਰਿਹਾ ਕਿ ਵੀ ਜਿਹੜੀ ਕਰਪਸ਼ਨ ਹੈਗੀ ਹੈ ਉਹ ਸਾਡੇ ਹੱਡਾਂ 'ਚ ਰਚ ਚੁੱਕੀ ਆ। ਔਰ ਇਹ ਜੇ ਕਰਪਸ਼ਨ ਦੇ ਖਿਲਾਫ ਕਾਰਵਾਈਆਂ ਕਰਨ ਦੇ ਲਈ ਕਾਨੂੰਨ ਆ ਗਏ ਔਰ ਬਿੱਲ ਪਾਸ ਹੋ ਗਿਆ ਤਾਂ ਸਾਡੇ ਮਤਲਬ ਕਿ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਜਾਣਗੇ ਜਸਟਿਨ ਟਰੂਡੋ। ਤੇ ਦੂਜੀ ਜਿਹੜੀ ਗੱਲ ਹੈਗੀ ਸਮਝਣ ਵਾਲੀ ਇਸ ਵੇਲੇ ਸਭ ਤੋਂ ਇੰਪੋਰਟੈਂਟ ਹੈਗੀ ਹੈ ਕਿ ਲਿਬਰਲ ਸਿਰਫ ਪੈਸੇ ਵੰਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੀ। ਨਾ ਕੋਈ ਉਹ ਡਿਵੈਲਪਮੈਂਟ ਕਰਨੀ ਧਿਆਨ ਦੇ ਰਹੀ ਹੈ, ਨਾ ਉਹ ਕੋਈ ਇਮੀਗ੍ਰੇਸ਼ਨ ਨੂੰ ਹੱਲ ਕਰਨ ਲਈ ਤਿਆਰ ਹੈ, ਨਾ ਹੀ ਉਹ LMI ਰੋਕਣ ਨੂੰ ਤਿਆਰ ਹੈ। ਤੁਸੀਂ ਦੇਖੋ ਕਿ ਇੱਥੇ ਮਤਲਬ ਕਿ ਵਰਲਡ ਵਾਈਡ ਬਾਰਡਰ ਬੰਦ ਪਿਆ ਅਮਰੀਕਾ ਦੇ ਨਾਲ ਔਰ ਇੰਟਰਨੈਸ਼ਨਲ ਸਟੂਡੈਂਟਸ 10 ਅਕਤੂਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਇਹਨਾਂ ਨੇ। ਤੁਸੀਂ ਦੇਖੋ ਕਿ ਤੁਹਾਡੇ ਰਿਸ਼ਤੇਦਾਰ ਨਹੀਂ ਆ ਸਕਦੇ ਪਰ ਸਟੂਡੈਂਟ ਆ ਸਕਦੇ ਨੇ। ਕਿੱਦਾਂ ਦੀ ਇਕਨੋਮੀ ਕ੍ਰੀਏਟ ਕਰ ਰਹੇ ਨੇ। ਜਿਹੜੇ ਵਿਚਾਰੇ ਸਟੂਡੈਂਟ ਇੱਥੇ ਫਿਰ ਰਹੇ ਨੇ ਉਹਨਾਂ ਨੂੰ ਮਤਲਬ ਕਿ ਇਹ ਨਹੀਂ ਪਤਾ ਉਹ ਪੱਕੇ ਹੋਣਗੇ ਨਹੀਂ ਹੋਣਗੇ, ਉਹਨਾਂ ਦਾ ਕੀ ਬਣਨਾ ਕੀ ਨਹੀਂ ਬਣਨਾ, ਉਹਦੇ ਲਈ ਕੋਈ ਪਾਲਿਸੀ ਡਿਸੀਜਨ ਨਹੀਂ ਲਿਆ ਪਾ ਰਹੇ। ਕੋਈ ਮਤਲਬ ਕਿ ਇਹ ਕਹਿ ਲਓ ਕਿ ਲਿਬਰਲ ਦੇ ਕੋਲ ਕੋਈ ਵਿਜ਼ਨ ਹੀ ਨਹੀਂ ਹੈਗਾ ਕਿ ਇਸ ਕੰਟਰੀ ਨੂੰ ਕਿਵੇਂ ਰਨ ਕਰਨਾ ਹੈ। ਕੰਟਰੀ ਸਿਰਫ ਔਨ ਸੇਲ ਲਾਤੀ ਕਿ ਔਨ ਸੇਲ ਹੈਗੀ ਆ, ਇਹਨੂੰ ਖਰੀਦ ਲਓ। ਜਿਹੜਾ ਕੋਈ ਖਰੀਦਦਾਰ ਹੈਗਾ ਮੁਲਕ ਜਿਸ ਸਰਕਾਰ ਦੇ ਕੋਲ ਤਾਕਤ ਹੈ, ਜਿਸ ਮੁਲਕ ਕੋਲ ਤਾਕਤ ਹੈ ਖਰੀਦਣ ਦੀ, ਉਹ ਇਸ ਕੰਟਰੀ ਨੂੰ ਖਰੀਦ ਲਵੇ। ਔਰ ਇਹ ਕੰਟਰੀ ਇਸ ਵੇਲੇ ਵਿਕਾਊ ਹੈ, ਖਰੀਦਦਾਰ ਚਾਹੀਦਾ ਹੈ ਖਰੀਦਣ ਵਾਸਤੇ। ਕਿਉਂਕਿ ਜਿਹੜੇ ਹਾਲਾਤ ਹਰਜੀਤ ਜੀ ਬਣ ਚੁੱਕੇ ਨੇ ਇਹ ਹਾਲਾਤ ਅੱਛੇ ਨਹੀਂ ਹੈਗੇ ਇਸ ਮੁਲਕ ਦੇ ਲਈ। ਔਰ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਐਡਮਿਨਿਸਟ੍ਰੇਸ਼ਨਲੀ ਇਸ ਵੇਲੇ ਜਿਹੜਾ ਕੈਨੇਡੀਅਨ ਕਲਚਰ ਸੀਗਾ, ਕੈਨੇਡੀਅਨ ਸਿਸਟਮ ਸੀਗਾ, ਉਹ ਡਿਸਟਰੋਏ ਹੁੰਦਾ ਜਾ ਰਿਹਾ ਹੈ। ਔਰ ਤੁਸੀਂ ਦੇਖੋ ਕਿ ਜਗਮੀਤ ਸਿੰਘ ਦੀ ਜਿਹੜੀ ਇਸ ਵੇਲੇ ਮੰਗ ਹੈ, ਜਿਹੜੀ ਮੈਂ ਵੀ ਹਮੇਸ਼ਾ ਕਹਿੰਦਾ ਸੀ ਕਿ 2025 ਤੱਕ ਗਾਰੰਟੀ ਇਨਕਮ ਇੰਟਰੋਡਿਊਸ ਕਰਨਾ ਪੈਣਾ ਹੈ, ਜਿਹਨੂੰ ਹੁਣ ਇਹ ਲਿਬਰਲ ਬੇਸਿਕ ਇਨਕਮ ਦੇ ਨਾਂ ਦੇ ਨਾਲ ਇੰਟਰੋਡਿਊਸ ਕਰ ਰਹੇ ਨੇ। ਤਾਂ ਇਹਨਾਂ ਨੂੰ ਦੇਖੋ ਇਹ ਕਰਨਾ ਪਿਆ। ਔਰ ਇਹ ਮੁਲਕ ਜਿਹੜਾ ਹੈਗਾ ਇਹ ਇੰਨਾ ਰਿਚ ਹੈਗਾ, ਇਹਦੇ ਕੋਲ ਇੰਨੇ ਰਿਸੋਰਸਿਸ ਹੈਗੇ ਨੇ, ਇੰਨੇ ਮਿਨਰਲਸ ਹੈਗੇ ਨੇ। ਅਸੀਂ ਜੇ ਕੰਮ ਵੀ ਨਾ ਕਰੀਏ ਅਸੀਂ ਬੈਠ ਕੇ ਖਾ ਸਕਦੇ ਹਾਂ, ਪਰ ਜੇ ਇਹ ਲੁਟੇਰੇ ਇੱਥੋਂ ਚਲੇ ਜਾਣ ਔਰ ਇਮਾਨਦਾਰ ਸਰਕਾਰ ਆ ਜਾਵੇ, ਇਹ ਮੇਰਾ ਮੰਨਣਾ ਹੈ। ਕਿਉਂਕਿ ਸਾਡੇ ਕੋਲ ਤਾਂ ਬਿਜਲੀ ਸਰਪਲਸ ਇੰਨੀ ਹੈਗੀ ਹੈ ਕਿ ਅਸੀਂ ਉਹ ਵੇਚ ਕੇ ਪੈਸਾ ਕਮਾ ਸਕਦੇ ਹਾਂ। ਸਾਡੇ ਕੋਲ ਮਿਨਰਲਸ ਇੰਨੇ ਪਏ ਨੇ, ਅਸੀਂ ਉਹ ਵੇਚ ਕੇ ਪੈਸਾ ਕਮਾ ਸਕਦੇ ਹਾਂ। ਸਾਡੇ ਕੋਲ ਹੋਰ ਬੜੇ ਰਿਸੋਰਸਿਸ ਨੇ। ਸਾਡੇ ਕੋਲ ਕਾਰਬਨ, ਦੇਖੋ ਇਹ ਸਰਕਾਰ ਕਾਰਬਨ ਕ੍ਰੈਡਿਟ ਬਾਰੇ ਗੱਲ ਹੀ ਨਹੀਂ ਕਰਦੀ। ਕਾਰਬਨ ਟੈਕਸ ਲਾ ਰਹੀ ਹੈ, ਕਾਰਬਨ ਕ੍ਰੈਡਿਟ ਬਾਰੇ ਗੱਲ ਨਹੀਂ। ਦੁਨੀਆ ਦੇ ਵਿੱਚ ਜਿਹੜੇ ਇੰਡਸਟਰੀਅਲ ਮੁਲਕ ਹੈਗੇ ਨੇ ਉਹਨਾਂ ਨੂੰ ਕਾਰਬਨ ਕ੍ਰੈਡਿਟ ਖਰੀਦਣੇ ਪੈਂਦੇ ਨੇ ਜਿਹੜੇ UNO ਦੀ ਸੰਧੀ ਦੇ ਮੁਤਾਬਕ। ਔਰ ਸਾਡੇ ਕੋਲ ਕਾਰਬਨ ਕ੍ਰੈਡਿਟ ਬਿਲੀਅਨ ਆਫ ਡਾਲਰ ਦੇ ਪਏ ਨੇ। ਉਹਨੂੰ ਅਸੀਂ ਇੰਟਰਨੈਸ਼ਨਲ ਮਾਰਕੀਟ ਜਾ ਕੇ ਉਹਦੀ ਮਾਰਕੀਟਿੰਗ ਨਹੀਂ ਕਰ ਸਕਦੇ, ਉਲਟਾ ਅਸੀਂ ਆਪਣੇ ਲੋਕਾਂ ਦੇ ਉੱਪਰ ਕਾਰਬਨ ਟੈਕਸ ਲਾ ਰਹੇ। ਉਲਟੀ ਗੰਗਾ ਮਤਲਬ ਕਿਸ ਪਾਸੇ ਚੱਲ ਰਹੀ ਮੈਨੂੰ ਸਮਝ ਨਹੀਂ ਆ ਰਹੀ। ਇਹ ਕੀ ਕਰਦੇ ਨੇ ਸਾਡੇ ਪੋਲੀਟੀਸ਼ੀਅਨ, ਕੀ ਕਰਦੇ ਨੇ? ਕੀ ਇਹਨਾਂ ਕੋਲ ਵਿਜ਼ਨ ਨਹੀਂ ਹੈਗਾ ਕਿ ਜਿਹੜੀ ਬਿਲੀਅਨ ਆਫ ਡਾਲਰ ਦੀ ਕਾਰਬਨ ਕ੍ਰੈਡਿਟ ਦੀ ਇੰਡਸਟਰੀ ਹੈ ਉਸ ਸਟਾਕ ਐਕਸਚੇਂਜ ਦੇ ਵਿੱਚ ਅਸੀਂ ਕਿਉਂ ਨਹੀਂ ਲਿਸਟਡ ਹੁੰਦੇ? ਅਸੀਂ ਕਿਉਂ ਨਹੀਂ ਆਪਣੇ ਜਿਹੜੇ ਜੰਗਲ ਨੇ ਵੱਢਣ ਦੀ ਥਾਂ ਤੇ ਉਹਨੂੰ ਵੇਚਣ ਦੀ, ਲੰਬਰ ਵੇਚਣ ਦੀ ਥਾਂ ਤੇ ਅਸੀਂ ਉਹਨਾਂ ਦੇ ਕਾਰਬਨ ਕ੍ਰੈਡਿਟ ਵੇਚ ਕੇ ਜਿਹੜੇ ਇੰਡਸਟਰੀਅਲ ਔਰ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਤੋਂ ਪੈਸੇ ਲਈਏ? ਕਿਉਂ ਨਹੀਂ ਲੈਂਦੇ? ਇਹ ਮੈਂਬਰ ਨੇ ਉਸ ਚੀਜ਼ ਦੇ। ਠੀਕ ਹੈ ਜੀ। ਹਾਂ, ਮੇਰਾ ਮੰਨਣਾ ਹੈ ਕਿ ਵੀ ਇਹ ਸਰਕਾਰ ਨੂੰ ਤੁਰਦਾ ਕਰੀਏ ਔਰ ਥੋੜਾ ਜਿਹਾ ਜਿਹੜਾ ਬੈਕ ਟੂ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕੈਨੇਡੀਅਨ ਕਲਚਰ ਨੂੰ ਬੈਕ ਟੂ ਰਿਫਾਰਮ ਸਾਈਡ ਲੈ ਕੇ ਆਈਏ। ਠੀਕ ਹੈ, ਉਹ ਇਮੀਗ੍ਰੇਸ਼ਨ ਦੇ ਲਈ ਦੂਜੀ ਪਾਰਟੀ ਜਿਹੜੀਆਂ ਹੈਗੀਆਂ ਨੇ ਉਹ ਇੰਨੀਆਂ ਲੀਨੀਅਟ ਨਹੀਂ ਹੈਗੀਆਂ, ਪਰ ਉਹ ਬੈਲੈਂਸ ਤਾਂ ਹੈਗੀਆਂ, ਘੱਟੋ ਘੱਟ ਬੈਲੈਂਸ ਤਾਂ ਇਮੀਗ੍ਰੇਸ਼ਨ ਹੈਗੀ ਹੈ। ਇਹ ਤਾਂ ਨਹੀਂ ਕਿ ਵੀ ਇੱਥੇ ਹੁਣ ਬੱਚੇ ਸਾਡੇ ਰੁਲਦੇ ਫਿਰਦੇ ਨੇ ਪੰਜਾਬ ਤੋਂ ਆਏ ਹੋਏ, ਬਾਕੀ ਮੁਲਕਾਂ ਤੋਂ ਆਏ ਹੋਏ, ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ। ਉਹ ਤਾਂ ਨਹੀਂ ਹੋਏਗੀ, ਉਹ ਤਾਂ ਬੰਦ ਹੋ ਜਾਏਗੀ। ਪਲੱਸ ਉਹਨਾਂ ਨੂੰ ਸੈਟਲਮੈਂਟ ਹੋਣ ਦਾ ਟਾਈਮ ਮਿਲ ਜਾਏਗਾ।
ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ ਪੈਣਾ, ਇਹ ਕੀਤਾ ਜਾਣਾ ਚਾਹੀਦਾ ਔਰ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਜੀ। ਥੈਂਕ ਯੂ ਜੀ। ਥੈਂਕ ਯੂ, ਧੰਨਵਾਦ। ਜਿਹੜੀਆਂ ਤੇ ਪ੍ਰੋਵਿੰਸ਼ੀਅਲ ਪੋਲਿਟਿਕਸ ਆ ਨਾ, ਇਹਨੂੰ ਵੀ ਸਮਝਣ ਦੀ ਲੋੜ ਹੈ। ਪਾਰਟੀਆਂ ਅਲੱਗ ਨੇ, ਫੈਡਰਲ ਲਿਬਰਲ ਅਲੱਗ ਹੈ, BC ਲਿਬਰਲ ਅਲੱਗ ਹੈ, NDP ਇੱਕ ਪਾਰਟੀ ਆਪਾਂ 2 ਟੀਅਰ ਆ। BC ਸੂਬੇ ਦੀਆਂ ਜਿੰਨੀਆਂ NDPਆਂ ਨੇ ਉਹ ਪ੍ਰੋਵਿੰਸ਼ੀਅਲ NDPਆਂ ਬੋਲਦੀਆਂ ਨੇ, ਉਸ ਫੈਡਰਲ ਨਾਲ ਕੋਈ ਮਤਲਬ ਨਹੀਂ ਰੱਖਦੀਆਂ, ਇੱਕ ਦੂਜੇ 'ਚ ਦਖਲਅੰਦਾਜ਼ੀ ਨਹੀਂ ਕਰਦੀਆਂ। ਪਰ ਜਿਹੜੀ ਫੈਡਰਲ ਲਿਬਰਲਸ ਨੇ ਉਹ BC ਲਿਬਰਲਸ ਨਾਲ ਅਲਾਈਨ ਨਹੀਂ ਹੁੰਦੇ। BC ਲਿਬਰਲ ਦਾ ਅਲਾਈਨ ਹੁੰਦੇ ਨੇ ਕੰਜ਼ਰਵੇਟਿਵ ਦੇ ਨਾਲ। ਮੈਂ ਤੁਹਾਨੂੰ ਦੱਸ ਰਿਹਾ ਵੀ MLA ਇੱਕ ਲਿਬਰਲ ਦਾ, ਸਾਬਕਾ ਸਰੀ ਦਾ, ਉਹ ਫਰੀਦਕੋਟ ਤੋਂ ਟਿਕਟ ਮੰਗਦਾ ਕੰਜ਼ਰਵੇਟਿਵ ਦੀ। ਉਹਨੂੰ ਐਰਨੋ ਟੂਲ ਦੇ ਇੱਥੇ ਇੱਕ ਮੈਨੇਜਰ ਸਾਹਿਬ ਨੇ, ਕਰੀਮ ਜੀ, ਉਹਦਾ ਨਾਲ ਗੱਲ ਚੱਲ ਰਹੀ ਹੈ। ਪਹਿਲਾਂ ਕਰੀਮ ਉਹਨਾਂ ਨੇ ਕੈਵਨ ਫਾਲਕਨ ਦੀ ਜਿਹੜੀ ਆ ਕੀਤੀ ਸੀ ਕੈਂਪੇਨ, ਜਦੋਂ ਲੀਡਰਸ਼ਿਪ ਰੇਸ ਹਾਰੇ, ਫਿਰ ਮਾਈਕਲ ਲੀ ਦੀ ਕੀਤੀ ਸੀ, ਉਹ ਹਾਰੇ। ਇਸੇ ਹਲੇ ਪਹਿਲੀ ਇਲੈਕਸ਼ਨ ਹਲੇ ਹੋਣੀ ਆ 24 ਨੂੰ, ਤੇ BC ਲਿਬਰਲ ਦੀ ਲੀਡਰਸ਼ਿਪ ਦੀਆਂ ਤਿਆਰੀਆਂ ਸਰੀ ਦੇ ਵਿੱਚ ਵੱਡੇ ਘਰਾਂ 'ਚ ਹੋ ਰਹੀਆਂ। ਕੈਵਨ ਫਾਲਕਨ ਉਦਣ ਜ਼ੂਮ ਤੇ ਨਾਲ ਸੀ ਜਿੱਦਣ ਥੌਨ ਥਵੇਟ ਨੇ ਰੈਲਫ ਸੁਲਤਾਨ ਦੇ ਨਾਲ ਬੇਇੱਜ਼ਤੀ ਕੀਤੀ, ਉਹ 30 ਵਰਿਆਂ ਦੀ ਕੁੜੀ ਦੀ। ਉਦਣ ਜ਼ੂਮ ਤੇ ਨਾਲ ਸੀ ਕੈਵਨ ਫਾਲਕਨ। ਤੇ ਜਿਹੜਾ ਕੁਛ ਉਹਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਜੇਨ ਥੌਨ ਥਵੇਟ ਨੇ, ਜਿਹੜਾ ਕੁਛ ਉਹਨੇ NDP ਦੀ MLA ਬੋਇਨ ਮਾਨ ਨੂੰ ਜਿਹੜਾ ਕੁਛ ਕਿਹਾ, ਉਹਨੇ ਇੱਕ 86-87 ਵਰੇ ਦੇ ਬੰਦੇ ਦੇ ਨਾਲ, ਵੀ ਇਹਨੂੰ ਪਤਾ ਵੀ ਇਹਨੂੰ ਕਿਵੇਂ ਔਨ ਕਰਨਾ, ਉਹ ਨਾਲ ਬੈਠੀ ਸੀ। ਉਹਦਾ ਉਹ ਬੌਡੀ ਦੇ ਕੋਲ ਬੈਠਾ, ਬੌਡੀ ਦੇ ਉਹਦੇ ਆਭਾਰ ਦੇਖ ਰਿਹਾ ਸੀ। ਐਡਾ ਬਕਵਾਸ, ਤੇ ਲੋਕ ਨਾਲ ਹੱਸ ਰਹੇ ਨੇ। ਉਸੇ ਸਮੇਂ ਕਹਿਣ ਦੀ ਲੋੜ ਸੀ ਵਿਲਕਿੰਸਨ ਨੂੰ, ਰੋਕ ਕੇ ਉਸ ਸਮੇਂ ਜ਼ੂਮ ਤੇ ਵੀ, ਨੋ ਦਿਸ ਇਜ਼ ਨਾਟ ਐਕਸੈਪਟੇਬਲ। ਕੈਵਨ ਫਾਲਕਨ ਵੀ ਨਾਲ ਹੈ ਉੱਥੇ, ਜਿਹਨੂੰ ਦੇਖ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ BC ਲਿਬਰਲ ਦੀ ਉਹਨੂੰ ਅਸੀਂ ਬਾਗਡੋਰ ਦੇਣੀ ਆ। ਹੁਣੇ ਸ਼ੁਰੂ ਹੋਇਆ ਹੈ ਕੰਮ, ਮੀਟਿੰਗਾਂ ਸ਼ੁਰੂ ਹੋ ਗਈਆਂ। ਮਤਲਬ ਉਹਦੇ 'ਚ ਅਸੀਂ ਦਿਵਾਲੀਆਪਣ ਕਮਿਊਨਿਟੀ ਦਾ ਵੀ ਦਿਖਾ ਰਹੇ ਹਾਂ। ਸਾਡੇ ਘਰੇ ਆਉਂਦਾ ਜੀ, ਉਹ ਰਾਤ ਨੂੰ ਰੋਟੀ ਮੇਰੇ ਕੋਲ ਖਾ ਕੇ ਜਾਂਦਾ, ਤੁਸੀਂ ਕੀ ਕਰੋਗੇ? ਮਤਲਬ ਜਿਹਦੇ 4 ਪੈਸੇ ਜੇਬ 'ਚ ਆ ਗਏ, ਉਹ ਕਹਿੰਦਾ ਵੀ ਮੈਂ ਦੱਸੂਗਾ ਕਿਹਨੇ MLA ਬਣਨਾ, ਕਿਹਨੇ MP। ਇਹ ਸਰੀ ਦਾ ਹਾਲ। ਉਹ ਜਿਵੇਂ ਗੋਲਡੀ ਦਿਓਲ ਨਹੀਂ ਕਹਿ ਗਏ ਨੇ, ਸਾਡੀ ਭੁੱਖ ਇੰਨੀ ਆ ਵੀ ਜੇ ਅਸੀਂ ਆਟੋਵਾ ਦੇ ਵਿੱਚ ਸਾਡੀ ਪਾਲਿਸੀ, ਅਸੀਂ ਇੱਥੇ ਆ, ਇੱਥੇ ਅਸੀਂ ਪਾਲਿਸੀ ਹੋਰਾਂ ਸ਼ਹਿਰ 'ਚ ਸਾਡੀ ਪਾਲਿਸੀ ਹੋ। ਬੰਦੇ ਦੀ ਬੇਸਿਕ ਵੈਲਿਊਜ਼ ਤਾਂ ਬੇਸਿਕ ਵੈਲਿਊਜ਼ ਨੇ, ਪਾਰਟੀ ਜਿਹੜੀ ਮਰਜ਼ੀ ਹੋਵੇ। ਔਰ ਜਿੰਨੇ ਹੁਣ ਚੋਣ ਲੜ ਰਹੇ ਨੇ, ਉਹਨਾਂ ਨੂੰ ਇੱਕ ਸੁਨੇਹਾ ਕਲੀਅਰ ਚਾਹੀਦਾ ਸਰੀ ਵੱਲੋਂ, ਬਈ ਜਦ ਕੋਈ ਵੀ ਕਮਿਊਨਿਟੀ ਦੇ ਅਗੇਂਸਟ ਕੋਈ ਪਾਰਟੀ ਜਿੱਤ ਜਾਵੇ, ਜੇ ਉੱਥੇ ਤੁਸੀਂ ਚੁੱਪ ਕਰਕੇ ਬੈਠੇ ਨਾ, ਇਸ ਵਾਰ ਵੀ ਕੋਈ ਵੀ ਜਿੱਤਿਆ ਹੋਇਆ ਵੀ ਕੋਈ ਕਮਿਊਨਿਟੀ ਦੇ ਲਈ ਬਿੱਲ ਇਹੋ ਜਿਹਾ ਹੋਇਆ, ਤੇ ਤੁਸੀਂ ਪਾਰਟੀ ਪਲੇਟਫਾਰਮ ਜੀ, ਪਾਰਟੀ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਇਹ ਇਹੋ ਜਿਹਾ ਕੁਝ ਕਹੋਗੇ, ਲੋਕ ਤਿਆਰ ਬੈਠੇ ਨੇ। ਇਸ ਵਾਰ ਖਬਰ ਤੁਹਾਡੀ ਲੈਣਗੇ ਲੋਕ। ਇਹ ਗੱਲ ਕਹਿਣੀ ਵੀ ਵੱਡੇ ਤੋਂ ਵੱਡਾ ਡਿਸੀਜਨ ਕਮੇਟੀ ਦੇ ਅਗੇਂਸਟ ਜਾ ਰਿਹਾ, ਉਹ ਪਾਰਟੀ ਪਾਲਿਸੀਜ਼ ਤੇ ਬੈਸ ਤਾਂ ਖੜਦੇ ਆ, ਇਹ ਜਵਾਬ ਨਹੀਂ ਹੈ। ਫਿਰ ਮਾਈਨੋਰਿਟੀਜ਼ ਨੂੰ ਭੇਜਣ ਦਾ ਤੇ ਤੁਹਾਨੂੰ ਭੇਜਣ ਦੀ ਲੋੜ ਕੀ ਹੈ ਕਿਸੇ ਨੂੰ? ਫਿਰ ਤੁਹਾਨੂੰ ਕੋਟਾ ਜਿਹੜਾ ਪਾਰਟੀਆਂ ਦਿੰਦੀਆਂ ਨੇ, ਉਹ ਕੋਟੇ ਦੀ ਲੋੜ ਕੀ ਹੈ ਜੇ ਤੁਸੀਂ ਬੋਲਣਾ ਨਹੀਂ ਘੱਟ ਗਿਣਤੀ ਲਈ ਉੱਥੇ ਜਾ ਕੇ? ਹੁਣ ਸਾਰਾ ਕੁਝ ਹੀ ਕਹਿ ਰਹੇ ਨੇ, ਮੇਰੇ ਤੋਂ ਆਹ ਲੈ ਲਿਓ, ਮੇਰੇ ਤੋਂ ਉਹ ਲੈ ਲਿਓ, ਮੈਂ ਆਹ ਕਰ ਲੂੰ, ਮੈਂ ਉਹ ਕਰ ਲੂੰ। ਵੋਟਾਂ ਮਿਲ ਗਈ, ਖਤਮ ਹੋ ਗਈਆਂ, ਘੰਟਾ ਵੀ ਵਲੰਟੀਅਰ ਤੁਸੀਂ ਕਰਵਾ ਕੇ ਦਿਖਾਇਓ ਕਿਸੇ ਨੂੰ। ਇਹੀ ਕਮਿਊਨਿਟੀ ਆ, ਇਹੀ ਸਰੀ ਆ। ਦੇਖਿਆ ਕੋਈ ਪਿਛਲੇ 10 ਸਾਲਾਂ 'ਚ ਜਿਹੜੇ ਮੋਢੇ ਤੇ ਝੰਡੇ ਰੱਖੀ ਬੈਠੇ ਵੀ ਅਸੀਂ ਰਹੇ ਨਹੀਂ ਕਮਿਊਨਿਟੀ 'ਚ, ਐਟਲੀਸਟ ਤੁਸੀਂ ਗ੍ਰਾਸ ਰੂਟਸ ਤੇ ਕੁਝ ਕੰਮ ਤਾਂ ਕਰ ਲਓ, ਤੁਸੀਂ ਕੁਝ ਦਿਖਾ ਤਾਂ ਦਿਓ। 10 ਸਾਲ ਹੋ ਗਏ ਲੋਕਾਂ ਨੂੰ ਫਿਰਦੇ ਆ ਮੈਨੂੰ, ਬਸ ਉਹ ਪਾਰਟੀ ਨੇ ਟਿਕਟ ਕਿਸੇ ਨੇ ਦੇਤੀ ਤੇ ਬਸ ਹੁਣ ਸਾਡੇ ਬਚਾਉਂਦੇ ਹੀ ਸਰੀ ਆ। ਅਸੀਂ ਹੱਥ ਕੱਢ ਲੈ, ਸਰੀ ਡੁੱਬ ਜਾਣੀ ਆ। ਬਸ ਅਸੀਂ ਉਹ ਜਾਵਾਂਗੇ ਵਿਕਟੋਰੀਆ, ਅਸੀਂ ਉਹ ਸਰੀ ਦੀ ਗੱਲ ਕਰਾਂਗੇ ਬਸ। ਇਹ ਜਿਹੜਾ ਨਾ ਇਹ ਕਿਸਮ ਦਾ ਰੁਝਾਨ ਆ। ਪਹਿਲੀ ਗੱਲ ਤਾਂ ਬੰਦੇ ਨੂੰ ਆਪ ਸੋਚਣਾ ਚਾਹੀਦਾ ਕਿ ਮੈਂ ਕੀ ਕੋਈ ਇਸ ਜੌਬ ਦਾ ਹੱਕਦਾਰ ਹਾਂ ਜਿਹਦੇ ਲਈ ਮੈਂ ਜਾ ਰਿਹਾ, ਕੀ ਮੈਂ ਸਵੈ ਪੜਚੋਲ ਦੀ ਜ਼ਰੂਰਤ ਹੈ ਵੀ ਯਾਰ ਮੈਂ ਕੁਛ ਕੀਤਾ, ਮੇਰੇ ਅੰਦਰ ਕਮਿਊਨਿਟੀ ਲਈ ਕੋਈ ਕਰਨ ਦੀ ਅੱਗ ਹੈ ਜਾਂ ਨਹੀਂ। ਸੋ ਇਹ ਜਿਹੜਾ ਨਾ ਝੱਲ ਖਿਲਾਰਿਆ ਜਾ ਰਿਹਾ, ਫੈਡਰਲ ਵੀ, ਇੱਥੇ ਵੀ ਮੈਂ, ਇੱਥੇ ਤੂੰ, ਇੱਥੇ ਮੇਰਾ ਮੈਨੇਜਰ, ਇੱਥੇ ਮੇਰਾ ਮੈਂ, ਤੇ ਇਹ ਬਹੁਤ ਨੈਗਲੈਕਟਡ ਲੋਕਾਂ ਨੂੰ ਜੇ ਪਾਰਟੀਆਂ ਟਿਕਟਾਂ ਦੇਣ ਲੱਗ ਗਈ, ਫਿਰ ਪਾਰਟੀ ਦਾ ਕੀ ਭਵਿੱਖ ਹੈ?
ਜਿਨ੍ਹਾਂ ਦੇ ਨਾਲ 5 ਬੰਦੇ ਕਮਿਊਨਿਟੀ 'ਚ ਨਹੀਂ ਖੜਦੇ। ਇੱਥੇ ਵੱਡੇ ਵੱਡੇ ਪ੍ਰੀਮੀਅਰ ਤੇ ਵੱਡੇ ਵੱਡੇ ਨੇਤਾ ਜਿਹੜੇ ਕਮਿਊਨਿਟੀ 'ਚ ਹੋਏ ਨੇ, ਮੈਂ ਇੱਕ ਪਾਰਟੀ 'ਚ ਦੇਖਿਆ ਬੰਦੇ ਹੱਥ ਨਹੀਂ ਮਿਲਾਉਂਦੇ, ਹੱਥ ਇਕੱਲੇ ਖੜੇ ਬੰਦੇ ਵੇਖੇ ਜਿਹੜੇ ਕਹਿੰਦੇ ਅਸੀਂ ਆਹ ਜੀ, ਅਸੀਂ ਉਹ ਆ, ਅਸੀਂ ਉਹ ਆ, ਹੱਥ ਨਹੀਂ ਲੋਕ ਮਿਲਾਉਂਦੇ। ਖੁਦ ਕੇ ਤੁਰ ਕੇ ਜਾਣਾ ਪਿਆ ਲੋਕਾਂ ਦੀ ਭੀੜ 'ਚ, ਜਦ ਕਿਉਂਕਿ ਕੀਤਾ ਹੀ ਕੁਛ ਨਹੀਂ ਕਮਿਊਨਿਟੀ ਲਈ। ਤੋ ਇਹ ਆਪਾਂ ਨੂੰ ਵੋਟਾਂ ਪਾਉਣ ਵੇਲੇ ਨਾ ਖਿਆਲ ਰੱਖਣਾ ਚਾਹੀਦਾ, ਸਾਡਾ ਸੁਨੇਹਾ ਨਹੀਂ ਵਧੀਆ ਜਾ ਰਿਹਾ ਕਿਸੇ ਪਾਰਟੀ ਨੂੰ ਵੀ, ABC ਕੋਈ ਹੋਵੇ। ਸਾਡੇ ਤੇ ਲੋਕ ਹੱਸਦੇ ਨੇ ਵੀ ਇਹ ਕਮਿਊਨਿਟੀ ਜਿਹੜੀ ਆ ਠੀਕ ਨਹੀਂ ਐਕਟ ਕਰ। ਸੋ ਕਾਇਮ ਹੋ ਕੇ ਪਾਲਿਸੀਜ਼ ਬੇਸਡ ਵੋਟਾਂ ਪਾਇਆ ਕਰੋ ਤੇ ਜਿਹੜੇ ਕਿਸੇ ਨੂੰ ਕਰੈਕਟ ਕਰਿਆ ਕਰੋ। ਜਾਂ ਤੁਹਾਨੂੰ ਕੋਈ ਆ ਕੇ ਬੋਲਦਾ ਉਹਨੂੰ ਕਹਿੰਦਾ ਨਾ ਤੂੰ ਗਲਤ ਗੱਲ ਕਰ ਰਿਹਾ, ਤੂੰ ਇਹ ਠੀਕ ਨਹੀਂ ਕੀਤੀ ਗੱਲ, ਤੂੰ ਦੱਸ ਸਾਡੇ ਲਈ ਤੂੰ ਕੀ ਕੀਤਾ, ਫਲਾਣੇ ਸਮੇਂ ਤੂੰ ਸਾਡੇ ਲਈ ਕੀ ਕੀਤਾ। ਜੇ ਤੱਕ ਤੁਸੀਂ ਸਵਾਲ ਨਹੀਂ ਪੁੱਛਦੇ ਕੋਈ ਫਾਇਦਾ। ਹੁਣ ਰੈਕ ਸੈਂਟਰ ਦੀ ਗੱਲ ਕੋਈ 20 ਸਾਲ ਦੀ ਕਹੀ ਜਾਂਦਾ, ਮੈਂ ਲੌਬੀ ਕਰਦਾ, ਕੋਈ 18 ਸਾਲ ਦੀ ਆ। 2 ਸਾਲ ਪਹਿਲਾਂ ਤਾਂ ਗੱਲ ਕੀਤੀ ਹੈ ਮੇਅਰ ਮੁਕੱਦਮ ਉਹਨਾਂ ਨੇ, 2 ਸਾਲ ਦੀ ਆ ਗੱਲ ਚੱਲੀ ਹੈ। ਹੁਣ ਕਹੀ ਚੱਲੋ, ਮੋਢੇ ਤੇ ਰੱਖੀ ਚੱਲੋ, ਲਾਂਗੜ ਚੱਕ ਕੇ ਤੁਰੀ ਫਿਰੀ ਚੱਲੋ, ਕਿਹੜਾ ਪੁੱਛਦਾ? ਇਹਦਾ ਮਤਲਬ ਫਿਰ 20 ਸਾਲ ਦੇ ਤੁਸੀਂ ਬੋਲਦੇ, ਤੁਹਾਡੀ ਕੋਈ ਸੁਣਦਾ ਹੀ ਨਹੀਂ, ਤਾਂ ਹੀ ਨਹੀਂ ਨਾ ਬਣਿਆ। ਫਾਰਮਰਜ਼ ਨੂੰ ਬੇਨਤੀ ਹੈ ਜੀ 1844 247 1550 ਫਾਰਮਰ ਜਿੰਨੇ ਹੈ ਉਹ ਆਪਣੇ ਜਿਹੜੇ ਵੀ ਉਹਨਾਂ ਦੇ ਕੰਸਰਨ ਨੇ ਫੋਨ ਕਰਕੇ ਪਲੀਜ਼ ਦੱਸੋ। 1844 247 1550 1844247155 ਮੋਹਨ ਸਿੰਘ ਜੀ ਲਾਈਨ ਨੰਬਰ 2 ਕੀ ਕਹਿਣਾ ਚਾਹੁੰਦੇ ਹੋ? ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੇ ਆ, ਮੇਰੀਆਂ ਦੋ ਸਪੈਸ਼ਲੀ ਜਿਹੜੇ ਮਿਨਿਸਟਰ ਬਣਾਏ ਸੀ, ਇੱਕ ਜੈਨੀ ਸਿਮ ਤੇ ਇੱਕ ਹੈਰੀ ਬੈਂਸ, ਇਹਨਾਂ ਨੂੰ ਤੁਸੀਂ ਰੇਡੀਓ ਤੇ ਲਿਆ ਕੇ ਪੁੱਛੋ। ਪਹਿਲਾਂ ਤਾਂ ਜੈਨੀ ਸਿਮ ਦੀ ਆਪਾਂ ਗੱਲ ਕਰਦੇ, ਉਹਨੂੰ ਪਿਛਲੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਗੱਲ ਕੀਤੀ ਸੀ। ਇਹ ਬੜੀ ਸੋਹਣੀ ਆਈ, ਆਪਣੇ ਵੀ ਕਾਫੀ ਵੀ ਇਹਨੂੰ ਪੜਾਈ ANW 'ਚ ਤੇ ਬੜੀਆਂ ਗੱਲਾਂ ਕਹਿੰਦੀ ਸਾਨੂੰ ਜਿਤਾ ਦਿਓ, ਅਸੀਂ ਸਾਰਾ ਕੁਝ ਕਰਾਂਗੇ। ਅਸੀਂ ਕਿਹਾ ਵੀ ਜਿਹੜੇ ਇੰਜਰ ਵਰਕਰ ਉਹਨਾਂ ਨੂੰ ਮੈਂ ਕਹਿੰਦੀ ਜਿਤਾ ਦਿਓ ਇੱਕ ਵਾਰੀ। ਉਹੀ ਹੈਰੀ ਬੈਂਸ ਨੇ ਗੱਲ ਕਹੀ ਸੀਗੀ। ਹੈਰੀ ਬੈਂਸ ਦੇ ਅਸੀਂ ਆਪਣੇ ਵੀ ਗਏ ਸੀ ਇੰਜਰ ਵਰਕਰ ਇਕੱਠੇ ਹੋ ਕੇ, ਬਈ ਭਾਈ ਤੂੰ ਦੱਸੋ। ਇਹਨਾਂ ਨੇ ਆਫਿਸ ਬੰਦ ਕੀਤਾ ਆ ਸੀਗਾ। ਮੁੜ ਕੇ ਬਾਅਦ ਚ ਪੁਲਿਸ ਵਾਲੇ ਆਏ ਤਾਂ ਪੁਲਿਸ ਵਾਲਿਆਂ ਨੇ ਕਿਹਾ ਵੀ ਗੱਲ ਕੀ ਆ। ਅਸੀਂ ਕਿਹਾ ਵੀ ਅਸੀਂ ਤਾਂ ਵੀ ਆਪਣੇ ਆਹ ਗੱਲ ਕਰਨੀ। ਕਹਿੰਦੇ ਫਿਰ ਤੁਹਾਡਾ ਰਾਈਟ ਆ। ਹੈਰੀ ਬੈਂਸ ਨੇ ਸਾਡੇ ਤੇ ਪੁਲਿਸ ਸੱਦੀ ਤਾਂ ਪੁਲਿਸ ਕੋਲ ਕੋਈ ਚਾਰਜ ਲਾਉਣ ਨੂੰ ਕੋਈ ਥਾਂ ਨਹੀਂ ਸੀਗਾ, ਉਹ ਕਿੱਦਾਂ ਲਾ ਦੇਣ? ਕਹਿੰਦੇ ਤੁਹਾਡਾ ਰਾਈਟ ਬਣਦਾ। ਸੇਮ ਥਿੰਗ ਜੈਨੀ ਸਿਮ ਦੇ ਨਾਲ ਅਸੀਂ ਅਪੁਆਇੰਟਮੈਂਟ ਬਣਾਈ ਸੀਗੀ ਤੇ ਇਹ ਆਪਣੇ ਅਸੀਂ ਉੱਥੇ ਗਏ ਤਾਂ ਇਹਦਾ ਆਫ ਬੰਦ ਤੇ ਅੰਦਰੋਂ ਲਾਈਟਾਂ ਵੀ ਆਫ। ਅਸੀਂ ਉਹ ਮੂਵੀ ਪੂਰੀ ਬਣਾਈਓ ਸੀਗੀ। 4 ਪੁਲਿਸ ਦੀਆਂ ਗੱਡੀਆਂ ਆ ਗਈਆਂ, ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਤਾਂ ਖੱਪ ਪਈ। ਅਸੀਂ ਤਾਂ ਉਹਨਾਂ ਦਾ ਆਫ ਬੰਦ ਆ, ਸਾਡੇ ਕੋਲ ਆ ਮੂਵੀ ਬਣੀ ਪਈ ਆ। ਇਹ ਬੰਦੇ ਹੁਣ ਮਿੰਨਤਾਂ ਕਰਦੇ ਆ ਵੀ ਸਾਨੂੰ ਵੋਟਾਂ ਪਾਓ। ਇਸ ਗੱਲ ਦਾ ਤੁਸੀਂ ਆਪਣੇ ਰੇਡੀਓ ਤੇ ਪੁੱਛੋ ਵੀ ਤੁਸੀਂ ਪੁਲਿਸ ਕਾਹਤੇ ਸਾਦੇ ਆ ਵੀ ਜੇ ਕੋਈ ਖੱਪ ਨਹੀਂ ਪਾਉਂਦਾ, ਜੇ ਤੁਸੀਂ ਆਪਣੇ ਵੀ ਜੌਬ ਨਹੀਂ ਕਰਨੀ। ਇਹ ਸਿਰਫ ਆਉਂਦੇ ਆ ਪੈਨਸ਼ਨ ਲਈ, ਹੋਰ ਇਹ ਕੱਖ ਨਹੀਂ। ਜਾਂ ਵੀਕਐਂਡ ਤੇ ਸਮੋਸੇ ਤੇ ਗੁਲਾਬ ਜਾਮਣਾ ਖਾਣ ਲਈ ਆਉਂਦੇ ਆ। ਇਹ ਤੁਸੀਂ ਹਾਂ ਜ਼ਰੂਰ ਪੁੱਛੋ। ਮੇਰੀ ਇਹ ਬੇਨਤੀ ਆ ਵੀ ਤੁਸੀਂ ਪੁਲਿਸ ਕਾਹਤੇ ਸੱਦੀ ਆ ਤੇ ਇੰਜਰ ਵਰਕਰਾਂ ਦਾ ਹੁਣ ਸਾਰਾ ਕੁਝ ਪ੍ਰੂਫ ਹੋਇਆ ਆ। ਹੈਰੀ ਬੈਂਸ ਦੇ ਕੋਲ ਸਾਰੀ ਪਾਵਰ ਆ। ਹੈਰੀ ਬੈਂਸ ਹੁਣ ਕਰਦਾ ਕਾਹਤੇ ਨਹੀਂ ਸੀਗਾ ਤਾਂ ਹੁਣ ਕਹਿੰਦਾ ਮੈਨੂੰ ਜਿਤਾਓ। ਇਹ ਬੰਦੇ ਜਿੱਤਣ ਦੇ ਯੋਗ ਹੈਗੇ ਆ? ਜੇ ਇਹਨਾਂ ਦੇ ਘਰ ਦਾ ਕੋਈ ਬੰਦਾ ਇੰਜਰ ਹੋਇਆ ਹੋਵੇ, ਇਹ ਸਭ ਕੁਝ ਕਰਦਾ। 2007 ਜਾਂ 8 ਦੇ ਵਿੱਚ ਇਹੀ ਹੈਰੀ ਬੈਂਸ ਆਪੋਜੀਸ਼ਨ ਸੀਗਾ। ਹੈਰੀ ਬੈਂਸ ਦੀ ਉਹ ਗੱਲ ਰਿਕਾਰਡਡ ਆ। ਇੱਕ ਕੋਈ ਅਟਵਾਲ ਸੀਗਾ, ਉਹ ਇੰਜਰ ਹੋਇਆ ਸੀ। ਕਹਿੰਦਾ ਜੀ ਤੁਸੀਂ ਪਬਲਿਕ ਇਨਕੁਆਇਰੀ ਕਰਨੀ ਚਾਹੀਦੀ ਆ। ਉਹੀ ਪਬਲਿਕ ਇਨਕੁਆਇਰੀ ਅਸੀਂ ਇਹ ਤੋਂ ਪੁੱਛਦੇ ਆ, ਕਹਿੰਦਾ ਜੀ ਹੋ ਨਹੀਂ ਸਕਦੀ। ਤੇ ਇਹ ਆਪਣੇ ਜਿਹੜਾ ਹੈਰੀ ਬੈਂਸ ਆ, ਇਹਨੂੰ ਪੁੱਛੋ ਬਈ ਤੁਸੀਂ ਆਪਣੇ ਵੀ ਕਰਦੇ ਕਾਹਤੇ ਨਹੀਂ। ਜੇ ਇਹ ਕਰਦੇ ਨਹੀਂ ਤਾਂ ਫਿਰ ਇਹਨਾਂ ਦਾ ਕੋਈ ਹੱਕ ਨਹੀਂਗਾ ਆਪਣੇ MLA ਦੀ ਆਪਣੇ ਵੀ ਚੋਣ ਜਿੱਤਣ ਦਾ। ਆਪਣੇ ਵੀ ਤੁਸੀਂ ਇਹ ਬੇਨਤੀਆਂ ਜ਼ਰੂਰ, ਪਬਲਿਕ ਸੁਣਦੀ ਆ, ਤੁਸੀਂ ਇਹਨਾਂ ਨੂੰ ਸੱਦ ਕੇ ਜ਼ਰੂਰ ਪੁੱਛੋ। ਇੰਨੇ ਮੇਰੇ ਵਿਚਾਰ ਸੀਗੇ। ਧੰਨਵਾਦ ਜੀ ਗਿੱਲ ਸਾਹਿਬ, ਥੈਂਕ ਯੂ। ਲਖਵਿੰਦਰ ਸਿੰਘ ਜੀ ਲਾਈਨ ਨੰਬਰ 3 ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਰਵਿੰਦਰ ਸਾਹਿਬ ਬੋਲਦਾ ਸੀਗਾ ਐਸਐਸਪੋਰ ਤੋਂ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ। ਜਿਹੜੀ ਇਹ ਫਾਰਮ ਦੀ ਗੱਲ ਆ, ਫਾਰਮਾਂ ਦਾ ਹਾਲ ਜਿਹੜੇ ਜਿੰਨੇ ਵੀ ਆਪਾਂ ਕਹਿ ਰਹੀਏ 40 ਤੋਂ 50 ਏਕੜ ਵਾਲੇ ਫਾਰਮ ਦੀ ਆ, ਅੱਜ ਸਾਰੇ ਉਹ ਰੁੰਦੇ ਆ।
ਉਹਨਾਂ ਦੇ ਹਾਲਾਤ ਜੋ ਹੈਗੇ ਕੋਈ ਨਹੀਂ ਦੇਖਦਾ, ਕੋਈ ਮਿਨਿਸਟਰ ਨਹੀਂ ਦੇਖਦਾ, ਕੋਈ MP MLA ਕੋਈ ਨਹੀਂ ਉਹਨਾਂ ਨੂੰ ਪੁੱਛਦਾ। ਅੱਜ ਇਸ ਸਾਲ ਦੇ ਵਿੱਚ ਜੋ ਫਾਰਮਾਂ ਦਾ ਹਾਲ ਮੰਦਾ ਹੋਇਆ ਹੈਗਾ ਆ, ਉਹ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਸਿਰਫ ਜੇ ਫਾਰਮ ਬਚੇ ਹੈਗੇ ਆ ਤੇ ਆ ਜਿਹੜੇ ਫਾਰਮ ਵਰਕਰ ਜਾਂ ਇੱਥੇ ਵਿਜ਼ਿਟਰ ਬੰਦੇ ਰਹਿ ਗਏ ਸੀਗੇ, ਉਹਨਾਂ ਦੇ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀਗੀ ਐਤਕੀ ਰੋਟੀ ਪਾਣੀ ਚੱਲਦਾ ਰਹਿ ਗਿਆ, ਨਹੀਂ ਉਹ ਭੁੱਖੇ ਮਰਨ ਵਾਲੇ ਹਾਲਾਤ ਹੋ ਜਾਣੇ। ਹੁਣ ਦੱਸੋ ਵੀ ਕਿਹੜੀ ਤੁਸੀਂ ਹੁਣ ਲਖਵਿੰਦਰ ਸਿੰਘ ਜੀ ਫਾਰਮਿੰਗ ਤੁਸੀਂ ਕਰਦੇ ਹੋ ਆਪਣੇ ਕਿਹੜੀ ਬੇਰੀ ਦੀ? ਬਾਈ ਜੀ ਬਲੂਬੇਰੀ ਦੀ ਖੇਤੀ ਕਰਦੇ ਆ। ਮੈਂ 2004 ਤੋਂ ਹੁਣ ਤੱਕ ਟੈਲ ਕਰਦਾ। ਕਈ ਜਿਹੜੀ ਕਮਾਈ ਦੀ ਗੱਲ ਆ ਤੇ ਕਿੰਨੀ ਕੁ ਕਮਾਈ ਆ ਬਾਈ ਜੀ, ਨਾਲ ਮੈਂ ਟਰੱਕ ਚਲਾਉਣਾ, ਫੁੱਲ ਟਾਈਮ ਟਰੱਕ ਵਰਕਰ ਆ ਮੈਂ। ਮੇਰਾ ਸਾਰਾ ਪਰਿਵਾਰ ਬਾਹਰ ਕੰਮ ਕਰਦਾ। ਅਸੀਂ ਐਕਸਟਰਾ ਜੌਬ ਆ ਇੱਕ ਫਾਰਮ ਦੀ ਜਿਹੜੀ ਤੁਸੀਂ ਨਾਲ ਕਰਦੇ ਆ। ਜੇ ਤੁਸੀਂ ਸਰਵਾਈਵ ਕਰਨਾ ਫਾਰਮ ਦੇ ਵਿੱਚੋਂ, ਜੇ ਤੁਸੀਂ ਕਹੋ ਵੀ ਮੈਂ ਉੱਥੇ ਕੰਮ ਕਰਕੇ ਸਰਵਾਈਵ ਕਰੂੰਗਾ ਫਾਰਮ ਦੇ ਵਿੱਚ, ਤਾਂ ਸਰਵਾਈਵਲ ਹੈ ਨੀ ਗੀ। ਇੱਕ 50 ਏਕੜ ਦਾ ਫਾਰਮਰ ਵਾਲਾ ਬੰਦਾ ਭਾਵੇਂ ਉਹ ਜੇ ਫਾਰਮ ਦੀ ਖੇਤੀ ਕਰਦਾ, ਇੱਕ ਘਰ ਨਹੀਂ ਆਪਣਾ ਬਣਾ ਸਕਦਾ ਹੈਗਾ। ਜੇ ਆਪਾਂ ਕਹਿੰਦੇ ਆ ਅੱਜ ਫਾਰਮਾਂ 'ਚ ਵੱਡੇ ਵੱਡੇ ਘਰਾਂ ਦਾ ਰੋਜ਼ ਰੌਲਾ ਪੈਂਦਾ, ਉਹ ਘਰ ਜਿਹੜੇ ਬਣਦੇ ਆ ਜਾਂ ਜਿਨ੍ਹਾਂ ਦੇ 4 ਟਰੱਕ ਚੱਲਦੇ ਹੈਗੇ ਆ, ਠੀਕ ਹੈ ਜੀ, ਉਹ ਉਹਨਾਂ ਨੇ ਬਣਾ ਲਏ। 5 ਏਕੜ ਖਰੀਦ ਲਿਆ, 10 ਏਕੜ ਖਰੀਦ ਕੇ ਵੱਡਾ 10,000 ਜਾਂ 15,000 ਸਕੁਅਰ ਫੁੱਟ ਘਰ ਪਾ ਲਿਆ। ਜਿਹੜਾ 40 ਏਕੜ 30 ਏਕੜ ਦੀ ਖੇਤੀ ਕਰਦਾ, 20 ਏਕੜ ਦੀ ਖੇਤੀ ਕਰਦਾ, ਨਾਲ ਜੌਬ ਕਰਦਾ ਆ, ਤੁਸੀਂ ਮੈਨੂੰ ਦੱਸ ਦਿਓ ਬਾਈ ਜੀ ਕਿਹਦਾ ਘਰ ਬਣਿਆ ਆ 10,000 ਸਕੁਅਰ ਫੁੱਟ? ਹਾਂ, ਜਿਹੜੇ ਘਰ ਨਾਲ ਉਹਨਾਂ ਦੇ ਐਕਸਟਰਾ ਬਿਜ਼ਨਸ ਆ, ਘਰ ਬਣਾ ਕੇ ਵੇਚਦੇ ਆ, ਠੀਕ ਹੈ, ਉਹਨਾਂ ਕੋਲ 3-3 4-4 ਬਿਜ਼ਨਸ ਚੱਲਦੇ ਆ, ਉਹ ਸਰਵਾਈਵ ਕਰਦੇ ਆ। ਪਰ ਕੱਲੀ ਫਾਰਮਿੰਗ ਤੋਂ ਸਰਵਾਈਵ ਕਰਨਾ ਬਿਲਕੁਲ ਔਖਾ। ਦੂਜਾ ਜਿਹੜਾ ਆਪਾਂ ਕਹਿੰਦੇ ਬਾਈ ਜੀ ਫੈਮਿਲੀ ਰੀਜ ਤੇ ਆਉਣੀਆਂ ਚਾਹੀਦੀਆਂ, ਫੈਮਿਲੀਆਂ ਆਉਣੀਆਂ ਚਾਹੀਦੀਆਂ। ਵੀਰ ਜੀ ਜਿਹੜੇ ਫੈਮਿਲੀਆਂ ਵਾਲੇ ਆ ਉਹ ਤਾਂ ਕੋਈ ਫਾਰਮ 'ਚ ਵੜ ਕੇ ਨਹੀਂ ਰਾਜੀ ਆਉਂਦਾ। ਹੁਣ ਤੁਸੀਂ ਦੱਸ ਦਿਓ ਕਿੰਨੇ ਕੁ ਬੰਦੇ ਆ ਜਿਹੜੇ ਫਾਰਮਾਂ 'ਚ ਆਉਂਦੇ ਆ, ਜਿਹੜੇ ਬਜ਼ੁਰਗ 60-60 70 ਸਾਲ ਦੇ ਬਜ਼ੁਰਗ ਆ, ਜਿਹੜੇ ਬੇਰੀ 'ਚ ਆਉਂਦੇ ਨੇ, ਉਹ ਆ ਕੇ ਕਹਿੰਦੇ ਨੇ ਬੇਰੀ ਦਾ ਆਹ ਰੇਟ ਆ ਬਾਈ ਜੀ, ਬੇਰੀ ਸਾਡੀ ਤੁਸੀਂ ਚੱਕ ਕੇ ਲਿਆਉਣੀ, ਮੇਰੇ ਦੋਨੋਂ ਗੋਡੇ ਬੇਰੀ ਵਿੱਚੋਂ ਕੱਢਦੇ ਵਾਲੇ ਰਹਿ ਗਏ ਆ। 50 ਸਾਲ ਦੀ ਮੇਰੀ ਏਜ ਆ, 50 ਸਾਲਾਂ 'ਚ ਮੇਰੇ ਇੱਕ ਗੋਡਾ ਦਾ ਐਨੀ ਟਾਈਮ ਰਿਪਲੇਸ ਆ, ਸਪੈਸ਼ਲਿਸਟ ਕਹਿ ਚੁੱਕੇ। ਜਿਹੜੇ ਇਹਨਾਂ ਦੇ ਲੱਗ ਬਾਲਟੀਆਂ ਵਿੱਚੋਂ ਚੱਕ ਕੇ ਲਿਆ ਕੇ ਬਾਹਰ ਕੱਢੋ। ਵੀਕਾਂ ਬਣਾ ਲੈਣੀਆਂ, ਜਦੋਂ ਵੀਕਾਂ ਬਣ ਜਾਂਦੀਆਂ ਆ ਉਦੋਂ ਤੋਂ ਬਾਅਦ ਫਿਰ ਕੈਸ਼ ਤੇ ਚੱਲ ਪੈਣਾ ਆ। ਪਹਿਲਾਂ ਇਹ ਗੱਲ ਕਰਕੇ ਆਉਣਾ ਕਿ ਸਾਡੀਆਂ ਭਾਈ ਵੀਕਾਂ ਬਣਾਇਓ, ਤਾਂ ਆਵਾਂਗੇ। ਜਿਹੜੇ ਫਾਰਮ ਵਰਕਰ ਜਿੱਦਾਂ ਹੁਣ ਅੱਜ ਕੱਲ ਆਏ ਹੋਏ ਆ, ਠੀਕ ਆ, ਜਿਹੜੇ ਵਰਕਰ ਕੰਮ ਕਰਦੇ ਆ, ਜਿਹੜੇ ਵਰਕ ਪਰਮਿਟ ਤੇ ਆ, ਉਹਨਾਂ ਨੇ ਜੋ ਐਤਕੀ ਫਾਰਮਾਂ ਦੀ ਹੈਲਪ ਕੀਤੀ ਆ, ਐਪਰੀਸ਼ੀਏਟ ਆ ਭਾਜੀ ਉਹਨਾਂ ਨੂੰ, ਜਿੰਨੀ ਉਹਨਾਂ ਨੇ ਹੈਲਪ ਕੀਤੀ ਆ। ਚਾਹੇ ਉਹਦਾ ਵਰਕਰ ਸੀਗਾ ਜਾਂ ਨਹੀਂ ਸੀ, ਪਰ ਉਹਨਾਂ ਨੇ ਫੇਰ ਵੀ ਸਿਰ ਦੇ ਉੱਪਰੋਂ ਦੀ ਹੋ ਕੇ ਮਦਦ ਕੀਤੀ ਆ। ਆਪਾਂ ਇਹ ਜ਼ਰੂਰ ਚਾਹਾਂਗੇ ਜਿਹੜੇ ਭਾਜੀ ਇੱਕ ਤੁਹਾਡੇ ਤੱਕ ਰਿਕੁਐਸਟ ਆ, ਜਿੰਨੇ ਵੀ ਫਾਰਮ ਵਰਕਰ ਆਏ ਆ, ਠੀਕ ਆ, ਉਹਨਾਂ ਨੂੰ PR ਨਹੀਂ ਕਰ ਸਕਦੇ, ਤੁਹਾਡਾ ਕੋਈ ਨਾ ਕੋਈ ਹਰ ਗਵਰਨਮੈਂਟ ਦਾ ਸਿਸਟਮ ਆ, ਪਰ ਉਹਨਾਂ ਦੇ ਪਰਿਵਾਰ ਜ਼ਰੂਰ ਇਕੱਠੇ ਹੋਣੇ ਚਾਹੀਦੇ। ਉਹਨਾਂ ਨੂੰ ਇੰਨੀ ਕੁ ਅਥਾਰਟੀ ਹੋਣੀ ਚਾਹੀਦੀ ਕਿ ਉਹ ਆਪਣਾ ਪਰਿਵਾਰ ਬੁਲਾ ਸਕੇ। ਬਿਲਕੁਲ ਠੀਕ ਹੈ, ਇਹ ਜ਼ਰੂਰ ਸਾਡੇ ਵੱਲੋਂ ਰਿਕੁਐਸਟ ਆ। ਜਿਹੜੀ ਵੀ ਗਵਰਨਮੈਂਟ ਤੋਂ ਕੋਈ ਵੀ ਨੁਮਾਇੰਦਾ ਆਉਂਦਾ ਆ, ਉਹਦੇ ਨਾਲ ਤੁਸੀਂ ਇਹ ਗੱਲ ਕਰੋ ਕਿ ਫਾਰਮ ਵਰਕਰ ਜਿਹੜਾ ਆ ਉਹ ਆਪਣਾ ਪਰਿਵਾਰ ਕਿਉਂ ਨਹੀਂ ਸੱਦ ਸਕਦਾ। ਉਹ ਆਊਗਾ, ਉਹ ਕੰਮ ਕਰੂਗਾ, ਚਾਹੇ ਉਹ ਫਾਰਮ 'ਚ ਕਰੇ ਚਾਹੇ ਬਾਹਰ ਕਰੇ। ਠੀਕ ਹੈ, ਥੈਂਕ ਯੂ ਵੀਰ ਜੀ। ਥੈਂਕ ਯੂ ਸਰ। ਹਰਜੀਤ ਸਿੰਘ ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਭਾਜੀ, ਹਰਜੀਤ ਕੌਰ ਸੀਗੀ। ਹੈਲੋ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਹਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਭਾਜੀ। ਮੈਂ ਦੱਸਣਾ ਸੀਗਾ, ਉਦੋਂ ਆਪਣੀ ਗੱਲ ਹੋਈ ਸੀਗੀ ਭਾਜੀ ਜਗਮੀਤ ਸਿੰਘ ਨਾਲ, ਤੇ ਉਹ ਭੈਣ ਜੀ ਤੁਹਾਡਾ ਇਸ਼ੂ ਜਿਹੜਾ ਜੀ ਸਿਟੀ ਦਾ ਇਸ਼ੂ ਆ, ਇਹ 'ਚ ਕਿਸੇ ਫੈਡਰਲ ਪਾਰਟੀ ਪ੍ਰੋਵਿੰਸ਼ੀਅਲ ਪਾਰਟੀ ਨੇ ਕੁਝ ਨਹੀਂ ਕਰਨਾ। ਤੁਸੀਂ ਅੰਡਰਸਟੈਂਡ ਕਰੋ, ਤੁਹਾਡੀ ਸਿਟੀ ਦਾ ਬਾਈਲਾ ਜੀ, ਉਹ ਬਾਹਰਲੀ ਪਾਰਟੀ ਕੋਈ ਨਹੀਂ ਕੁਝ ਕਰ ਸਕਦੀ। ਇੱਕ ਮਿੰਟ ਭਾਜੀ ਸੁਣਿਓ, ਮੈਂ ਸਿਟੀ ਗਏ ਸੀਗੇ ਤੇ ਸਿਟੀ ਵਿੱਚ ਫਿਰ ਉਹਦੇ 'ਚ ਤੁਸੀਂ ਸਿਟੀ ਦੇ ਵਿੱਚ ਸਿਟੀ ਦੇ ਕੌਂਸਲਰ ਤੇ ਸਿਟੀ ਦਾ ਮੇਅਰ ਉਹ ਕਰ ਸਕਦਾ, ਨਾ ਜਗਮੀਤ ਕਰ ਸਕਦਾ, ਨਾ ਵਿਲਕਿੰਸਨ ਕਰ ਸਕਦਾ, ਨਾ ਹੌਰਗਨ ਕਰ ਸਕਦਾ, ਕੋਈ ਨਹੀਂ ਕੁਝ ਕਰ ਸਕਦਾ। ਭਾਜੀ ਇਹ ਕਾਨੂੰਨ ਇਹਨਾਂ ਨੇ ਪਹਿਲਾਂ ਬਣਾਇਆ ਫਰਵਰੀ ਵਿੱਚ। ਫਿਰ ਹੁਣ ਕਾਨੂੰਨ ਸਿਟੀ ਦਾ ਕਾਨੂੰਨ ਆ ਭੈਣ ਜੀ, ਤੁਸੀਂ ਅੰਡਰਸਟੈਂਡ ਕਰੋ, ਤੁਸੀਂ ਇਹ ਚੀਜ਼ ਨੂੰ ਸਮਝ ਤਾਂ ਲਓ ਬਈ ਇਹਦੇ 'ਚ ਜਗਮੀਤ ਨਹੀਂ ਕਰ ਸਕਦਾ ਕੁਝ, ਨਾ ਵਿਲਕਿੰਸਨ ਕਰ ਸਕਦਾ, ਨਾ ਹੌਰਗਨ ਕਰ ਸਕਦਾ। ਸਿਟੀ ਨੇ ਕਿਹਾ ਵੀ ਪਹਿਲਾ ਘਰ ਢਾਓ, ਦੂਜਾ ਬਣਾਓ।
ਉਹ ਚ ਬਾਹਰਲੇ ਬੰਦੇ ਸਿਟੀ ਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਤੇ ਚਲੋ ਠੀਕ ਹੈ, ਮੰਨ ਲੈਨੇ ਉਦਾਂ, ਪਰ ਅਜੇ ਭਾਜੀ ਅਸੀਂ ਬਹੁਤ ਥਾਵਾਂ ਤੇ ਪੁੱਛਗਿੱਛ ਕੀਤੀ, ਸਾਰੇ ਜਿੱਦਾਂ ਉਹ ਕਹਿੰਦੇ ਇਹ ਕਾਨੂੰਨ ਇਹਨਾਂ ਪਾਰਟੀਆਂ ਨੇ ਪਿਛਲੀ ਫਰਵਰੀ ਦਾ ਬਣਾਇਆ ਆ। ਪਹਿਲਾਂ ਇਹਨਾਂ ਪਾਰਟੀਆਂ ਨੇ ਨਹੀਂ ਜੀ ਬਣਾਇਆ ਭੈਣ ਜੀ, ਪਾਰਟੀਆਂ ਨੇ ਨਹੀਂ ਬਣਾਇਆ। ਸਿਟੀ ਦਾ ਜਿਹੜਾ ਬਾਈਲਾ ਉਹ ਸਿਟੀ ਦਾ ਬਾਈਲਾ ਹੈ, ਬਾਹਰਲੀ ਪ੍ਰੋਵਿੰਸ਼ੀਅਲ ਪਾਰਟੀ ਨਹੀਂ ਬਣਾ ਸਕਦੀ। ਸਿਟੀ ਦਾ ਬਾਈਲਾ ਤੁਹਾਡੇ ਐਬਸਪੋਰਟ ਦਾ ਵੀ ਪੁਰਾਣਾ ਘਰ ਢਾਉਣਾ ਪੈਣਾ ਤਾਂ ਨਵਾਂ ਬਣਾਉਣਾ ਪੈਣਾ। ਪ੍ਰੋਵਿੰਸ਼ੀਅਲ ਪਾਰਟੀ ਨੇ ਕੁਛ ਨਹੀਂ ਇਹਦੇ ਚ ਕੀਤਾ। ਮੰਨ ਲੈਨੇ ਭਾਜੀ, ਬਾਕੀ ਜਿਹੜੀ ਦੂਜੀ ਗੱਲ ਭਾਜੀ ਕਰਕੇ ਗਏ ਫਾਰਮਾਂ ਦੀ, ਉਹ ਸੱਚੀ ਜੋ ਵੀ ਉਹਨਾਂ ਨੇ ਕੀਤਾ ਪੂਰਾ ਸਹੀ ਆ। ਹਾਂ ਉਹ ਗੱਲ ਕਰੋ, ਫਾਰਮ ਵਾਲੀ ਮੁਸ਼ਕਲ ਦੱਸੋ। ਇੰਨੇ ਤੰਗ ਆ, ਇੰਨੇ ਲੋਕ ਤੰਗ ਆ, ਕੋਈ ਹਿਸਾਬ ਨਹੀਂਗਾ। ਬੇਰੀਆਂ ਦੀ ਕੋਈ ਪ੍ਰਾਈਸਾਂ ਹੈ ਨਹੀਂ ਗੀਆਂ, ਲੋਕੀ ਬਾਹਰੋਂ ਆਪ ਕੰਮ ਕਰ ਕਰਕੇ ਵਿੱਚ ਪੈਸੇ ਪਾ ਕੇ ਫੇਰ ਫਾਰਮਿੰਗ ਚਲਾ ਰਹੇ ਆ। ਅੱਛਾ, ਤੁਸੀਂ ਹੁਣ ਇਹ ਦੱਸੋ, ਜਦ ਬੇਰੀ ਸਿੱਟਦੇ ਹੋ, ਇੱਕ ਭੈਣ ਜੀ ਦੱਸੋ ਗੱਲ ਮੈਨੂੰ, ਜਦ ਬੇਰੀ ਸਿੱਟਦੇ ਹੋ, ਬੇਰੀ ਜਿਹੜੀ ਤੁਸੀਂ ਦੇ ਦਿੱਤੀ ਉਹਦੀ ਕੀਮਤ ਤੁਹਾਨੂੰ ਦੱਸਦੇ ਆ ਜਾਂ ਕੀਮਤ ਬਾਅਦ ਚ ਪਤਾ ਲੱਗਦੀ? ਭਾਜੀ ਬਾਅਦ ਚ ਦੱਸਦੇ ਆ ਸਾਨੂੰ, ਤੇ 00 ਲਿਖ ਕੇ ਤੇ ਪੇਪਰ ਫੜਾ ਦਿੰਦੇ ਆ। ਉਹਨੇ ਹੱਲੇ ਹੁਣ ਨਵੰਬਰ ਚੜ੍ਹਨ ਵਾਲਾ, ਹੱਲੇ 1 ਪੈਸਾ ਸੈਂਟ ਨਹੀਂ ਦਿੱਤਾ ਉਹਨਾਂ ਨੇ। 1 ਸੈਂਟ ਵੀ ਇੱਕ ਕੈਨਰੀ ਨੇ ਨਹੀਂ ਦਿੱਤਾ ਹੱਲੇ ਤੱਕ, ਪਤਾ ਨਹੀਂ ਕਦੋਂ ਨੂੰ ਦੇਣੇ। 00 ਲਿਖੀ ਆ ਪ੍ਰਾਈਸ, ਉਹ ਸਾਡੇ ਪੰਜਾਬੀਆਂ ਨੇ ਕੈਨਰੀਆਂ, ਪੰਜਾਬੀਆਂ ਦੀ ਮਰਜ਼ੀ ਆ। ਤੇ 4-4 ਰੱਖਦੇ ਆ, ਹਲੇ ਕੁਛ ਨਹੀਂ ਪਤਾ। ਭਾਜੀ ਲੋਕਾਂ ਦਾ ਏਕਾ ਹੈ ਨਹੀਂਗਾ ਸਾਡੇ ਫਾਰਮਰਾਂ ਦਾ ਕਰਕੇ, ਸਾਡੇ ਫਾਰਮਰਾਂ ਨਾਲ ਤਾਂ ਇਦਾਂ ਦੀ ਹੋ ਰਹੀ ਆ। ਮੈਂ ਤਾਂ ਉਹਨਾਂ ਨੂੰ ਕਹਿੰਦੀ ਹੁੰਦੀ ਆ, ਮੈਂ ਕਿਹਾ ਵੀ ਏਦਾਂ ਕਰੋ ਵੀ ਇੱਕ ਸੀਜ਼ਨ ਨਾ ਤੋੜਿਓ, ਫਿਰ ਵੀ ਹੁਣ ਕੋਵਿਡ ਆਇਆ ਤਾਂ ਵੀ ਤੇ ਲੋਕਾਂ ਦਾ ਸਰਦਾ ਹੀ ਆ। ਇਹ ਦੇਖਾਂਗੇ ਕਿੱਥੇ ਲਿਜਾਂਦੇ, ਬੇਰੀ ਕਿੱਥੋਂ ਦਿੰਦੇ ਆ ਲੋਕਾਂ ਨੂੰ ਬੇਰੀ ਪੂਰੀ ਕਰਕੇ। ਲੋਕਾਂ ਦੀ ਵਧੀਆ ਸੋਨੇ ਵਰਗੀ ਬੇਰੀ ਲੈ ਕੇ ਉਹਨੂੰ ਪ੍ਰੋਸੈਸ ਚ ਲਾਉਂਦੇ ਆ 00 ਮੁੜ ਕੇ 50 ਸੈਂਟ ਦਿੰਦੇ ਆ, ਤੇ ਫਾਰਮਰ ਸਿਰ ਸੁਦਾ ਧੱਕਾ। ਲੋਕਾਂ ਦੀ ਜ਼ਿੰਦਗੀ ਕੋਈ ਖਾਸ ਹੈ ਨਹੀਂ, ਬਾਹਰੋਂ ਲੋਕੀ ਕੰਮ ਕਰ ਕਰਕੇ ਇੱਕ ਛੋਆ ਪੀਆ ਮੈਨੂੰ ਤਾਂ ਲੱਗਦੀ ਏਦਾਂ ਆ। ਤੇ ਮੈਂ ਫਾਰਮਿੰਗ ਕਰਦਾ ਆ, ਮੈਂ ਬਹੁਤ ਮੇਰੀ ਖੇਤੀ ਆ, ਟੁੱਟ ਮਾਰ ਕੇ ਕੱਖ ਨਹੀਂ ਵਿੱਚ ਪੈਸਾ, ਕੋਈ ਪੱਲੇ ਨਹੀਂ ਹੈਗਾ ਬੰਦੇ ਦੇ। ਇਹਦੇ ਜੇ ਕੰਮ ਉਹ ਪੈਸੇ ਬਚਣੇ ਜੇ ਮੈਂ ਆਪ ਮਿਹਨਤ ਕਰਨੀ, ਲੇਬਰ ਬਚਣੀ ਭਾਜੀ, ਹੋਰ ਕੁਝ ਨਹੀਂ, ਪ੍ਰਾਈਸ ਹੈ ਨਹੀਂ ਜੀ। ਥੈਂਕ ਯੂ। ਜਿਹੜੇ ਕੰਮ ਕਰਨ ਆਉਂਦੇ ਬੰਦੇ ਉਹ ਕਹਿੰਦੇ ਸੱਚੀ ਸਾਨੂੰ ਸਾਡੀ ਬੇਰੀ ਬਾਹਰ ਕੱਢੋ, ਪਹਿਲਾਂ ਚੱਕ ਕੇ ਲਿਆਉਣੇ, ਫਿਰ ਬੇਰੀ ਬਾਹਰ ਕੱਢਣੀ ਆ, ਤਕਾਲਾਂ ਨੂੰ ਉਹਨਾਂ ਨੂੰ ਛੱਡ ਕੇ ਆਉਣਾ ਸ਼ਾਮ ਨੂੰ। ਪੂਰੇ ਰਾਜਿਆਂ ਵਾਂਗ ਰਹਿੰਦੇ ਫਾਰਮ ਵਾਲੇ। ਜਦੋਂ ਬੇਰੀ ਆਉਂਦੀ ਭਾਜੀ ਸਾਨੂੰ ਰੋਣ ਆਉਂਦਾ ਹੈ, ਬੇਰੀ ਆ ਗਈ, ਹਾਏ ਸਾਡੀ ਕਿੱਦਾਂ ਸੀਜ਼ਨ ਲੰਘਣਾ। ਸੁੱਖ ਸਵੇਲੀ ਲੰਘ ਜਵੇ ਕਹੀਦਾ ਵਧੀਆ ਫੇਰ ਹੀ ਆ। ਥੈਂਕ ਯੂ। ਠੀਕ ਹੈ ਭਾਜੀ, ਥੈਂਕ ਯੂ ਬਹੁਤ ਬਹੁਤ, ਧੰਨਵਾਦ। ਸਰ ਜਸਵੀਰ ਸਿੰਘ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਮੈਂ ਉਦੋਂ ਮਾੜੀ ਜਿਹੀ ਗੱਲ ਕੀਤੀ ਸੀਗੀ ਫਾਰਮਾਂ ਬਾਰੇ, ਵਿੱਚ ਅਧੂਰੀ ਰਹਿ ਗਈ ਤੇ ਉਹ ਮੈਂ ਪੂਰੀ ਕਰ ਦਿਓ ਜੀ। ਜਿਹੜੀ ਨਾ ਬਲੂਬੇਰੀ ਆ ਉਹਨੂੰ ਫੁੱਲ ਪ੍ਰੋਡਕਸ਼ਨ ਲਿਆਉਣ ਲਈ ਪਰ ਏਕੜ $25,000 ਲੱਗ ਜਾਂਦਾ, 4-5 ਸਾਲ ਲੱਗਦੇ ਆ ਉਹਨੂੰ ਕਰਨ ਨੂੰ। ਤੇ ਮੈਂ ਉੱਥੇ ਜਾਣਾ ਸੀ, ਜਿਹੜੇ ਆ ਪ੍ਰੋਗਰਾਮ 3-4 ਪ੍ਰੋਗਰਾਮ ਨਾ ਗੌਰਮੈਂਟ ਜਿਹੜੀ ਰਨ ਕਰਦੀ ਆ, ਉਹ ਫਾਰਮਰਾਂ ਨੂੰ ਕੋਈ ਫਾਇਦਾ ਨਹੀਂ ਉਹਦਾ। ਐਗਰੀ ਇਨਵੈਸਟ ਲੈ ਲਓ, ਐਗਰੀ ਇਨਕਮ ਸਟੇਬਿਲਿਟੀ ਪ੍ਰੋਗਰਾਮ ਲੈ ਲਓ, ਇੰਸ਼ੋਰੈਂਸ ਲੈ ਲਓ, ਕੋਈ ਫਾਇਦਾ ਨਹੀਂ। ਤੇ ਆਫਿਸ ਖੋਲਿਓ ਆ, ਬੜੇ ਲੋਕਾਂ ਨੂੰ ਪੈਸੇ ਉਹਨਾਂ ਨੂੰ ਦੇਈ ਜਾਂਦੇ, ਅੰਦਰ ਬੈਠਿਆਂ ਨੂੰ ਮਿਲੀਅਨਾਂ ਦੇ ਮਿਲੀਅਨ, ਤੇ ਫਾਰਮਰਾਂ ਨੂੰ ਉਹਦਾ ਕੋਈ ਬੈਨੀਫਿਟ ਨਹੀਂ। ਤੇ ਬਿੱਲ 52 ਕੀਤਾ, ਉਹ ਕਰਨਾ ਕੰਮ ਲੇਬਰ ਪਾਰਟੀ ਵਾਲਿਆਂ ਨੇ, ਥੈਂਕ ਯੂ NDP ਨੇ ਕਰ ਦਿੱਤਾ। ਉਹ ਸਾਡੇ ਪਰਿਵਾਰਾਂ ਨੂੰ ਇਕੱਠੇ ਰਹਿਣ ਤੇ ਵੀ ਟੈਕਸ ਲੱਗ ਗਈ। ਜਿਹੜੀ ਹੁਣ ਮੈਂ ਗੱਲ ਲੱਗਾ ਕਰਨਾ ਉਹ ਇਹ ਆ, ਅਮਰੀਕਾ ਗੌਰਮੈਂਟ ਲੱਗੀ ਆ ਐਂਟੀ ਡੰਪਿੰਗ ਲਾਉਣ ਬਲੂਬੇਰੀ ਤੇ। ਇਹਦੇ ਚ ਫਾਰਮਰ ਰਗੜੇ ਜਾਣੇ ਆ, ਕੈਨਰੀ ਵਾਲੇ ਨੇ ਤਾਂ ਆਪਣੀ ਵਿੱਚੋਂ ਕੱਢ ਲੈਣੇ ਆ, ਆਪਣਾ ਹਿੱਸਾ ਕੱਢ ਲੈਣਾ। ਉਹ ਸਭ ਤੋਂ ਪੈਸੇ ਲੈ ਕੇ ਅਮਰੀਕਾ ਗੌਰਮੈਂਟ ਅੱਗੇ ਹੀ ਫਾਰਮਰਾਂ ਦੀ ਬੜੀ ਸਪੋਰਟ ਕਰਦੀ ਆ, ਤੇ ਉਹ ਪੈਸੇ ਸਾਤੋਂ ਲੈ ਕੇ ਉਹਨਾਂ ਫਾਰਮਰਾਂ ਨੂੰ ਦੇ ਦੇਣੇ ਉਹਨੇ। ਤੇ ਹੁਣ ਮੈਂ ਇਹ ਵੀ ਨਹੀਂ ਸੁਜੈਸਟ ਕਰ ਸਕਦਾ ਬਲੂਬੇਰੀ ਫਾਰਮਰਾਂ ਨੂੰ ਵੀ ਪੱਟ ਦੋ ਇਹਨੂੰ, ਕਿਉਂਕਿ $25,000 ਫੁੱਲ ਪ੍ਰੋਡਕਸ਼ਨ ਲਿਆਉਣ ਲਈ ਲੱਗ ਜਾਂਦਾ। ਕੋਈ ਫਾਇਦਾ ਨਹੀਂ ਬਲੂਬੇਰੀ ਦਾ, ਕੋਈ ਫਾਇਦਾ ਨਹੀਂ। ਇਹਦੇ ਚੋਂ ਹੋਰੇ ਖਾ ਖੂ ਜਾਂਦੇ ਆ ਫਾਰਮਰ ਤਾਂ ਵਿਚਾਰੇ, ਸਟ੍ਰਾਬੇਰੀ ਖਤਮ। ਜਿਹੜੇ 10-20 ਕਿੱਲੇ ਵਾਲੇ ਨੇ ਉਹ ਤਾਂ ਰੋਂਦੇ ਆ, ਤੁਸੀਂ 200 ਕਿੱਲੇ ਵਾਲੇ ਵੀ ਇਹ ਗੱਲ ਕਹਿੰਦੇ ਹੋ। ਤੁਸੀਂ ਤਾਂ ਕੰਟਰੋਲ ਆਪਣੀ ਕ੍ਰੌਪ ਆਪ ਨਹੀਂ ਕਰਦੇ।
ਤੁਸੀਂ ਫਿਰ ਇਹ ਕਹਿੰਦੇ ਆ ਵੀ ਅਸੀਂ ਸਾਨੂੰ ਦੁੱਖ ਨਹੀਂ ਉਹਨਾਂ 20-40 ਏਕੜ ਮੈਂ ਤੁਹਾਡੀ ਗੱਲ ਕਰਦਾ, ਤੁਸੀਂ ਤਾਂ ਦੱਸੋ ਕਿ ਤੁਹਾਨੂੰ ਪੈਸੇ ਬਚਦੇ ਨਹੀਂ। ਮੈਂ ਤੁਹਾਨੂੰ ਦੱਸਦਾ, ਜਿਹੜੀ ਗਰੋਇੰਗ ਕਾਸਟ ਆ 40 ਸੈਂਟ ਆ, 40 ਸੈਂਟ ਗਰੋਇੰਗ ਕਾਸਟ ਆ, ਤੇ ਫਿਰ ਜੇ ਤੜਾਈ ਦੇਣੀ ਆ ਤਾਂ ਠੇਕੇਦਾਰ 50-60 ਸੈਂਟ ਮੰਗਦਾ। ਹਾਂ ਬਿਲਕੁਲ ਡਾਲਰ ਹੋ ਗਿਆ। ਕਹਿੰਦਾ ਵੀ ਜਿਹੜੀ ਕਹਾਵਤ ਆ ਵੀ ਗੈਟ ਹਿਊਜ ਔਰ ਗੋ ਹੋਮ, ਇਹ ਵੱਡਾ ਫਾਰਮਰ ਹੈਗਾ ਮਸ਼ੀਨਾਂ ਨਾਲ ਤੋੜਦਾ, ਉਹਨੂੰ 4 ਪੈਸੇ ਬਣ ਜਾਂਦੇ ਆ, ਜ਼ਰੂਰ ਬਣਦੇ ਆ। ਆਹ 30 ਏਕੜ 40 ਏਕੜ ਇਹਨਾਂ ਦੀ ਬਾਂਹ ਕੌਣ ਫੜੇ ਫਿਰ? ਜੇ ਹੁਣ ਅਸੀਂ ਇਹਨਾਂ ਲਈ ਤੁਸੀਂ ਮਦਦ ਕਰੋ। ਜਿਹੜੀ ਪ੍ਰਾਈਸ ਉਹਨਾਂ ਦੀ ਪ੍ਰਾਈਸ ਦੀ ਪ੍ਰੋਬਲਮ ਆਉਂਦੀ ਹੈ ਨਾ ਜੀ, ਉਹਨਾਂ ਦੀ ਪ੍ਰਾਈਸ ਜਿਹੜੀ ਉਹਨਾਂ ਦੀ ਖਾਨਾ ਜੰਗੀ ਕਰਕੇ ਜਿਹੜੇ ਆਹ ਕੈਨਰੀਆਂ ਵਾਲੇ ਨੇ ਉਹਨਾਂ ਦੀ ਕੀਮਤ ਤੇ 0-0 ਲਿਖ ਕੇ ਦਿੰਦੇ ਨੇ। ਤੁਸੀਂ ਵੱਡੇ ਫਾਰਮਰ ਉਹਨਾਂ ਦੀ ਮਦਦ ਕਰੋ, ਤੁਸੀਂ ਉਹਨਾਂ ਦੀ ਫਸਲ ਲੈ ਕੇ ਗਾਹਾਂ ਤੁਸੀਂ ਬਲਕ ਚ ਦੇ ਦਿਓ। ਸੁਣਿਓ ਗੱਲ, ਇਹ ਵੀ ਗੱਲ ਸੁਣ ਲਓ। ਅਸੀਂ BC ਬਲੂਬੇਰੀ ਗਰੋਅਰਜ਼ ਐਸੋਸੀਏਸ਼ਨ ਬਣਾਈ ਸੀ। ਅੱਛਾ ਜੀ। ਸਾਰਿਆਂ ਨੂੰ ਇਕੱਠੇ ਕੀਤਾ ਸੀਗਾ ਤੇ ਜਤੀ ਸਿੱਧੂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਫਾਰਮਰ ਰਲ ਕੇ ਆਪਣਾ ਪੈਕਿੰਗ ਪਲਾਂਟ ਲਾਓ ਤੇ ਮੈਂ ਅੱਧੀ ਫੰਡਿੰਗ ਮੈਂ ਕਰਾ ਕੇ ਦਿੰਨਾ। ਬਿਲਕੁਲ ਠੀਕ। ਮੈਂ ਇਹਨਾਂ ਬਹੁਤ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਕੇ ਮੈਂ ਕਿਹਾ ਮੋਰੇ ਲੱਗੋ, ਅਸੀਂ ਤੁਹਾਡੀ ਹੈਲਪ ਕਰਾਂਗੇ, ਕਰੋ। ਸਾਤੇ ਨਹੀਂ ਹੁਣ, ਅਸੀਂ 70 ਸਾਲ ਦੇ ਹੋ ਗਏ, ਸਾਤੇ ਨਹੀਂ ਹੋਣਾ। ਤੁਸੀਂ ਮੋਰੇ ਹੋਵੋ, ਬੰਦਾ ਪੈਰ ਲਾਉਂਦਾ, ਇਕੱਠੇ ਹੋਵੋ। ਕੋਈ ਨਹੀਂ ਤੁਰਿਆ। ਪਕੌੜੇ ਖਾ ਕੇ ਚਾਹ ਪੀ ਕੇ ਸਾਰੇ ਜਾਂਦੇ ਰਹੇ। ਕਈਆਂ ਨੇ ਲਿਸਟਾਂ ਬਣਾਓ ਜੀ, ਕਰੋ ਜੀ, ਕੌਣ ਦਾ, ਕੋਈ ਨਹੀਂ ਮੋਰੇ ਲੱਗਾ। ਫਿਰ ਅਸੀਂ ਖੜਾ ਛੱਡਿਆ, ਫਿਰ ਛੱਡੋ ਪਰੇ, ਕਰ ਲਈ ਐਵੇਂ ਕਰਨਾ। ਫਿਰ ਹੁਣ ਛੋਟੇ ਫਾਰਮਰ ਕੀ ਕਰਨਗੇ ਬਨਵਾਸ ਸਾਹਿਬ? ਕਾਰਨ ਹੁਣ ਇਹੀ ਕਾਰਨ ਹੁਣ ਇਕੱਠੇ ਹੋ ਕੇ ਆਪਣਾ ਲਾਉਣ। ਕਿਤੇ ਮੁੰਡੇ ਪੜ੍ਹੇ ਲਿਖੇ ਮੁੰਡੇ ਆ, ਇਹ ਕਰ ਨਹੀਂ ਸਕਦੇ, ਕਰ ਸਕਦੇ ਆ ਮੈਨੇਜ, ਜਾਂ ਫਿਰ ਵੇਚ ਦੇਣ, ਜਾਂ ਵੇਚ ਲੈਣ। ਲੈਣਾ ਕਹਿੰਦੇ ਆ ਹੁਣ ਤਾਂ ਇਹਦੇ ਨਾਲ ਤਾਂ ਸਬਜ਼ੀਆਂ ਬੀਜ ਲੈਣ, ਸਬਜ਼ੀਆਂ ਚੋਂ ਜ਼ਿਆਦਾ ਪੈਸੇ ਪਾ ਜਾਂਦੇ ਆ। ਓਕੇ ਜੀ, ਥੈਂਕ ਯੂ। ਸਤਨਾਮ ਸਿੰਘ ਗਿੱਲ ਉਹਨਾਂ ਨੇ ਮੈਸੇਜ ਲਿਖਿਆ, ਕਹਿੰਦੇ ਵੀ ਜੇ ਫਾਰਮਾਂ 'ਚ ਘਾਟਾ ਪੈਂਦਾ, ਫਾਰਮ ਮਹਿੰਗੇ ਕਿਉਂ ਹੋ ਰਹੇ ਨੇ? ਫਾਰਮ ਤਾਂ ਸਸਤੇ ਨਹੀਂ। ਮਾੜੀ ਫਾਰਮਿੰਗ ਜਿਹੜੀ ਆ 25, 30, 40 ਕਿੱਲੇ ਤੋਂ ਥੱਲੇ, ਉਹਦੇ 'ਚ ਘਾਟਾ ਪੈ ਰਿਹਾ, ਪਰ ਫਾਰਮ ਦਿਨੋਂ ਦਿਨ ਮਹਿੰਗੇ ਹੋ ਰਹੇ। ਇਹ ਵੀ ਸੋਚਣਾ ਚਾਹੀਦਾ, ਇਹਨੂੰ ਵੀ ਬੰਨਣੋ। ਇੱਕ ਫਾਰਮ ਵਾਲਿਆਂ ਨੂੰ ਬੇਨਤੀ ਆ, ਅਰਬਨ ਪ੍ਰਾਪਰਟੀ ਦੇ ਹਿਸਾਬ ਦੇ ਨਾਲ ਫਾਰਮਾਂ ਦੇ ਮੁੱਲ ਨਾ ਵਧਾਓ। ਜਿਵੇਂ ਸਰੀ ਦੇ ਆਲੇ ਦੁਆਲੇ ਉੱਥੋਂ ਜੀ ਤੂੰ ਅੱਧੇ ਏਕੜ ਦੀ ਲਾਟ 2 ਮਿਲੀਅਨ ਦੀ ਲਵੇਂਗਾ, ਇਹ 5 ਏਕੜ ਤੋਂ 2 ਮਿਲੀਅਨ ਦੇ ਲੈ ਲਾ, ਇਹ 'ਚ ਘਰ ਬਣਾ। ਇਹ ਸੁਨੇਹਾ ਜਿਹੜਾ ਗਲਤ ਰੀਅਲਟਰਾਂ ਨੇ ਦਿੱਤਾ ਉਹ ਵੀ ਮਾੜਾ। ਤੋ ਇਹ ਜਿਹੜਾ ਅਸਲ ਕਹਾਣੀ ਇਹ ਆ ਕਿ ਫਾਰਮਿੰਗ ਵਧੀਆ ਹੋ ਸਕਦੀ ਹੈ ਜੇ ਜਿਵੇਂ ਪੰਜਾਬ ਵਾਂਗੂ ਇੱਥੇ ਘੱਟੋ ਘੱਟ ਮੁੱਲ ਤੈਅ ਹੋ ਜਵੇ। ਹੁਣ ਗੱਲ ਇਹ ਆ ਵੀ ਬੇਰੀ ਸਟਾ ਲੈਂਦੇ ਨੇ, ਕੀਮਤ ਪਰਚੀ ਤੇ $0 ਲਿਖੀ ਹੋਈ ਹੈ, ਤੇ ਕੱਲ ਨੂੰ ਜਦ ਕੀਮਤ ਦੇਣੀ ਆ ਉਹ ਜਿਹੜੀ ਮਰਜ਼ੀ ਦੇ ਦੇਣ। ਕਿਹੜਾ ਜ਼ੋਰ ਆ ਫਾਰਮਰ ਦਾ? 5-10 ਕਿੱਲੇ ਵਾਲੇ ਦੀ ਗੱਲ ਜਸਵੀਰ ਬਰਵੈਤ ਉਹਨਾਂ ਦੀ ਗੱਲ ਜਿਹੜੀ ਉਹ ਕਹਿੰਦੇ ਇਸ ਤਾਂ ਮਸ਼ੀਨਾਂ ਕਰਕੇ ਬਚਦੇ ਆ। ਜੇ ਮਸ਼ੀਨਾਂ ਨਾ ਹੋਣ, $1 ਤਾਂ ਪੈਂਦੀ ਆ, $60 ਤੜਾਈ ਦੇ, 40 ਸੈਂਟ ਅਗਾਈ ਦੇ। ਇਹਦਾ ਮਤਲਬ ਇਹੀ ਹੋਊ ਫਿਰ ਵੱਡੇ ਫਾਰਮਰ ਜਿਹੜੇ ਨੇ ਉਹ ਛੋਟੇ ਨੂੰ ਟੇਕ ਓਵਰ ਕਰ ਜਾਣਗੇ। ਇਹ ਜਿਨ੍ਹਾਂ ਨੇ ਮਸਾਂ ਇੰਨੀ ਜ਼ਿੰਦਗੀ 'ਚ ਔਖੇ ਹੋ ਕੇ ਬਣਾਏ ਨੇ, ਚਲੋ ਉਹਨਾਂ ਦੀ ਵੈਲਿਊ ਤਾਂ ਵੱਧ ਗਈ, ਜਿਹੜੀ ਲੈਂਡ ਦੀ ਵੈਲਿਊ ਵੱਧ ਗਈ, ਪਰ ਬਹੁਤ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਫਾਰਮਾਂ ਨਾਲ। ਜਿੱਥੇ ਉਹਨਾਂ ਦੇ ਮਾਪਿਆਂ ਨੇ ਕੰਮ ਕੀਤਾ, ਉੱਥੇ ਉਹ ਕੰਮਾਂ ਤੋਂ ਆ ਕੇ ਡਾਂਗਰੀ ਪਾ ਕੇ ਫਿਰ ਫਾਰਮ 'ਚ ਵੜਦੇ ਆ। ਰੈਜ਼ਬੇਰੀ ਦੀ ਕੈਪੀਟਲ ਦਾ ਲਾ ਤਾਂ ਦਿੱਤਾ ਉੱਥੇ, ਇੱਕ ਫੋਟੋ ਤਾਂ ਕਲੀਅਰ ਬੁੱਕ ਤੇ ਲਾਤੀ, ਪਰ ਉਹਨਾਂ ਦਾ ਬੁਰਾ ਹਾਲ ਆ। ਜਿਹੜੇ 5-5, 7-7 ਵਾਰ ਜਿੱਤੇ ਆ, 16-16 ਸਾਲ ਜਿਹੜੇ ਮੈਨੇਜਮੈਂਟ 'ਚ ਰਹੇ ਆ, ਤੇ ਤੁਹਾਡੇ ਸ਼ਹਿਰਾਂ ਦੇ ਨਾਂ ਜਾਣਦੇ ਆ, ਉਹਨਾਂ ਨੂੰ ਪੁੱਛੋ ਤਾਂ ਸਹੀ ਜਾ ਕੇ ਇਕੱਠੇ ਹੋ ਕੇ ਵੀ ਭਾਈ ਸਾਡੇ ਲਈ ਕੋਈ ਕੀਤਾ ਕਿ ਨਹੀਂ। MP ਤੁਸੀਂ ਭੇਜਿਆ ਫਾਰਮਰ, ਤੇ ਉਹਨਾਂ ਨੇ ਤੁਹਾਡੇ ਲਈ ਕੀ ਕੀਤਾ, ਜਾਂ NDP ਵਾਲਿਆਂ ਨੇ ਹੁਣ ਕੀ ਕੀਤਾ, ਇਹਦਾ ਤੁਸੀਂ ਹਿਸਾਬ ਕਿਤਾਬ ਕਰੋ। ਬਾਕੀ ਕੱਲ ਨੂੰ ਲੈਣੇ ਆ ਲੱਕ ਦਾ ਮੇਚਾ। ਇਹੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤੁਹਾਨੂੰ ਸੁਨੇਹਾ ਦੇਣ ਦਾ ਵੋਟਾਂ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜਾ ਆਪਣਾ ਬਾਕੀ ਮਰਜ਼ੀ ਤੁਹਾਡੀ ਆ। ਆਪਣੇ ਮੁਹੰਮਦ ਸਦੀਕ ਦਾ ਗੀਤ ਤੁਹਾਡੇ ਲਈ, ਤੇ ਕੱਲ ਨੂੰ ਮੁੜਦਾ ਫੇਰ 12 ਵਜੇ। ਰੱਬ ਰੱਖ।